1943 1944 ਦੀ ਇਹ ਫੋਟੋ ਹੈ ਜਦੋਂ ਇਹਨਾਂ ਨੇ BSc ਕੰਪਲੀਟ ਕੀਤੀ। 1941 ਦੀ ਇਹ ਉਹਦੀ ਫੋਟੋ ਹੈ। ਸਾਡੇ ਯਾਰ ਦੋਸਤ ਇਕੱਠੇ, ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਅਸੀਂ ਇਕੱਠੇ ਭਰਾਵਾਂ ਵਾਂਗ ਰਹਿੰਦੇ ਸਾਂ। ਆਹ ਜੀਵਨ ਸਿੰਘ ਖਲੋਤਾ ਹੈ, ਆਏ ਹਾਏ, ਇਹ ਮੇਰਾ ਜਮਾਤੀ ਸੀ। ਅੱਛਾ, ਇਹ ਮੇਰਾ ਟਿਊਟਰ ਸੀ। ਇਹਦੇ ਵਿੱਚ ਜਿੰਨੇ ਨੇ ਨਾ ਦੋਸਤ, ਆਹ ਮੈਂ ਖਲੋਤਾ। ਗੌਰਮੈਂਟ ਕਾਲਜ ਦੇ ਮੁੰਡੇ ਹਲ ਪੰਜਾਲੀ ਨਾਮ ਤੇ ਅਸੀਂ ਲੈਣਾ ਕੰਗੀ ਪੱਟੀ, ਉਹਨਾਂ ਨੂੰ ਬਾਹੂ ਕਰਦੇ। ਅੱਛਾ, ਕੰਗੀ ਪੱਟੀ ਨਾ ਮਨਜ਼ੂਰ। ਮੈਂ ਐਗਰੀਕਲਚਰ ਇਕਨਾਮਿਕਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਫਸਟ ਰਿਹਾ, ਮੈਡਲਿਸਟ ਹਾਂ, ਮੈਡਲ ਲਿਆ। ਉਹ ਹਿੰਦੂ ਸਾਡਾ ਪ੍ਰੋਫੈਸਰ ਸੀ। ਉਸ ਵੇਲੇ ਕੋਈ ਫਰਕ ਨਹੀਂ, ਉਹਦੇ ਮੁੰਡਾ ਲੈਕ ਤੇ ਲੈਕ ਵੇਖਣਾ ਕਿਹੜਾ, ਨਾ ਹਿੰਦੂ ਵੇਖਣਾ ਨਾ ਮੁਸਲਮਾਨ ਵੇਖਣਾ। ਇੰਗਲੈਂਡ ਦੇ ਵਿੱਚ ਮੈਂ 1953 ਚਲਾ ਗਿਆ। ਇੰਗਲੈਂਡ ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਵੇਖੀਆਂ। ਕੈਮਬਰਿਜ ਮੈਂ ਰਿਹਾ ਬਹੁਤਾ ਚਿਰ, ਕੈਮਬਰਿਜ। ਜਦੋਂ ਅਮਰੀਕਾ ਨੂੰ ਪਤਾ ਲੱਗਾ ਨੇ ਤੇ ਪ੍ਰੋਫੈਸਰ ਨੇ ਕੰਮ ਹੀ ਨੇ ਆਹ ਕੀਤਾ ਤੇ ਮੈਨੂੰ ਅਮਰੀਕਾ ਨੇ ਉੱਥੇ ਸੱਦ ਲਿਆ। ਮੈਂ ਇਹਨਾਂ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਲੈਕਚਰ ਦਿੱਤੇ ਕਿ ਜਿਹਦਾ ਹੱਦ ਸਾਹਿਬ ਨੇ। ਫਿਰ ਮੈਨੂੰ ਕੈਨੇਡਾ ਵਾਲੇ ਉਹਨਾਂ ਨੂੰ ਪਤਾ ਲੱਗਾ, ਕੈਨੇਡਾ ਵਾਲਿਆਂ ਨੇ ਮੈਨੂੰ ਸੱਦ ਲਿਆ। ਫਿਰ ਐਜ਼ ਲੈਕਚਰਰ ਪੈਰਿਸ ਵਾਲਿਆਂ ਨੇ ਸੱਦ ਲਿਆ। ਫਿਰ ਮੈਂ ਪੈਰਿਸ ਚਲਾ ਗਿਆ। ਪੈਰਿਸ ਵਿੱਚ ਜਿਹੜੀ ਯੂਨੀਵਰਸਿਟੀ ਹੈ ਸਾਰਬਾਨ ਯੂਨੀਵਰਸਿਟੀ, ਉਹਦੇ ਵਿੱਚ ਰਿਹਾ। ਉੱਥੋਂ ਫਿਰ ਮੈਨੂੰ ਜਰਮਨੀ ਚਲਾ ਗਿਆ। ਜਰਮਨੀ ਦੇ ਵਿੱਚ ਫਿਰ ਮੈਂ ਫਰੈਂਕਫਰਟ ਬਾਨ ਯੂਨੀਵਰਸਿਟੀ 'ਚ ਰਿਹਾ। ਉੱਥੋਂ ਮੈਨੂੰ ਸਵਿਟਜ਼ਰਲੈਂਡ ਵਾਲਿਆਂ ਨੇ ਆਖਿਆ ਵੀ ਤੂੰ ਇੱਧਰ ਵੀ ਜਾ। ਫਿਰ ਮੈਂ ਸਵਿਟਜ਼ਰਲੈਂਡ ਚਲਾ ਗਿਆ। ਸਦੀ 6ਵੀਂ ਤੇ 6ਵਾਂ ਸਾਲ ਸੀ। ਜ਼ਿਮੀਂਦਾਰਾਂ ਦਾ ਭੈੜਾ ਹੀ ਹਾਲ ਸੀ। ਇੱਥੇ ਪੈਂਦਾ ਰਹਿੰਦਾ ਕਾਲ ਸੀ, ਕੋਈ ਕਰਮਾਂ ਵਾਲਾ ਖੁਸ਼ਹਾਲ ਸੀ। ਉਸ ਵੇਲੇ ਦੀ ਸਰਕਾਰ ਨੇ ਇਹ ਹਾਕਮ ਸਾਂਦਲਵਾਰ ਨੇ ਲੋਕਾਂ ਦੀ ਗੱਲ ਨੂੰ ਸੁਣ ਲਿਆ, ਸ਼ਾਇਦ ਲੈਲਪੁਰ ਦਾ ਚੁਣ ਲਿਆ। ਹਾਂਜੀ, ਉਹ ਵਾਹੀ ਬੀਜੀ ਵਾਸਤੇ, ਲੋਕਾਂ ਨਾਲ ਨੇਕੀ ਵਾਸਤੇ, ਕੁਝ ਇਲਮ ਦੇ ਸਿਖਲਾਉਣ ਲਈ, ਮੁੰਡਿਆਂ ਦੇ ਪੜ੍ਹਨ ਪੜ੍ਹਾਉਣ ਲਈ ਕਾਰਜ ਵੱਡਾ ਬਣਵਾਇਆ। ਅਮਲੇ ਲਈ ਕੁਝ ਹੋਰ ਸੀ, ਨਾ ਰੌਲਾ ਸੀ, ਨਾ ਸ਼ੋਰ ਸੀ, ਨਾ ਕੋਈ ਦਿਲ ਵਿੱਚ ਚੋਰ ਸੀ। ਉਹ ਕਿੱਡਾ ਸੋਹਣਾ ਦੌਰ ਸੀ। ਉਹ ਸੱਚੀਆਂ ਸਨ ਯਾਰੀਆਂ, ਉਹ ਸੁੱਚੀਆਂ ਦਿਲਦਾਰੀਆਂ। ਜਦੋਂ ਯਾਰ ਉਹ ਦਿਨ ਨਹੀਂ ਆਉਂਦੇ ਵਿੱਚ ਅੱਖੀਆਂ ਹੰਝੂ ਪਾਉਂਦੇ। ਗੁਰਦੁਆਰੇ ਦੀ ਬੁਨਿਆਦ ਮੇਰੇ ਕੋਲ ਰਖਾਈ। ਵਾਹ ਜੀ, ਗੁਰਦੁਆਰੇ ਦੀ ਬੁਨਿਆਦ ਮੇਰੇ ਕੋਲ ਰਖਵਾਈ। ਫਿਰ ਇਹਨਾਂ ਹੀ ਨਹੀਂ ਕੀਤਾ। ਮੈਂ ਆ ਗਿਆ ਤੇ ਉੱਥੇ ਮੇਰੇ ਨਾਂ ਦਾ ਪੱਥਰ ਲਾਤਾ ਔਰ ਉਹਦੇ ਇਹ ਲਿਖਿਆ ਹੋਇਆ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੁਨਿਆਦ ਮੀਆਂ ਮੀਰ ਸਾਹਿਬ ਨੇ ਰੱਖੀ ਸੀ। ਇਹ ਲਿਖ ਕੇ ਅੱਗੇ ਲਿਖਿਆ, ਅਸੀਂ ਇਸ ਗੁਰਦੁਆਰੇ ਦੀ ਬੁਨਿਆਦ ਇਸ ਬੰਦੇ ਕੋਲ ਰਖਾ ਰਹੇ ਹਾਂ ਕਿ ਇਹਦੀ ਬੜੀ ਕਦਰ ਹੈ ਸਾਡੇ ਦਿਲਾਂ ਦੇ ਵਿੱਚ। ਉਹ ਜ਼ਮਾਨਾ ਇੱਕ ਸੀ ਕਿ ਪਿੰਡ ਦੀ ਧੀ ਜਿਹੜੀ ਸੀ ਨਾ, ਉਹਨੂੰ ਸਾਰੇ ਪਿੰਡ ਦੀ ਧੀ ਕਹਿੰਦੇ ਸਨ। ਪਿੰਡ ਦਾ ਪੁੱਤਰ ਜਿਹੜਾ ਹੁੰਦਾ ਸੀ ਉਹਨੂੰ ਪਿੰਡ ਦਾ ਪੁੱਤਰ ਕਹਿੰਦੇ ਹਨ। ਲਾਲਪੁਰ ਦੇ ਵਿੱਚ ਜਿਸ ਵੇਲੇ ਸਬੂਰ ਸਿੰਘ ਨੇ ਕੋਠੀ ਬਣਾਈ ਹੈ ਨਾ, ਇਹ ਨੰਬਰ 1 ਕੋਠੀ ਸੀ। ਫਿਰ ਸਬੂਰ ਸਿੰਘ ਦੀ ਲੜਕੀ ਦੀ ਸ਼ਾਦੀ ਸੀ। ਮਹਾਰਾਜਾ ਪਟਿਆਲਾ ਜਿਹੜਾ ਸੀ ਨਾ, ਉਹਦਾ ਕੋਈ ਬੇਟਾ ਇੱਥੇ ਵਿਆਹਣ ਆਇਆ ਸੀ। ਇੱਥੇ ਬੜੀ ਰੌਣਕ ਰਹੀ। ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਹਰਬੰਸ ਸਿੰਘ ਦਾ ਮੁੰਡਾ ਜਿਹੜਾ ਹੈ ਉਹ ਫੇਲ ਹੋ ਜਾਂਦਾ ਹੈ ਤੇ ਬਜ਼ੁਰਗ ਪੜ੍ਹਾਈ 'ਚ ਲਾਇਕ ਹੁੰਦੇ ਨੇ। ਤੇ ਕੀ ਹੁੰਦਾ ਹੈ ਕਿ ਹਰਬੰਸ ਸਿੰਘ ਇਹਨਾਂ ਨੂੰ ਗਿਫਟ ਦੇ ਤੌਰ ਤੇ ਸਾਈਕਲ ਲੈ ਦਿੰਦੇ। ਮੈਂ ਇਹਨਾਂ ਦੀ ਹੱਦ ਮੁੱਕੀ। ਸਾਈਕਲ ਤੇ ਬਜ਼ੁਰਗ ਜਾਂਦੇ ਆ ਤੇ PhD ਕਰ ਜਾਂਦੇ ਆ। ਦੁਨੀਆ ਦਾ ਕੋਈ ਮੁਲਕ ਨਹੀਂ ਛੱਡਿਆ। ਇਹ ਪਿਆਰ ਇਹ ਵੇਖੋ, ਸਾਰੇ ਤਮਗੇ ਇਹਨਾਂ ਦੇ, ਕਿਤਾਬਾਂ ਇਹਨਾਂ ਦੀਆਂ, ਯਾਦਾਂ ਇਹਨਾਂ ਦੀਆਂ। ਇਹ ਗੱਲ ਮੈਂ ਇੱਥੇ ਕਈ ਵਾਰ ਕੀਤੀ। ਆਓ ਮਿਲ ਕੇ ਇਹਨੂੰ ਦੁਹਰਾ ਦਈਏ। ਅਸੀਂ ਚੰਗੇ ਗੁਆਂਢੀਆਂ ਵਾਂਗ ਰਹੀਏ, ਝਗੜੇ ਅਗਲੇ ਦੇ ਪਿਛਲੇ ਮੁਕਾ ਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰ ਦੇ ਨਾਲ ਤੇ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਇੱਕ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੇ ਸਾਡੇ ਅਨਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਰਹਿ ਚੁੱਕੇ ਨੇ, ਜਿਨ੍ਹਾਂ ਨੇ ਪੁਰਾਣੀਆਂ ਉਹ ਸਾਂਝਾਂ ਵੇਖੀਆਂ, ਆਪਸ ਦੇ ਵਿੱਚ ਜਿਹੜਾ ਸਾਡਾ ਭਾਈਚਾਰਾ ਸੀ ਉਹ ਵੇਖਿਆ, ਫਿਰ 47 ਦੇ ਵਿੱਚ ਜਿਹੜੀ ਵੰਡ ਹੋਈ ਹੈ ਉਹ ਵੀ ਵੇਖੀ। ਔਰ ਇਹਨਾਂ ਹੀ ਲੋਕਾਂ ਨੂੰ ਲੱਭਦੇ ਲੱਭਦੇ ਕੁਝ ਸਾਨੂੰ ਐਸੇ ਲੋਕ ਮਿਲ ਜਾਂਦੇ ਨੇ ਜਾਂ ਕੁਝ ਸਾਡੇ ਵੇਖਣ ਵਾਲੇ ਸਰੋਤੇ ਸਾਡੀ ਮਦਦ ਕਰ ਦਿੰਦੇ ਨੇ ਉਹਨਾਂ ਲੋਕਾਂ ਤੱਕ ਪਹੁੰਚਣ ਲਈ ਜੋ ਬੜੇ ਨਾਮੀ ਗ੍ਰਾਮੀ ਹੁੰਦੇ ਨੇ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਐਫਰਟ ਦੇ ਵਿੱਚ ਗੁਜ਼ਾਰੀ ਹੁੰਦੀ ਹੈ, ਕੋਸ਼ਿਸ਼ਾਂ ਦੇ ਵਿੱਚ ਗੁਜ਼ਾਰੀ ਹੁੰਦੀ ਹੈ। ਮੈਂ ਦੱਸਦਾ ਜਾਵਾਂ ਕਿ ਬੀਬੀ ਪਰਮਿੰਦਰ ਕੌਰ ਨੇ ਸਿੱਖ ਫਿਲਾਸਫੀ ਪੜ੍ਹਾਉਂਦੇ ਨੇ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਤੇ ਉਹਨਾਂ ਨੇ ਮੈਨੂੰ ਇਹਨਾਂ ਬਜ਼ੁਰਗਾਂ ਬਾਰੇ ਦੱਸਿਆ ਤੇ ਮੈਨੂੰ ਪਤਾ ਲੱਗਾ ਕਿ ਇਹਨਾਂ ਬਜ਼ੁਰਗਾਂ ਨੇ 1945 ਦੇ ਵਿੱਚ BSc
ਕੀਤੀ ਸੀ ਲਾਇਲਪੁਰ ਐਗਰੀਕਲਚਰ ਯੂਨੀਵਰਸਿਟੀ ਤੋਂ। ਸੋ ਇਹਨਾਂ ਕੋਲ ਜਿੱਥੇ ਆਪਾਂ ਪੁਰਾਣਾ ਵਸੇ ਪੁੱਛਾਂਗੇ ਉੱਥੇ ਨਸਾਬ ਬਾਰੇ ਵੀ ਗੱਲਬਾਤ ਕਰਾਂਗੇ ਔਰ ਨਾਲ ਦੇ ਨਾਲ ਕਿਹੜੇ ਥਾਂ ਤੇ ਗਏ ਔਰ ਫਿਰ ਕਿਸ ਤਰ੍ਹਾਂ ਇਹਨਾਂ ਨੇ BSc ਤੋਂ ਬਾਅਦ MSc ਔਰ PhD ਉਸ ਦੌਰ ਦੇ ਵਿੱਚ ਕੀਤੀ। ਸੋ ਸਾਰਾ ਕੁਝ ਇਹਨਾਂ ਕੋਲ ਪੁੱਛਾਂਗੇ। ਬਜ਼ੁਰਗੋ ਕੀ ਹਾਲ ਚਾਲ ਤੁਹਾਡਾ? ਹਾਂਜੀ ਠੀਕ ਠਾਕ ਹੋ? ਮੈਂ ਕਿਹਾ ਬੜਾ ਠੀਕ ਹੈ ਜੀ, ਰੱਬ ਦਾ ਸ਼ੁਕਰ ਹੈ ਜੀ ਬੜਾ ਤੁਹਾਨੂੰ ਕਿ ਹੋਰ ਕੁਝ ਹੋਈ ਹੈ। ਨਾਂ ਕੀ ਤੁਹਾਡਾ? ਮੇਰਾ ਨਾਮ ਅਬਦੁਲ ਕਯੂਮ ਹੈ ਜੀ। ਅਬਦੁਲ ਕਯੂਮ। ਤੁਹਾਡੇ ਵਾਲਿਦ ਮੁਹਤਰਮ ਦਾ ਨਾਮ? ਮੁਹੰਮਦ ਇਬਰਾਹੀਮ ਜੀ ਉਹਨਾਂ ਦਾ ਨਾਮ। ਮੁਹੰਮਦ ਇਬਰਾਹੀਮ। ਦਾਦਾ ਜੀ ਦਾ ਨਾਮ ਯਾਦ ਆ? ਹਾਂਜੀ ਦਾਦਾ ਜੀ ਦਾ ਨਾਮ ਯਾਦ ਹੈ ਤੁਹਾਡੇ? ਦਾਦਾ ਜੀ ਦਾ ਨਾਮ ਅਬਦੁੱਲਾ ਸੀ। ਅਬਦੁੱਲਾ ਸੀ। ਅੱਛਾ ਬਜ਼ੁਰਗੋ, ਤੁਹਾਡਾ ਜਨਮ ਕਿੱਥੇ ਹੋਇਆ ਹੈ? ਪੈਦਾ ਕਿੱਥੇ ਹੋਏ? ਮੈਂ ਪੈਦਾ ਹੋਇਆ ਇੱਥੇ ਹੀ ਫੈਸਲਾਬਾਦ ਦੇ ਵਿੱਚ ਹੀ। ਜਿੱਥੇ ਆਪਾਂ ਬੈਠੇ ਆ ਇਹ ਮਤਲਬ ਇਹ ਮੈਂ ਅਰਜ਼ ਕਰਨਾ, ਇਹ ਚੱਕ ਸੀ ਜੀਵਨ ਸਿੰਘ ਵਾਲਾ। ਚੱਕ ਜੀਵਨ ਸਿੰਘ ਵਾਲਾ 213 ਇਹ ਨਾਲ ਹੀ ਹੈ। ਅੱਛਾ ਜੰਗਲ ਸਿੰਘ ਵਾਲਾ ਤੇ 213। ਮੇਰੇ ਵਾਲਿਦ ਸਾਹਿਬ ਉੱਥੋਂ ਆ ਗਏ ਸਨ ਸਿਆਲਕੋਟੋਂ। ਅੱਛਾ ਇੱਥੇ ਆ ਕੇ ਤੇ ਸ਼ਹਿਰ ਅਜੇ ਵਸਦਾ ਸੀ ਪਿਆ ਕਿ ਉਸ ਵੇਲੇ ਇੱਥੇ ਆ ਕੇ ਜਵਾਨੀ ਦੇ ਦੌਰ ਵਿੱਚ। ਅੱਛਾ ਇਸ ਪਿੰਡ ਦੇ ਵਿੱਚ ਉਹਨਾਂ ਨੇ ਜ਼ਮੀਨ ਤੇ ਸਰਦਾਰਾਂ ਦੀ ਸੀ, ਪਰ ਉਹਨਾਂ ਨੇ ਕੋਈ ਠੇਕੇ ਤੇ ਲੈ ਕੇ ਨਾ ਤੇ ਵਾਹੀ ਸ਼ੁਰੂ ਕਰ ਦਿੱਤੀ ਸੀ। ਸਹੀ ਹੋ ਗਿਆ। ਠੇਕੇ ਤੇ ਲੈ ਕੇ 5-10 ਬਾੜੀਆਂ। ਮੈਂ ਜਦੋਂ ਮੁੰਡਾ ਸੀ ਨਾ 10-15 ਸਾਲ ਦਾ, ਤੇ ਮੈਂ ਉਹ ਖੇਤਾਂ ਜਾਂਦਾ ਖਰਬੂਜ਼ੇ ਤੇ ਕਪਾਹ, ਤੇ ਮੇਰੀ ਵਾਲਦਾ ਮਰੂਮਾ ਜਿਹੜੀ ਸੀ ਨਾ ਉਹ ਲੈ ਕੇ ਚੋਣੀਆਂ ਨੂੰ ਕਪਾਹ ਚੋਣਦੀ ਉੱਥੇ ਜਾਂਦੀ। ਅੱਛਾ ਸਹੀ ਹੋ ਗਿਆ। ਉਹ ਐਸੀ ਮੈਂ ਪੈਦਾ ਇਸ ਚੱਕ 'ਚ ਹੋਇਆ। ਸਹੀ ਹੋ ਗਿਆ। 213 ਚ 212 ਘੰਟਾ ਘਰ ਜਿਹੜਾ ਹੈ ਉਹ 212 ਦੇ ਵਿੱਚ ਹੈ ਨਾ? 213 'ਚ ਮੈਂ ਪੈਦਾ ਹੋਇਆ ਨਾ। ਤੇ ਇਹ ਖਾਲਸਾ ਕਾਲਜ ਜਿਹੜਾ ਸੀ ਨਾ ਉਸ ਵੇਲੇ ਇਹ ਕੈਮ ਸੀ, ਖਾਲਸਾ ਕਾਲਜ ਸੀ। ਅੱਛਾ ਖਾਲਸਾ ਕਾਲਜ ਹੈ ਸੀ, ਇਹ ਕੈਮ ਸੀ ਉਸ ਵੇਲੇ। ਅੱਛਾ ਮੈਂ ਖਾਲਸਾ ਕਾਲਜ ਬਾਰੇ ਵੀ ਆਨਾ। ਤੁਸੀਂ ਪਹਿਲੇ ਮੈਨੂੰ ਇਹ ਦੱਸੋ ਕਿ ਜਿਹੜਾ ਤੁਹਾਡਾ 213 ਸੀ ਇਹਦੇ ਵਿੱਚ ਜਿਹੜੇ ਸਿੱਖ ਹੈਗੇ ਸੀ? ਇਹ ਸਿੱਖ ਮਾਲਕ ਸਨ 5 ਮਰਬੇ। ਸਰਦਾਰ ਜੀਵਨ ਸਿੰਘ ਦਾ ਮਾਲਕ ਸੀ। ਅੱਛਾ ਫਿਰ ਇੱਥੇ ਜਿਹੜੇ ਸਨ 4-5 ਹੋਰ ਸਰਦਾਰ, ਉਹਨਾਂ ਦੀ ਜ਼ਮੀਨ ਸੀ। 5 ਮਰਬੇ ਸਨ ਪੂਰੇ। ਕੋਈ ਉਹਨਾਂ ਦੇ ਨਾਮ ਤੁਹਾਨੂੰ ਯਾਦ ਹੋਣ? ਹਾਂ ਮੈਨੂੰ ਨਾਂ ਯਾਦ ਨਹੀਂ ਸੀ ਉਹਨਾਂ ਦਾ। ਕੀ ਨਾਮ? ਸਰਦਾਰ ਵਧਾਵਾ ਸਿੰਘ ਸੀ। ਸਰਦਾਰ ਵਧਾਵਾ ਸਿੰਘ ਹੋ ਗਿਆ। ਸਰਦਾਰ ਵਧਾਵਾ ਸਿੰਘ। ਉਹਦੇ ਬਾਅਦ ਸਰਦਾਰ ਵੀਰ ਸਿੰਘ ਸੀ। ਵੀਰ ਸਿੰਘ ਹੋ ਗਿਆ। ਫਿਰ ਇੱਕ ਸਰਦਾਰ ਜੀਵਨ ਸਿੰਘ ਦੇ ਵੱਡਾ ਸਰਦਾਰ ਸੀ। ਅੱਛਾ ਜਿਹੜਾ ਮਾਲਕ ਸੀ ਬਹੁਤਿਆਂ ਮਰਬਿਆਂ ਦਾ, ਉਹ ਉਸ ਪਿੰਡ ਦਾ ਲੰਬੜਦਾਰ ਸੀ। ਅੱਛਾ ਇਸ ਤਰ੍ਹਾਂ ਦੀ ਉਸ ਜ਼ਮਾਨੇ ਵਿੱਚ ਇਹ ਜਿਹੜਾ ਸੀ ਨਾ ਇਹ ਸਾਡਾ ਚੱਕ 213 ਜੀ, ਇਹਦੇ 'ਚ ਬਹੁਤ ਹੀ ਇਹ ਜਿਹੜਾ ਸਰਦਾਰ ਜੀਵਨ ਸਿੰਘ ਸੀ ਇਹਦੇ 3 ਪੁੱਤਰ ਸਨ। ਅੱਛਾ ਇੱਕ ਉਦੋਂ ਜਿਹੜਾ ਅਸਿਸਟੈਂਟ ਕਮਿਸ਼ਨਰ ਹੋ ਗਿਆ ਸੀ। ਇੱਕ ਫੌਜ ਵਿੱਚ ਚਲਾ ਗਿਆ ਸੀ। ਅੱਛਾ ਤੇ ਇੱਕ ਜਿਹੜਾ ਸੀ ਉਹ ਵਕੀਲ ਬਣ ਗਿਆ ਸੀ। ਇਹਦੀਆਂ 3 ਧੀਆਂ ਸਨ ਤੇ ਤਿੰਨੇ ਹੀ ਪੜ੍ਹੀਆਂ ਲਿਖੀਆਂ ਵਾ, ਹੰਸੋ ਤੇ ਬਣਸੋ। ਮੈਂ ਹੰਸੋ ਤੇ ਮੈਂ ਜੋ 10ਵੀਂ ਨਾਲ ਹੀ ਪੜ੍ਹਦਾ ਤਾ, ਉਹ BA ਕਰ ਚੁੱਕੀਆਂ ਹੋਈਆਂ ਸਨ, BA ਗਵਰਨਮੈਂਟ ਕਾਲਜ ਤੋਂ। ਮੈਂ ਪੜ੍ਹਿਆ ਲਿਖਿਆ। ਬਜ਼ੁਰਗੋ ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ? ਮੇਰੀ ਉਮਰ ਇਸ ਵੇਲੇ 96 ਸਾਲ ਜਾ ਰਹੀ ਹੈ। 96 ਸਾਲ ਜਾ ਰਿਹਾ ਹੈ, ਮਾਸ਼ਾਅੱਲਾ। ਤੇ ਮਤਲਬ ਉਦੋਂ ਤੁਸੀਂ 21-22 ਸਾਲ ਦੇ ਹੈ ਸੀ? ਬੜਾ ਸ਼ੁਕਰ ਹੈ। 1925 ਚ ਮੈਂ ਪੈਦਾ ਹੋਇਆ। ਮਤਲਬ ਕਿ 80 ਸਾਲ ਪੁਰਾਣੀ ਗੱਲ। ਮੈਂ 80 ਸਾਲ ਪੁਰਾਣੀਆਂ ਗੱਲਾਂ ਤੁਹਾਨੂੰ ਯਾਦ ਆ ਉਹਨਾਂ ਲੋਕਾਂ ਦਾ? ਸਭ ਯਾਦ ਨੇ, ਇੱਕ ਮਿੰਟ ਦੀ ਗੱਲ ਯਾਦ ਹੈ ਮੈਨੂੰ। ਆਮ ਲੱਗਦਾ ਜਿਵੇਂ ਕੱਲ੍ਹ ਤੇ ਅਸੀਂ ਇਕੱਠੇ ਖੇਡਦੇ ਹੁੰਦੇ ਸਾਂ, ਜਾਂ ਉਹਨਾਂ ਨੂੰ ਸਲਾਮਾ ਕਰਦੇ ਹੁੰਦੇ ਜਾਂ ਸਾਨੂੰ ਉਹ ਪੁੱਤਰਾ ਇੱਧਰ ਆਓ ਇਹ ਕਰਦੇ ਹੁੰਦੇ ਕੱਲ੍ਹ ਦੀਆਂ। ਜੀਵਨ ਸਿੰਘ ਵਾਲੇ 'ਚ ਤੁਹਾਡਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ? ਤੁਹਾਡੇ ਯਾਰ ਮਿੱਤਰ ਗਮੀਆਂ ਤੇ ਖੁਸ਼ੀਆਂ ਤੇ ਕਿੱਦਾਂ ਇਕੱਠੇ ਹੁੰਦੇ ਸੀ? ਮੈਂ ਤੁਹਾਨੂੰ ਇਹ ਗੱਲਾਂ ਅਕਸਰ ਅੱਜ ਵੀ ਕਰਦਾ ਹਾਂ। ਉਤੋਂ ਨਿਕਲਿਆ ਇੱਕ ਮੇਰਾ ਦੋਸਤ ਹੈ ਪ੍ਰੋਫੈਸਰ ਇੱਥੇ, ਉਹਦੇ ਖਲੋਤੇ। ਮੈਂ ਕਿਹਾ ਜੀ ਗੱਲਾਂ ਪੁਰਾਣੀਆਂ ਚੜੀਆਂ ਗਈਆਂ, ਹੁਣ ਨਾ ਕੋਈ ਯਾਰ ਰਿਹਾ, ਨਾ ਕੋਈ ਮਿੱਤਰ ਰਿਹਾ, ਨਾ ਕੋਈ ਪਿੰਡ ਰਿਹਾ, ਨਾ ਕੋਈ ਕਹਾਣੀਆਂ ਰਹੀਆਂ। ਮੈਂ ਕਿਹਾ ਸਾਡੇ ਵਿਆਹ ਹੁੰਦਾ ਸੀ ਇਸ ਪਿੰਡ ਦੇ ਵਿੱਚ, ਕਿਸੇ ਹਿੰਦੂ ਦਾ, ਆਪਣੇ ਮੁਸਲਮਾਨ ਦਾ ਹੋਵੇ, ਕਿਸੇ ਗਰੀਬ ਸਰਦਾਰਾਂ ਦਾ ਹੋਵੇ ਜਾਂ ਕਿਸੇ ਹੋਰ ਦਾ ਹੋਵੇ, ਉਹ ਉਸ ਵੇਲੇ ਜੰਝ ਜਿਹੜੀ ਸੀ ਨਾ ਉਹਨੂੰ ਡੱਕ ਲੈਂਦੇ ਹਨ, ਆਂਦੇ ਨਾ ਸਾਡੇ ਰੋਟੀ ਖਾ ਕੇ ਜਾਊਗੀ। ਸਾਰੇ ਬਿਸਰੇ ਉਸ ਪਿੰਡ 'ਚੋਂ ਮੰਜੀਆਂ ਬਿਸਰੇ ਇਕੱਠੇ ਕਰ ਲੈਂਦੇ ਸਨ। ਉਹ ਜ਼ਮਾਨਾ ਇੱਕ ਸੀ ਜਿਵੇਂ ਪਿੰਡ ਦੀ ਧੀ ਜਿਹੜੀ ਸੀ ਨਾ ਉਹਨੂੰ ਸਾਰੇ ਪਿੰਡ ਦੀ ਧੀ ਕਹਿੰਦੇ ਸਨ। ਪਿੰਡ ਦਾ ਪੁੱਤਰ ਜਿਹੜਾ ਹੁੰਦਾ ਸੀ ਉਹਨੂੰ ਪਿੰਡ ਦਾ ਪੁੱਤਰ ਕਹਿੰਦੇ ਹਨ। ਮੈਨੂੰ ਮੈਂ ਇੱਕ ਆਪਣੀ ਗੱਲ ਦੱਸਣ ਲੱਗਾ। ਮੈਂ ਇਸ ਪਿੰਡ 'ਚੋਂ ਬਹੁਤ ਲਾਇਕ ਸਾਂ। ਅੱਛਾ ਮੈਂ ਤੁਹਾਨੂੰ ਜਿਹੜੀ ਹੁਣ ਦੱਸਣ ਲੱਗਾ ਜੀ ਇਸ ਪਿੰਡ 'ਚੋਂ ਬਹੁਤ ਲਾਇਕ ਸਾਂ। ਤੇ ਮੇਰੇ ਵਾਲਿਦ ਸਾਹਿਬ ਤੇ ਏਡੇ ਅਮੀਰ ਨਹੀਂ ਸਨ। ਅਸੀਂ ਤਾਂ ਵਾਹੀ ਬੇਜੀ ਕਰਦੇ ਹਨ ਆਪਣੇ ਲੈ ਕੇ ਠੇਕੇ 'ਤੇ। ਤੇ ਜਿਹੜੇ ਵਿੱਚ ਇੱਕ ਸਰਦਾਰ
ਇੱਥੇ ਇੱਕ ਸਰਦਾਰ ਸਾਹਿਬ ਸਨ, ਉਹਨਾਂ ਦਾ ਜਿਹੜਾ ਸੀ ਨਾ ਭਰਾ ਸਕਾ, ਉਹ 10ਵੀਂ 'ਚੋਂ ਫੇਲ ਹੋ ਗਿਆ ਇੱਥੋਂ। ਅਤੇ ਮੈਂ ਉਸ ਵੇਲੇ ਤੁਹਾਨੂੰ ਮੈਂ ਪਿਆਰ ਦੀਆਂ ਗੱਲਾਂ ਦੱਸਾਂ, ਉਹ ਮੈਨੂੰ ਕਹਿਣ ਲੱਗੇ ਉਹ ਕਿਉਂ ਆਪ ਸਾਡਾ ਮੇਰਾ ਭਰਾ ਫੇਲ ਹੋ ਗਿਆ, ਤੂੰ ਮੋਨੀਟਰ ਹੈ, ਇਹਨੂੰ ਤੂੰ ਕੁਝ ਸਿਖਾਇਆ ਕਰ, ਪੜ੍ਹਾਇਆ ਕਰ। ਅਤੇ ਮੈਂ ਉਹਨੂੰ 10ਵੀਂ 'ਚ ਪੜ੍ਹਾਇਆ ਕੁਝ ਆਪਣੇ ਨਾਲ ਬਿਠਾ ਕੇ, ਉਹ ਪਾਸ ਹੋ ਗਿਆ। ਉਹ ਮੈਂ ਫਿਰ ਦਾਖਲ ਹੋ ਗਿਆ ਦਰਿਆਤੀ ਕਾਲਜ ਦੇ ਵਿੱਚ। ਹੁਣ ਜਿਹੜੀ ਗੱਲ ਤੁਹਾਨੂੰ ਅਗਲੀ ਦੱਸਣ ਵਾਲੀ ਹੈ, ਸਾਡੇ ਕੋਲ ਪੈਸੇ ਕੋਈ ਨਾ, ਮੈਂ ਸਾਈਕਲ ਲੈਣਾ ਸੀ। ਉਹ ਸਰਦਾਰ ਹਰਬੰਸ ਸਿੰਘ ਯਾਦ ਆ ਗਿਆ, ਸਰਦਾਰ ਹਰਬੰਸ ਸਿੰਘ ਨੇ ਨਾ ਉਹ 40 ਰੁਪਏ ਕੇ 42 ਦਿੱਤੇ ਤੇ ਮੈਂ ਸਾਈਕਲ ਲੈ ਲਿਆ। ਸਾਡੇ ਕੋਲ ਜੇ ਪੈਸੇ ਨੇ ਦਿੱਤੇ ਗਏ ਤੇ ਪਾਸ ਕਰ ਲਿਆ, ਜੇ ਉਹ ਤਨਖਾਹ ਮਿਲੀ ਤੇ ਮੈਂ ਆ ਗਿਆ ਜੀ ਆ ਪੈਸੇ। ਮੇਰੇ ਪਿਓ ਨੇ ਵਾਲਦ ਸਾਹਿਬ ਨੇ ਕਿਹਾ ਉਹ ਤੇ ਸਾਡਾ ਪੁੱਤਰ ਤੂੰ ਪੈਸੇ ਦੇ ਲਾਂਗੇ। ਕਿਆ ਬਾਤ! ਇਹ ਸੀ ਸਰ, ਕਿਆ ਬਾਤ! ਪਿੰਡ ਇੱਕ ਪਿੰਡ ਸੀ, ਪਿੰਡ ਦੇ ਧੀ ਉਸ ਮੈਂ ਕਦੇ ਯਾਦ ਕਰਨਾ ਨਾ, ਹੁਣ ਵੀ ਤੁਸੀਂ ਉਹ ਲੁਧਿਆਣੇ ਦੀ ਜਾਂ ਉਹਦੀ ਪਟਿਆਲੇ ਦੀ ਗੱਲ ਕੀਤੀ ਹੈ। ਮੈਂ ਤੁਹਾਨੂੰ ਇਹ ਦੱਸਣਾ ਬਈ ਮੈਨੂੰ ਜਦੋਂ ਮੈਂ ਲੁਧਿਆਣੇ ਜਾਂ ਪਟਿਆਲੇ ਜਾਂ ਚੰਡੀਗੜ੍ਹ ਜਾਂਦਾ ਹੁਣ ਵੀ ਹੁਣ ਵੀ ਉਹਦੀ ਦੀ ਗੱਲ ਨਹੀਂ ਕਿ ਇਹ ਮੇਰੇ ਕੋਲ ਫੋਟੋਆਂ ਨਹੀਂ ਖਿੱਚੀਆਂ ਹੋਈਆਂ, ਤੁਹਾਨੂੰ ਦਿਖਾਉਣਾ ਐਲਬਮ 'ਚ। ਪੜ੍ਹਿਆ ਮੇਰਾ ਐਲਬਮ ਸਰਦਾਰਾਂ ਦੀਆਂ ਫੋਟੋਆਂ ਦੂਜਿਆਂ ਨਾਲ। ਮੈਨੂੰ ਉਹ ਘਰ ਸੱਦਦੇ ਨੇ, ਘਰ। ਇੱਕ ਦਿਨ ਮੈਂ ਘਰ ਉੱਥੇ ਇੱਕ ਦਿਨ ਆਖਿਆ ਤੁਸੀਂ ਉਹ ਡੀਨ ਸੀ, ਉਹਨੇ ਆਖਿਆ ਸਾਡੇ ਘਰ ਆਉਣਾ। ਜਿਸ ਵੇਲੇ ਸਵੇਰ ਨਾਸ਼ਤਾ ਤੂੰ ਮੇਰੇ ਕੋਲ ਕਰਨਾ ਹੈ, ਜਿਹੜਾ ਸਵੇਰ ਦਾ ਹੈ ਨਾ ਨਾਸ਼ਤਾ, ਉਹਦੇ ਘਰ ਗਿਆ ਅਤੇ ਉਹ ਦਰਵਾਜ਼ੇ ਵਿੱਚ ਕੋਠੀ ਦਾ ਦਰਵਾਜ਼ਾ ਸੀ, ਉਹਦੇ ਜਿਹੜਾ ਉਹਨੇ ਆਖਿਆ ਇੱਥੇ ਖੜੋ ਜਾ ਜੀ। ਉਹਦੀ ਬੀਬੀ ਉਹ ਆਈ ਅੰਦਰੋਂ ਤੇਲ ਲੈ ਕੇ ਆਈ ਸਰੋਂ ਦਾ। ਉਹਨੇ ਤੇਲ ਉਸ ਦਰਵਾਜ਼ੇ ਦੇ ਅੱਗੇ ਡੋਲਿਆ ਅਤੇ ਹੁਣ ਕਿਹਾ ਤੁਸੀਂ ਅੰਦਰ ਆ ਜਾ। ਪੁਰਾਣੀ ਰਸਮ ਸਾਡੇ ਉਸ ਵੇਲੇ ਇਹ ਸੀ ਰਸਮ ਕਿ ਜਦੋਂ ਕੋਈ ਵੱਡਾ ਮਹਿਮਾਨ ਆਉਂਦਾ ਸੀ, ਜੇ ਇੱਜ਼ਤ ਕਰਨੀ ਹੁੰਦੀ ਸੀ ਦਰਵਾਜ਼ੇ ਨੂੰ ਖੁੱਲ੍ਹਾ ਕੇ ਤੇਲ ਲੈ ਕੇ ਅੰਦਰ ਡਾਲਦੇ। ਉਹ ਗੱਲਾਂ ਗਈਆਂ। ਹੁਣ ਤਾਂ ਕੋਈ ਨਾਲ ਦਾ ਕਿਸੇ ਨੂੰ ਨਹੀਂ ਜਾਣਦਾ। ਹੁਣ ਤਾਂ ਮੈਨੂੰ ਰੋਣਾ ਆਉਂਦਾ ਜਦੋਂ ਮੈਂ ਉੱਥੇ ਜਾਂਦਾ ਨਾ, ਤੁਸੀਂ ਹੈਰਾਨ ਹੋ ਗਏ ਕਿ ਮੈਂ ਉਹ ਆਦਮੀ ਹਾਂ। ਉੱਥੋਂ ਦੀ ਜਿੰਨੀ ਮੈਨੂੰ ਇੱਜ਼ਤ ਉੱਥੇ ਮਿਲਦੀ ਹੈ ਨਾ ਆਪਣੇ, ਤੁਸੀਂ ਹੈਰਾਨ ਹੋਵੋਗੇ ਕਿ SB ਲੁਧਿਆਣੇ ਲੱਗਾ ਸੀ, SB ਸ਼ਹਿਰ ਦਾ ਸੁਪਰਡੈਂਟ ਪੁਲਿਸ। ਉਹ ਉੱਥੇ ਫੰਕਸ਼ਨ ਸੀ ਅਤੇ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਇੱਥੇ ਜਿੱਥੇ ਰੈਸਟ ਉੱਥੇ ਇੱਥੇ ਨਹੀਂ ਰਹਿਣ ਦੇਣਾ। ਮੈਂ ਕਿਹਾ ਜੀ ਕਿੱਥੇ? ਤੂੰ ਮੇਰੇ ਘਰ ਚੱਲ। ਮੈਨੂੰ ਆਪਣੇ ਘਰ ਲੈ ਗਿਆ। ਕਿਆ ਬਾਤ! ਉਹ SB ਸੁਪਰਡੈਂਟ ਪੁਲਿਸ। ਮੈਨੂੰ ਡਰ ਵੀ ਲੱਗੇ ਯਾਰ ਮੈਂ ਕਿਤੇ ਫਸ ਨਾ ਜਾਵਾਂ ਮੈਨੂੰ। ਕਿਆ ਬਾਤ ਹੈ, ਕਿਆ ਬਾਤ! ਉਹਦੀ ਬੀਬੀ ਉਹ ਮੇਰੇ ਤੋਂ ਛੋਟੀ ਬੋਲਦਾ ਜੀ ਜੋ SB, ਉਹਦੀ ਬੀਬੀ ਮੈਨੂੰ ਇਹ ਭਾਈ ਜਾਨ ਤੁਸੀਂ ਕਿ ਹੁਣ ਵੀ ਮੈਂ ਇੱਥੇ ਜਾਂਦਾ ਨਾ, ਉਹ DIG ਹੋ ਗਿਆ ਹੈ ਅਤੇ ਹੁਣ ਵੀ ਮੈਨੂੰ ਇੰਨਾ ਹੀ ਸਮਝਦਾ ਜਿਹਨੇ ਮੇਰੇ ਵੱਡਾ ਭਰਾ ਆ ਗਿਆ ਅੱਜ ਵੀ। ਇੱਦਾਂ ਹੀ ਤੁਸੀਂ ਦੱਸੋ ਵੀ ਜਿੱਥੇ ਆ ਭੁੱਟੋ ਸਾਹਿਬ ਨੇ ਪਾਕਿਸਤਾਨ ਜਦੋਂ ਸਾਡੀ ਜੋ 65 ਦੀ ਜੰਗ ਹੋਈ ਹੈ ਅਤੇ ਉਸ ਗੌਰਮੈਂਟ ਹਾਊਸ 'ਚ ਬੇਨਜ਼ੀਰ ਨੇ ਅਤੇ ਇੰਦਰਾ ਗਾਂਧੀ ਨੇ ਜਿਹੜਾ ਉੱਥੇ ਸ਼ਿਮਲੇ ਸੁਲ੍ਹਾ ਕੀਤੀ, ਉਸ ਗਵਰਨਰ ਨੇ ਮੈਨੂੰ ਸੱਦਿਆ 4-5 ਸਾਲ ਪਹਿਲਾਂ ਦੀ ਗੱਲ ਹੈ। ਉਹ ਸ਼ਿਮਲੇ ਹਾਊਸ ਦੇ ਵਿੱਚ ਜਿੱਥੇ ਉਹ ਸੁਲ੍ਹਾ ਜਿੱਥੇ ਉਹ ਐਗਰੀਮੈਂਟ ਸਾਈਨ ਹੋਇਆ ਸੀ, ਉਸ ਗਵਰਨਰ ਹਾਊਸ ਵਿੱਚ ਮੈਂ ਰੋਟੀ ਖਾਧੀ, ਲੰਚ ਕੀਤਾ ਉੱਥੇ ਹੀ, ਉਸੇ ਜਿੱਥੇ ਉਹਦੇ ਉਹਨਾਂ ਨੇ ਭੁੱਟੋ ਨੇ ਅਤੇ ਇੰਦਰਾ ਗਾਂਧੀ ਨੇ ਤੁਸੀਂ ਉਹ ਮੈਂ ਕਹਿੰਦਾ ਹੁੰਦਾ ਕਿ ਉੱਥੇ ਕੋਈ ਨਹੀਂ ਗਿਆ ਸਿਵਾਏ ਮੇਰੇ, ਜਾਂ ਉਹ ਗਏ ਉਹਦੇ ਬਾਅਦ ਕੁਝ ਗਿਆ ਹੀ ਨਹੀਂ। ਮੈਨੂੰ ਇੰਨੀ ਇੱਜ਼ਤ ਮਿਲਦੀ ਹੈ ਉੱਥੇ ਜਿੱਥੇ ਤੁਸੀਂ ਆਜ਼ਾਦ, ਮੈਨੂੰ ਉਨੀ ਇੱਜ਼ਤ ਜਿੰਨੀ ਇੱਥੇ ਮਿਲਦੀ ਨਾ 10 ਗੁਣਾ ਉੱਥੇ ਮਿਲਦੀ। ਅੱਛਾ ਬਜ਼ੁਰਗੋ, ਮੈਨੂੰ ਤੁਸੀਂ ਥੋੜ੍ਹਾ ਆਪਣੇ ਬਾਰੇ ਦੱਸੋ ਕਿ ਤੁਸੀਂ ਫਿਰ ਅੱਗੇ ਕਿਸ ਤਰ੍ਹਾਂ ਪੜ੍ਹੇ? ਤੁਹਾਡੇ ਯਾਰ ਸੱਜਣ ਹੈ ਸੀ ਕੋਈ ਸਿੱਖਾਂ ਵਿੱਚੋਂ? ਕੋਈ ਦੋਸਤ ਹੈ ਸੀ ਤੁਹਾਡੇ? ਹਾਂਜੀ, ਸਿੱਖਾਂ ਜਾਂ ਹਿੰਦੂਆਂ ਦੇ ਵਿੱਚ ਕੋਈ ਤੁਹਾਡੇ ਦੋਸਤ? ਸਿੱਖਾਂ ਹਿੰਦੂਆਂ 'ਚ ਮੇਰੇ ਬਹੁਤ ਦੋਸਤ ਸਨ। ਕਿਹੜੇ ਸਨ? ਮੈਂ ਤੁਹਾਨੂੰ ਦੱਸਣਾ, ਆਹ ਫੋਟੋ ਪਈ ਆ ਉੱਥੇ, ਮੈਂ ਤੁਹਾਨੂੰ ਦੱਸਣਾ ਮੇਰੇ ਕੋਲ ਫੋਟੋ ਆਪਣੇ 47 ਤੋਂ ਪਹਿਲੇ ਦੀ ਫੋਟੋ ਹੈ। ਪਾਕਿਸਤਾਨ ਬਣਦੀ ਪਈ ਜਦੋਂ। ਅੱਛਾ, ਆਹ ਮੇਰੀਆਂ ਫੋਟੋ ਆਉਣ ਲੱਗੀ ਹੈ ਉਹ ਜਿਹੜੀ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ। ਅੱਛਾ, 1941 ਬੰਦਾ। ਅਸੀਂ ਇੰਨੇ ਯਾਰ ਬੇਲੀ ਗੂੜੇ ਸਾਂ ਕਿ ਉਹਨਾਂ ਦੇ ਪੁੱਤਰ ਮੇਰੀ, ਤੁਸੀਂ ਹੈਰਾਨ ਕੀ ਗੱਲਾਂ ਕਰ, ਮੈਨੂੰ ਤੁਸੀਂ ਇੱਕ ਐਸੀ ਗੱਲ ਯਾਦ ਕਰਾਤੀ, ਉਹ ਮਰ ਖਪ ਗਏ। ਮੇਰੇ ਸਾਰੇ ਦੋਸਤ ਜਿਹੜੇ ਹੈ ਨਾ ਮਰ ਖਪ, ਉਹਨੇ ਪੁੱਤਰ ਜਿਹੜੇ ਨਾ ਪੁੱਤਰ ਉਹਨਾਂ ਦੇ ਕੋਈ ਦਿੱਲੀ, ਕੋਈ ਆਗਰੇ, ਇੱਥੇ ਆਪਣੇ ਲੁਧਿਆਣੇ ਕੋ, ਉਹ ਮੈਨੂੰ ਮੈਂ ਜਦ ਮੈਂ ਤੁਹਾਨੂੰ ਦੱਸਣਾ, ਮੈਂ ਤੈਨੂੰ ਆ ਟੈਲੀਫੋਨ ਆ ਵੇਖ ਲਓ, ਆ ਵੇਖ ਲਓ ਸਾਡੀ ਫੋਟੋ। ਇਹ ਮੇਰੇ ਜਮਾਤੀ ਵੀ
ਆ ਜੀਵਨ ਸਿੰਘ ਖਲੋਤਾ ਹੈ, ਆਏ ਹਾਏ, ਇਹ ਮੇਰਾ ਜਮਾਤੀ ਸੀ। ਅੱਛਾ, ਇਹ ਮੇਰਾ ਟਿਊਟਰ ਸੀ। ਇਹਦੇ ਵਿੱਚ ਜਿੰਨੇ ਨੇ ਨਾ ਦੋਸਤ ਆ ਮੈਂ ਖਲੋਤਾ ਉਹਨੂੰ ਸੈਕੰਡਰੀ ਚ ਪੜ੍ਹਦਾ ਸਾਂ। ਵਾਹ ਜੀ ਵਾਹ, ਬੜੀ ਸੋਹਣੀ। ਤੁਸੀਂ ਅੰਦਾਜ਼ਾ ਕਰੋ ਕਿ ਅਸੀਂ ਇਹ ਜਿੰਨੇ ਦੋਸਤ ਯਾਰ ਸਾਂ, ਇਹ ਜੀਵਨ ਸਿੰਘ ਹੋਰ ਇਹਦੇ ਚ ਮੇਰੇ ਜਮਾਤੀ ਨੇ ਜਿਹੜੇ ਅਸੀਂ ਆ। ਅੱਜ ਇਹਨਾਂ ਦੇ ਪੁੱਤਰ ਵੀ ਆ ਜਿਹੜੇ ਨਾ, ਮੈਨੂੰ ਮੈਂ ਤੁਹਾਨੂੰ ਇੱਕ ਟੈਲੀਫੋਨ ਤੇ ਦੱਸਣਾ, ਉਦੋਂ ਹੀ ਸਮਝੋ ਜੇ। ਅੱਛਾ, ਮੇਰਾ ਟੈਲੀਫੋਨ ਮੈਂ ਤੁਹਾਨੂੰ ਦੱਸਦਾ ਜਾਵਾਂ, ਇਹ 1943 1944 1943 1944 ਦੀ ਇਹ ਫੋਟੋ ਹੈ ਜਦੋਂ ਇਹਨਾਂ ਨੇ BSc ਕੰਪਲੀਟ ਕੀਤੀ। 1941 ਦੀ ਜੀ। ਔਰ ਇਹ ਅਸੀਂ ਸੈਕੰਡਰੀ 'ਚ ਮੈਂ ਪੜ੍ਹਦਾ ਸਾਂ। ਇਹ ਉਹਦੀ ਫੋਟੋ ਹੈ। ਸਾਡੇ ਯਾਰ ਦੋਸਤ ਇਕੱਠੇ, ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਅਸੀਂ ਇਕੱਠੇ ਸਾਂ, ਭਰਾਵਾਂ ਵਾਂਗ ਰਹਿੰਦੇ ਸਾਂ। ਕੀ ਬਾਤ ਹੈ, ਇਹ ਤੁਹਾਡੀ ਬਹੁਤ ਖੂਬਸੂਰਤ ਯਾਦ ਹੈ। ਭਰਾਵਾਂ ਵਾਂਗ ਰਹਿੰਦੇ। ਹਾਂਜੀ, ਅੱਛਾ ਬਜ਼ੁਰਗੋ, ਹੁਣ ਇਹਨਾਂ ਦੇ ਜਿਹੜੇ ਪੁੱਤਰ ਵੀ ਨੇ ਨਾ, ਉਹ ਮੈਨੂੰ ਮੈਂ ਉਹ ਟੈਲੀਫੋਨ ਮੇਰਾ ਇੱਥੇ ਹੋਣਾ, ਉਹਨੇ ਤੁਹਾਨੂੰ ਦੱਸਣਾ ਜਿਹੜਾ ਕੱਲ ਵੀ ਆਈ। ਅੱਛਾ ਅੱਛਾ, ਉਹ ਟੈਲੀਫੋਨ ਜਿਹੜਾ ਉਹ ਤੇ ਮੈਨੂੰ ਚਾਚਾ ਜੀ ਲਿਖਦੇ ਨੇ। ਚਾਚਾ ਜੀ ਲਿਖਦੇ ਨੇ? ਅੱਛਾ ਜੀ। ਮੈਨੂੰ ਕਹਿੰਦੇ ਚਾਚਾ ਜੀ ਕੀ ਹਾਲ ਹੈ ਤੁਹਾਡਾ? ਆ ਕੱਲ ਪਰਸੋਂ ਦੇ ਮੈਂ ਤੈਨੂੰ ਟੈਲੀਫੋਨ ਦੱਸਣਾ, ਦੇਰ ਦੇ ਨਹੀਂ, ਕੱਲ ਪਰਸੋਂ ਦੇ। ਉਹ ਮੈਨੂੰ ਲਿਖਦਾ ਹੈ ਕਿ ਚਾਚਾ ਜੀ ਕੀ ਹਾਲ ਹੈ ਤੁਹਾਡਾ? ਚਾਚਾ ਜੀ ਅਸੀਂ ਤੁਹਾਨੂੰ ਯਾਦ ਕਰਨੇ। ਉਹਦਾ ਬਾਪ ਜਿਹੜਾ ਸੀ ਨਾ, ਮੈਂ 45 ਚ ਪਾਸ ਸੀਗਾ, ਉਹ ਮੇਰੇ ਨਾਲ 1 ਸਾਲ ਪਿੱਛੇ ਸੀ। ਅੱਛਾ, ਉਹ ਵਿਚਾਰਾ ਫੌਜ ਹੋ ਗਏ, ਸਾਰੇ ਮਰ ਗਏ। ਮੇਰੇ ਜਮਾਤੀ ਉੱਥੇ ਕੋਈ ਨਹੀਂ ਹੈ, ਕੋਈ ਮੇਰਾ ਇੱਕ ਜਮਾਤੀ ਵੀ ਉੱਥੇ, ਸਾਰੇ ਉੱਧਰ ਹੀ ਮਰ ਗਏ, ਇੱਧਰ ਹੀ ਮਰ ਗਏ। ਅੱਛਾ, ਉਹ ਇੱਥੇ ਇੱਧਰ ਇੱਕ ਬੰਦਾ ਹੈ, ਉਹ ਬਿਮਾਰ ਹੈ ਵਿਚਾਰਾ, 1940 ਦਾ ਗ੍ਰੈਜੂਏਟ ਹੈ। ਉਹ 100 ਤੇ ਉਹ 20 ਦੀ ਪੜ੍ਹਾਈ 18 ਦੀ, ਉਹ ਤਕਰੀਬਨ 103 ਸਾਲ ਦਾ ਹੋ ਗਿਆ। ਉਹ ਇਸਲਾਮਾਬਾਦ, ਉਹ ਬਿਮਾਰ ਹੈ। ਅੱਛਾ, ਉਧਰ ਇੱਕ ਬੰਦਾ ਜਿਹੜਾ ਹੈ ਨਾ, ਉਹ ਮੇਰੇ ਨਾਲ 2 ਸਾਲ ਲੱਗੇ ਸੀ, ਉਹ ਫੌਜ ਵਿੱਚ ਚਲਾ ਗਿਆ ਸੀ ਉੱਥੇ। ਅੱਛਾ, ਉਹਦਾ ਨਾਂ ਉਹਦੇ ਲਈ ਮੇਰੇ ਤਲਕਾਤ ਬੜੇ ਨੇ। ਉਹ ਇੱਥੇ ਮੈਂ ਉਹਨੂੰ ਸੱਦਿਆ ਸੀ। ਅੱਛਾ, ਇੱਥੇ ਸੱਦਿਆ ਉਹਦੀ ਬੀਵੀ ਨੂੰ ਤੇ ਉਹਨੂੰ, ਹੁਣ ਦਾ ਕੋਈ ਯਾਦ ਕਰਦਾ। ਉਹ ਉੱਥੇ ਚੰਡੀਗੜ੍ਹ ਹੈ, ਉਹ 에ਅਰ ਮਾਰਸ਼ਲ 에ਅਰ ਦੇ ਵਿੱਚ ਚਲਾ ਗਿਆ ਸੀ। ਤੇ ਉਹ ਇੱਥੇ ਉਹਨੂੰ ਮੈਂ ਸੱਦਿਆ, ਉਹਦੀ ਬੀਵੀ ਨੇ, ਤੇ ਉੱਥੇ ਵੀ 5-4 ਸਾਲ ਹੋਏ ਨੇ। ਉਹ ਹੁਣ ਤੱਕ ਉੱਥੇ ਮੈਂ ਕਈ ਵਾਰੀ ਫਿਰ ਗਿਆ, ਫਿਰ ਉੱਥੇ ਵੀ ਅਸੀਂ ਇਕੱਠੇ ਹੋਏ ਚੰਡੀਗੜ੍ਹ ਵੀ। ਤੇ ਇਹ ਤੁਹਾਨੂੰ ਦੱਸਣਾ ਕਿ ਇਹ ਇੱਕ ਬੰਦਾ ਉੱਥੇ ਜਿਹੜਾ ਹੈ ਨਾ ਮੇਰੇ ਸੀਨੀਅਰ ਹੈਗਾ। ਅੱਛਾ, ਇੱਧਰ ਵੀ ਇੱਕ ਬੰਦਾ ਸੀਨੀਅਰ ਹੈ, ਮੇਰਾ ਜਮਾਤੀ ਕੋਈ ਨਾ ਉੱਧਰ ਹੈ ਨਾ ਇੱਧਰ, ਮਤਲਬ 2 ਬੰਦੇ ਤੁਹਾਡੇ ਸੀਨੀਅਰ ਹੈਗੇ। ਅੱਛਾ ਬਜ਼ੁਰਗੋ, ਤੁਸੀਂ ਅੱਜ ਦੀਆਂ ਗੱਲਾਂ ਬੜੀਆਂ ਖੂਬਸੂਰਤ ਦੱਸ ਰਹੇ ਹੋ ਕਿ ਅੱਜ ਤੱਕ ਤੁਹਾਡੀ ਯਾਰੀ ਦੋਸਤੀ ਉੱਥੇ ਕਾਇਮ ਹੈ, ਬੜੀ ਕਾਇਮ। ਲੇਕਿਨ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ 47 ਦੀਆਂ ਪਹਿਲੇ ਗੱਲਾਂ ਦੱਸੋ। ਤੁਸੀਂ ਮੈਨੂੰ ਇਹ ਦੱਸੋ, BSc ਤੁਸੀਂ ਕਿੱਥੋਂ ਕੀਤੀ, MSc ਤੁਸੀਂ ਕਿੱਥੋਂ ਕੀਤੀ, PhD ਕਿੱਥੋਂ ਕੀਤੀ? BSc ਤੇ ਇੱਥੇ ਐਗਰੀਕਲਚਰ ਕਾਲਜ ਤੋਂ ਕੀਤੀ। ਅੱਛਾ, MSc ਵੀ ਐਗਰੀਕਲਚਰ ਕਾਲਜ ਤੋਂ ਕੀਤੀ। ਫਿਰ MSc ਮੈਂ ਅਮਰੀਕਨ ਯੂਨੀਵਰਸਿਟੀ ਬੈਰੂਤ ਤੋਂ ਫਿਰ ਦੁਬਾਰਾ ਜਾਏ ਕੀਤੀ। ਅੱਛਾ, ਫਿਰ ਮੈਂ PhD ਜਿਹੜੀ ਸੀ ਉਹ ਇੱਥੇ ਵੈਸਟ ਪਾਕਿਸਤਾਨ ਯੂਨੀਵਰਸਿਟੀ ਬਣ ਗਈ ਸੀ। ਉਦੋਂ 2 ਯੂਨੀਵਰਸਿਟੀਆਂ ਬਣੀਆਂ, ਅਯੂਬ ਖਾਨ ਨੇ ਬਣਾਈਆਂ 2 ਯੂਨੀਵਰਸਿਟੀਆਂ। ਇੱਕ ਦਾ ਨਾਂ ਰੱਖਿਆ ਵੈਸਟ ਪਾਕਿਸਤਾਨ ਯੂਨੀਵਰਸਿਟੀ ਤੇ ਇੱਕ ਦਾ ਨਾਂ ਰੱਖਿਆ ਈਸਟ ਪਾਕਿਸਤਾਨ ਯੂਨੀਵਰਸਿਟੀ। ਈਸਟ ਪਾਕਿਸਤਾਨ ਯੂਨੀਵਰਸਿਟੀ ਢਾਕੇ ਬਣੀ, ਮੈਮਨ ਸਿੰਘ ਬਣੀ, ਮੈਮਨ ਸਿੰਘ ਬਣੀ। ਉਹ ਕਿੱਥੇ? ਉਹ ਬੰਗਾਲ ਵਿੱਚ। ਅੱਛਾ, ਬੰਗਾਲ ਉਧਰ ਈਸਟ ਪਾਕਿਸਤਾਨ 'ਚ ਮੈਮਨ ਸਿੰਘ ਬਣੀ। ਉਧਰ ਇੱਕ ਬਣੀ ਜਿਹਦੇ ਬਣੀ, ਇਹ ਸਾਡਾ ਕਾਲਜ ਜਿਹੜਾ ਸੀ ਨਾ, ਜ਼ਰਾਇਤੀ ਕਾਲਜ, ਇਹਦਾ ਨਾਂ ਰੱਖ ਦਿੱਤਾ ਗਿਆ ਵੈਸਟ ਪਾਕਿਸਤਾਨ ਯੂਨੀਵਰਸਿਟੀ। ਇਹ 1960 ਦੇ ਵਿੱਚ ਬਣ ਗਈ। 1960 ਵਿੱਚ? 60 ਵਿੱਚ। ਅੱਛਾ, 60 ਵਿੱਚ ਬਣ ਗਈ। ਚੁਨਾਂਚੇ ਮੈਂ ਜਿਹੜੀ ਡਿਗਰੀ PhD ਲਈ ਨਾ, PhD ਉਹ ਇਸ ਯੂਨੀਵਰਸਿਟੀ ਜਿਹਦਾ ਨਾਂ ਵੈਸਟ ਪਾਕਿਸਤਾਨ ਯੂਨੀਵਰਸਿਟੀ ਸੀ, WPAU। ਮੇਰੀ ਡਿਗਰੀ ਦਾ ਨਾਂ ਜਿਹੜਾ ਹੈ ਨਾ, ਉਹ ਹੈ ਕਿ PhD WPAU। ਮੇਰੇ ਕਾਰਡ ਪਏ ਨੇ, ਉੱਥੋਂ ਲੈਂਗੇ। ਅੱਛਾ, ਉਹ ਤੁਹਾਨੂੰ ਮੈਂ ਉੱਤੇ ਜਿਹੜਾ ਕਾਰਡ ਹੈ ਨਾ, PhD ਮੈਂ ਇੱਥੋਂ ਕੱਢ ਲਈ। ਫਿਰ ਮੈਨੂੰ ਅਮਰੀਕਾ ਵਾਲਿਆਂ ਨੇ ਸੱਦ ਲਿਆ। ਅੱਛਾ, ਅਮਰੀਕਾ ਵਾਲਿਆਂ ਨੇ ਮੈਂ ਲਿਖਿਆ ਕਿ ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਮੈਨੂੰ ਵਿਜ਼ਿਟਿੰਗ ਲੈਕਚਰ ਲਈ ਵੀ ਸੱਦ ਲਿਆ, ਕੈਨੇਡਾ ਵਾਲਿਆਂ ਵੀ ਸੱਦ ਲਿਆ, ਜਰਮਨੀ ਵਾਲਿਆਂ ਵੀ ਸੱਦ ਲਿਆ। ਫਿਰ ਮੈਨੂੰ ਬੜਾ ਹੀ ਸੈਰ ਕਰਾਈ ਉਹਨੇ। ਤੁਸੀਂ ਅੰਦਾਜ਼ਾ ਕਰੋ ਕਿ ਇੰਗਲੈਂਡ ਦੇ ਵਿੱਚ ਮੈਂ 1953 ਚਲਾ ਗਿਆ। ਅੱਛਾ, ਇੰਗਲੈਂਡ ਦੇ ਵਿੱਚ ਮੈਂ 1953 ਚਲਾ ਗਿਆ। ਇੰਗਲੈਂਡ ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਦੇਖੀਆਂ। ਕੈਂਬਰਿਜ ਮੈਂ ਰਿਹਾ ਬਹੁਤਾ ਚਿਰ, ਕੈਂਬਰਿਜ। ਲੇਕਿਨ ਉਹਦੇ ਬਾਅਦ ਫਿਰ ਮੈਂ ਵਾਪਸ ਆ ਗਿਆ। ਵਾਪਸ ਆ ਕੇ ਇੱਥੇ ਮੈਨੂੰ ਅਸਿਸਟੈਂਟ ਪ੍ਰੋਫੈਸਰ ਲਾਤਾ ਗਿਆ। ਫਿਰ ਮੈਂ ਉਹਦੇ ਬਾਅਦ ਐਸੋਸੀਏਟ ਪ੍ਰੋਫੈਸਰ ਹੋ ਗਿਆ 1963 ਵਿੱਚ। ਅੱਛਾ, ਫਿਰ ਮੈਂ 1971 ਦੇ ਪ੍ਰੋਫੈਸਰ ਹੋ ਗਿਆ। ਜਦੋਂ ਅਮਰੀਕਾ ਨੂੰ ਪਤਾ ਲੱਗਾ ਨੇ ਤੇ ਪ੍ਰੋਫੈਸਰ ਦੇ ਕੰਮ ਹੀ ਨੇ ਆਹ ਕੀਤਾ, ਤੇ ਮੈਨੂੰ ਅਮਰੀਕਾ ਨੇ ਉੱਥੇ ਸੱਦ ਲਿਆ।
ਉੱਥੇ ਫਿਰ ਮੈਂ ਸਾਰਾ ਅਮਰੀਕਾ ਘੁੰਮਿਆ, ਹਰ ਥਾਂ ਮੈਨੂੰ ਲਈ ਫਿਰੇ। ਅੱਛਾ। ਯੂਨੀਵਰਸਿਟੀਆਂ 'ਚ ਸਾਰੀਆਂ ਜਿੰਨੀਆਂ ਨੇ ਨਾ ਅਮਰੀਕਾ ਦੀਆਂ, ਉਹ ਤੋਂ ਸ਼ੁਰੂ ਹੋਏ ਇੱਥੋਂ ਨਿਊਯਾਰਕ ਤੋਂ, ਤੇ ਉਹ ਸਾਨ ਫਰਾਂਸਿਸਕੋ ਕਿੱਥੇ ਦੂਜਾ ਗੱਲ, ਉਧਰੋਂ ਉੱਤੋਂ ਸ਼ੁਰੂ ਹੋਏ ਤੇ ਥੱਲੇ ਹੀ ਚਲੇ ਗਏ। ਮੈਂ ਇਹਨਾਂ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਲੈਕਚਰ ਦਿੱਤੇ ਕਿ ਜਿਹਦਾ ਹੱਦ ਹਿਸਾਬ ਹੀ ਨਹੀਂ। ਫਿਰ ਮੈਨੂੰ ਕਰੰਟ ਉੱਥੇ ਇਹ ਜਿਹੜੇ ਸਨ ਨਾ ਆਪਣਾ ਇਹ ਜਿਹੜਾ ਕੈਨੇਡਾ ਵਾਲੇ, ਉਹਨਾਂ ਨੂੰ ਪਤਾ ਲੱਗਾ। ਕੈਨੇਡਾ ਵਾਲਿਆਂ ਨੇ ਮੈਨੂੰ ਸੱਦ ਲਿਆ ਫਿਰ ਐਜ਼ ਲੈਕਚਰਰ ਕਿ ਇੱਥੇ ਆ ਕੇ ਸਾਨੂੰ ਲੈਕਚਰ ਦੇ। ਤੇ ਨਾਚੇ ਮੈਂ ਵੈਸਟਰਨ ਇੰਟੀਰੀਅਰ ਯੂਨੀਵਰਸਿਟੀ ਲੰਡਨ ਹੈ ਉੱਥੇ, ਜਿਹੜੀ ਇੱਥੋਂ ਟੋਰਾਂਟੋ ਤੋਂ ਕੋਈ ਤਕਰੀਬਨ 100 ਕਿਲੋਮੀਟਰ ਦੇ, ਉੱਥੇ ਮੈਨੂੰ ਸੱਦਿਆ ਗਿਆ। ਉਸ ਯੂਨੀਵਰਸਿਟੀ ਫਿਰ ਮੈਂ ਲੈਕਚਰ ਦਿੱਤੇ ਉੱਥੇ ਟੋਰਾਂਟੋ ਵਿੱਚ ਜਾ ਕੇ। ਕਿਆ ਬਾਤ ਹੈ। ਕੈਨੇਡਾ ਵਿੱਚ ਫਿਰ ਮੈਨੂੰ ਮੌਕਾ ਮਿਲਿਆ। ਫਿਰ ਮੈਨੂੰ ਕੀ ਕੀਤਾ ਉਹਨਾਂ ਨੇ, ਮੈਂ ਇੰਗਲੈਂਡ ਗਿਆ, ਇਹ 1985 ਦੀ ਗੱਲ। ਫਿਰ ਮੈਨੂੰ ਉੱਥੋਂ ਉਹਨਾਂ ਨੇ ਪੈਰਿਸ ਵਾਲਿਆਂ ਨੇ ਸੱਦ ਲਿਆ। ਫਿਰ ਮੈਂ ਪੈਰਿਸ ਚਲਾ ਗਿਆ। ਪੈਰਿਸ ਵਿੱਚ ਜਿਹੜੀ ਯੂਨੀਵਰਸਿਟੀ ਹੈ ਸਾਰਬਾਨ ਯੂਨੀਵਰਸਿਟੀ, ਉਹਦੇ ਵਿੱਚ ਰਿਹਾ। ਉੱਥੋਂ ਫਿਰ ਮੈਨੂੰ ਜਰਮਨੀ ਚਲਾ ਗਿਆ। ਜਰਮਨੀ ਦੇ ਵਿੱਚ ਫਿਰ ਮੈਂ ਫਰੈਂਕਫਰਟ ਤੇ ਜਿਹੜੀ ਸੀ ਦੂਜੀ ਯੂਨੀਵਰਸਿਟੀ ਬਾਨ ਯੂਨੀਵਰਸਿਟੀ 'ਚ ਰਿਹਾ। ਉੱਥੋਂ ਮੈਨੂੰ ਸਵਿਟਜ਼ਰਲੈਂਡ ਵਾਲਿਆਂ ਨੇ ਆਖਿਆ ਵੀ ਤੂੰ ਇੱਧਰ ਵੀ ਜਾ। ਫਿਰ ਮੈਂ ਸਵਿਟਜ਼ਰਲੈਂਡ ਚਲਾ ਗਿਆ। ਉੱਥੇ ਵੀ ਯੂਨੀਵਰਸਿਟੀਆਂ ਵੇਖੀਆਂ ਤੇ ਲੈਕਚਰ ਦਿੱਤੇ। ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਫਿਰ ਮੈਂ ਕਿੱਥੇ, ਫਿਰ ਉਹਦੇ ਬਾਅਦ ਆ ਈਰਾਨ ਤੇ ਉਰਦਨ ਤੇ ਇਹ ਜਿੰਨੇ ਜਿਹੜੇ ਕੰਟਰੀ ਨੇ ਸਾਰੇ ਇਹਨਾਂ 'ਚ ਰਿਹਾ। ਇੱਥੇ ਫਿਰ ਮੈਨੂੰ ਨਾਈਜੀਰੀਆ ਸੱਦ ਲਿਆ ਉਹਨਾਂ ਨੇ, ਨਾਈਜੀਰੀਆ ਰਿਹਾ। ਫਿਰ ਉੱਥੋਂ ਆ ਗਿਆ ਤੇ ਕੀਨੀਆ ਵਾਲਿਆਂ ਨੇ ਆਖਿਆ ਤੇ ਸਾਡੇ ਕੋਲ ਵੀ ਕੀਨੀਆ ਚਲਾ ਗਿਆ। ਫਿਰ ਮੈਂ ਈਜਿਪਟ ਮਿਸਰ ਚਲਾ ਗਿਆ। ਮਿਸਰ ਵਿੱਚ ਰਿਹਾ। ਉੱਥੇ ਪਾਸਪੋਰਟ ਹੈਗਾ, ਪਾਸਪੋਰਟ ਜ਼ਰਾ ਲਿਆਣਾ। ਮਿਸਰ ਵਿੱਚ ਲੈਕਚਰ ਦਿੱਤੇ। ਅੱਛਾ, ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਮੈਂ ਜਿੰਨੀ ਦੁਨੀਆ ਵੇਖੀ ਹੈ ਨਾ, ਇਹ ਬਹੁਤ ਘੱਟ। ਫਿਰ ਮੈਂ ਬੰਗਲਾਦੇਸ਼ ਉਧਰੋਂ ਚਲਾ ਗਿਆ, ਈਸਟ ਪਾਕਿਸਤਾਨ ਦੁਬਾਰਾ। ਉਹ ਈਸਟ ਪਾਕਿਸਤਾਨ ਜਾ ਕੇ ਫਿਰ ਮੈਮਨ ਸਿੰਘ ਤੇ ਇਹ ਜਿੰਨਾ ਇਲਾਕਾ ਸੀ ਕਿ ਉਹ ਸਿਲਟ, ਉੱਥੇ ਚਲਾ ਗਿਆ। ਮੈਨੂੰ ਲੋਕਾਂ ਨੇ ਇੰਨਾ ਸੱਦਿਆ ਜਿਦਾ ਸਾਹਿਬ। ਤੁਸੀਂ PhD ਕਾਹਦੇ 'ਚ ਕੀਤੀ ਸੀਗੀ? ਹਾਂਜੀ, PhD ਮੈਂ ਕਿਹਾ ਕਾਹਦੇ 'ਚ ਕੀਤੀ ਸੀ? PhD ਮੇਰੀ ਐਂਟੋਮੋਲੋਜੀ ਇੱਕ ਸਬਜੈਕਟ ਕੀੜੇ ਮਕੌੜਿਆਂ ਦਾ, ਮੇਰੀ ਇਹ ਸਬਜੈਕਟ ਵਿੱਚ PhD ਸੀ। ਔਰ ਉਹਦੇ ਵਿੱਚ ਜਿਹੜਾ ਕੋਈ ਸਪੈਸ਼ਲ ਸਬਜੈਕਟ ਸੀ ਉਹ ਸਟੋਰੇਜ ਸੀ। ਆ ਜਿਹੜੇ ਕਣਕਾਂ ਨੂੰ ਕੀੜੇ ਲੱਗਦੇ ਨੇ ਨਾ ਸਟੋਰਾਂ 'ਚ, ਆ ਜਿਵੇਂ ਲੱਗਦੀ ਹੈ ਸਿਉਂ ਲੱਗਦੀ ਆ, ਕੀੜੇ ਚੁਥੜੀ ਤੇ ਖਬਰਾਂ ਤੇ ਇਹਦੇ ਲੱਗਦੀ, ਇਹਦੇ ਮੇਰੇ ਸਪੈਸ਼ਲਾਈਜੇਸ਼ਨ ਸੀ। ਇਹਦੇ ਫਿਰ ਬੜੇ ਲੈਕਚਰ ਦੇ, ਕਿਤਾਬਾਂ ਵੀ ਲਿਖੀਆਂ। ਉਹ ਮੇਰੀਆਂ ਕਿਤਾਬਾਂ ਨੂੰ ਅਮਰੀਕਾ ਨੇ ਨਾ, ਜਿੰਨਾ ਇੱਥੋਂ ਜਾਂਦੇ ਹਨ ਪਾਕਿਸਤਾਨੀ, ਮੇਰੇ ਕੋਲ ਉਹਨਾਂ ਨੇ 100 ਕਿਤਾਬ ਖਰੀਦ ਲਈ ਅਮਰੀਕਨਾਂ ਨੇ। ਉਹ ਜਿਹੜੇ ਇੱਥੋਂ ਪਾਕਿਸਤਾਨੀ ਜਾਂਦੇ ਉਹਨੂੰ ਕਹਿੰਦੇ ਪਹਿਲਾਂ ਆਹ ਪੜ੍ਹੋ, ਫਿਰ ਤੁਹਾਨੂੰ ਅਸੀਂ ਟ੍ਰੇਨਿੰਗ ਦਿਆਂਗੇ। ਤੁਸੀਂ ਅੰਦਾਜ਼ਾ ਕਰੋ ਕਿ ਅਮਰੀਕਾ ਦੇ ਵਿੱਚ ਜਿਹੜੇ ਮੁੰਡੇ ਸਾਡੇ ਪਾਕਿਸਤਾਨ 'ਚ ਪੜ੍ਹਨ ਜਾਂਦੇ ਹਨ ਨਾ, ਅਮਰੀਕਨਾਂ ਨੇ ਮੇਰੀ ਉਹ ਕਿਤਾਬ ਪਹਿਲਾਂ ਇੱਥੋਂ ਖਰੀਦ ਕੇ ਉੱਥੇ ਰੱਖੀ ਸੀ। ਆਖਰ ਪਹਿਲਾਂ ਆਹ ਪੜ੍ਹੋ, ਫਿਰ ਤੁਹਾਨੂੰ ਅੱਗੇ ਚੱਲਾਂਗੇ। ਇਹ ਬੜਾ ਕੁਝ ਹੈ। तो मैं बहुत ही अच्छी, एक होंगी अच्छी, एक होंगी है बहुत अच्छी जिंदगी गुजारी और होनी बहुत अच्छी गुजारी। चलो मालक दियां रहमतां। अच्छा बजुर्गो ਇਹ ਦੱਸੋ, ਮੈਂ ਫਿਰ ਤੁਹਾਨੂੰ 47 ਤੋਂ ਪਹਿਲੇ ਵਾਲਾ ਦੌਰ ਮੈਨੂੰ ਨਾ ਉਹ ਮਾਸ਼ਾਅੱਲਾ ਤੁਸੀਂ ਬਹੁਤ ਘੁੰਮੇ ਹੋ ਦੁਨੀਆ 'ਚ, ਲੇਕਿਨ ਮੈਨੂੰ 47 ਤੋਂ ਪਹਿਲੇ ਵਾਲਾ ਦੌਰ ਜ਼ਰਾ ਘੁਮਾਓ। 47 ਤੋਂ ਪਹਿਲਾ ਵਾਲਾ ਦੌਰ ਮੈਂ ਤੁਹਾਨੂੰ ਦੱਸਣਾ। ਤੁਸੀਂ ਮੈਟਰ ਕਿੱਥੋਂ ਕੀਤੀ? ਮੈਂ ਤੁਹਾਨੂੰ ਦੱਸਣਾ ਕਿ ਮੈਂ ਜਿਹੜੇ ਦਾਖਲ ਹੋਇਆ ਨਾ ਜਿਹੜੇ ਜ਼ਰਾਜੀ ਕਾਲਜ ਦੇ ਵਿੱਚ, ਉਹ ਮੈਂ ਇੱਕ ਨਜ਼ਮ ਲਿਖੀ ਹੈ ਜ਼ਰਾਜੀ ਕਾਲਜ ਦੇ ਉੱਤੇ। ਉੱਥੇ ਤੁਹਾਨੂੰ ਦੌਰ ਪਤਾ ਚੱਲ ਜਾਏਗਾ ਕੀ ਸੀ, ਅਸੀਂ ਕੀ ਸਾਂ। ਹੁਣੇ ਮੈਂ ਤੁਹਾਨੂੰ ਸੁਣਾਉਣਾ, ਉਹ ਮੈਂ ਨਜ਼ਮ ਸੁਣਾ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਮੁੰਡਾ ਕੀ। ਉੱਥੇ ਮੈਂ ਪੜ੍ਹੀ ਨਜ਼ਮ ਲੁਧਿਆਣੇ, ਖੁਦਾ ਦੀ ਕਸਮੇ ਰੋਵੇ ਲੋਕ ਰੋਵੇ। ਉਹ ਜਿਹੜੇ ਮੇਰੇ ਸਨ ਨਾ ਨਾਲ ਦੇ, ਉਹਦੇ ਵਾਈਸ ਚਾਂਸਲਰ ਸੁਖਦੇਵ ਸਿੰਘ ਸੀ, ਉਹ ਆਖਣ ਲੱਗਾ ਤੂੰ ਤਾਂ ਸਾਨੂੰ ਰਵਾਤਾ, ਸਾਡੀਆਂ ਅੱਖਾਂ 'ਚ ਤੂੰ ਆਂਸੂ ਪਾ, ਰੋਣ ਲੱਗ ਪਏ ਕਿ ਤੂੰ ਉਹ ਯਾਦਾਂ ਕਰਾਤੀ ਹੈ। ਉਹ ਮੈਂ ਤੁਹਾਨੂੰ ਦੱਸਣਾ, ਉੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕੀ ਸਾਂ, ਸਾਡਾ ਪਿਆਰ ਕਿੰਨਾ ਸੀ। ਬੰਬਈ ਮੈਨੂੰ ਸੱਦਿਆ ਕਿ ਉੱਥੇ ਕਾਨਫਰੰਸ ਸੀ, ਸਾਰੇ ਦੁਨੀਆ ਦੀ ਕਾਨਫਰੰਸ ਉੱਥੇ ਇੰਡੀਆ 'ਚ ਹੋ ਰਹੀ ਸੀ ਬੰਬਈ। ਇਹ 1959 ਦੀ ਗੱਲ ਹੈ ਜਾਂ 60 ਦੀ ਗੱਲ, 60 ਦੀ 1960 ਦੇ ਵਿੱਚ ਮੈਨੂੰ ਸੱਦਿਆ ਗਿਆ ਬੰਬਈ। ਅਸੀਂ ਉਦੋਂ ਆ ਜਿਹੜਾ ਨਾ ਆ ਜਿਹੜਾ ਤੁਸੀਂ ਵੇਖਦੇ ਹੋ, ਆ ਮਰ ਗਿਆ ਵਿਚਾਰਾ ਦਲੀਪ ਕੁਮਾਰ, ਇਹ ਉਦੋਂ ਖੇਡ ਲੱਗਾ ਸੀ ਉੱਥੇ ਨਵਾਂ, ਜਦ ਪਿਆਰ ਕੀਆ ਤੋਂ ਮੈਨੂੰ, ਉਹ ਮਧੂ ਬਾਲਾ ਗਾਂਧੀ ਸੀ। ਉੱਥੇ ਮੈਂ ਉਹ ਖੇਡ ਬੰਬਈ ਵੇਖਿਆ, ਇੱਕ 14ਵੀਂ ਦਾ ਚਾਂਦ, 14ਵੀਂ ਦਾ ਚਾਂਦ ਜਾ ਕੇ, ਇਹ ਦੋ ਖੇਡ ਮੈਂ ਉੱਥੇ ਵੇਖੇ ਬੰਬਈ।
ਅੱਛਾ ਬੰਬਈ ਬੰਬਈ ਦੇ ਵਿੱਚ ਮਾਲਾਬਾਰ ਹਿਲਜ਼ ਉੱਥੇ ਜਿਹੜਾ ਗਵਰਨਰ ਹਾਊਸ ਸੀ ਗਵਰਨਰ ਹਾਊਸ ਸ੍ਰੀ ਪ੍ਰਕਾਸ਼ਾ ਗਵਰਨਰ ਹਾਊਸ ਸੀ ਸ੍ਰੀ ਪ੍ਰਕਾਸ਼ਾ ਉਹਨਾਂ ਨੇ ਸਾਨੂੰ ਗਵਰਨਰ ਹਾਊਸ ਦਾਵਤ ਦਿੱਤੀ ਉੱਥੇ ਚੀਨੀ ਵਿੱਚ ਸਨ ਹਿੰਦੁਸਤਾਨੀ ਦੁਨੀਆ ਸਾਰੀ ਦੇ ਇਕੱਠੇ ਹੋਏ ਕੋਈ ਸਾਰੀ ਨੇ ਮੈਂ ਵੀ ਉੱਥੇ ਸਾਂ ਉਹ ਸ੍ਰੀ ਪ੍ਰਕਾਸ਼ਾ ਹੀ ਲਾਈਨ 'ਚ ਖਲੋਤੇ ਸਾਂ ਸਾਰਿਆਂ ਨੂੰ ਮਿਲਣ ਆਇਆ ਉਹ ਇੱਥੇ ਹਾਈ ਕਮਿਸ਼ਨਰ ਰਹਿ ਗਿਆ ਸੀ 1950-49 'ਚ ਜਦੋਂ ਮੇਰੇ ਕੋਲ ਆਇਆ ਨਾ तो मैंने हाथों में लाके मैंने कहा आप तो अपने आदमी हैं। अच्छा आप तो अपने आदमी हैं। मैं कहता था आप तो पाकिस्तान में हाई कमिश्नर थे अब आप यहाँ गवर्नर हैं। अच्छा कहते मैं खूब खुश हूँ हम आपको मिल के। अच्छा अच्छा ये श्री प्रकाश कहता श्री प्रकाश श्री प्रकाश तो वो मैं तेन दसना कि मैं बंबई भी गया बंबई फिरदा तुरदा रहा वेख्या फिर वो बाद सिलट के उधर भी जाता रहा फिर तुम हैरान हो गए शिमले शिमले ਤੁਹਾਨੂੰ ਮੈਂ ਕਿਹਾ ਸ਼ਿਮਲੇ ਰਿਹਾ ਉਹ ਗਵਰਨਰ ਹਾਊਸ ਦੇ ਵਿੱਚ ਜਾ ਕੇ ਹਾਂਜੀ ਅਤੇ ਮੈਨੂੰ ਅਤੇ ਉਹਨਾਂ ਨੇ ਲੋਕਾਂ ਨੇ ਇੰਨਾ ਚੁੱਕਿਆ ਮੈਂ ਤੁਹਾਨੂੰ ਦੱਸਿਆ ਵੀ ਜਿਹਨੂੰ ਹਿੰਦੁਸਤਾਨ 'ਚ ਅੱਜ ਵੀ ਇੱਜ਼ਤ ਮਿਲਦੀ ਹੈ ਨਾ ਅੱਜ ਵੀ ਤੁਸੀਂ ਹੈਰਾਨ ਹੋ ਜਾਓ ਤੁਸੀਂ ਨਾ ਲਵੋ ਕਿਸੇ ਅੱਗੇ ਹਾਂਜੀ ਮੈਨੂੰ ਉੱਥੇ ਆਹ ਇੱਕ ਵਾਕਿਆ ਯਾਦ ਆ ਗਿਆ ਆਹ ਇੱਕ ਤਲਵਾਰ ਮੈਨੂੰ ਉੱਥੋਂ ਮਿਲੀ ਅੱਛਾ ਕਿਰਪਾਨ ਹੈ ਜੀ ਹਾਂ ਇਹ ਇੱਕ ਤਲਵਾਰ ਮਿਲੀ ਇੱਥੋਂ ਅੱਛਾ ਇਹ ਮੈਨੂੰ ਉੱਥੋਂ ਇੱਕ ਕਾਲਜ ਸੀ ਕਾਲਜ ਉਹ ਕਹਿਣ ਲੱਗੇ ਉਸ ਕਾਲਜ ਦੇ ਵਿੱਚ ਗੁਰਦੁਆਰਾ ਬਣਨਾ ਹੁਣ ਗੱਲ ਸੁਣਨ ਵਾਲੀ ਜੀ ਅੱਛਾ ਜੀ ਇੱਕ ਮਿੰਟ ਜੀ ਇਹ ਗੁਰਦੁਆਰਾ ਬਣਨਾ ਸੀ ਇੱਥੇ ਜਲੰਧਰ ਦੇ ਕੋਲ ਉਹ ਸਿੱਖਾਂ ਦਾ ਇੱਕ ਪ੍ਰਾਈਵੇਟ ਕਾਲਜ ਸੀ ਉਹਦੇ ਵਿੱਚ ਉਹਨਾਂ ਗੁਰਦੁਆਰੇ ਦੀ ਬੁਨਿਆਦ ਹੈ ਉੱਥੇ ਮੈਨੂੰ ਜਿਹੜਾ ਇੱਕ ਮਿਨਿਸਟਰ ਸੀ ਨਾ ਫਾਈਨੈਂਸ ਸਰਦਾਰ ਸਰਦਾਰਾ ਸਿੰਘ ਜੋਹਲ ਸੀ ਫਾਈਨੈਂਸ ਮਿਨਿਸਟਰ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਘਰ ਉੱਥੇ ਖੜਨਾ ਉਹ ਝੰਡੇ ਵਾਲੀ ਕਾਰ ਦੇ ਉੱਤੇ ਮੈਨੂੰ ਬਿਠਾਇਆ ਤੇ ਅੱਗੇ ਇੱਕ ਲੱਗੀ ਤੇ ਸਾਨੂੰ ਉੱਥੇ ਲੈ ਗਏ ਅੱਛਾ ਉੱਥੇ ਜਿਹੜੇ ਮੈਂ ਗਿਆ ਜੀ ਮੇਰੀਆਂ ਅੱਖਾਂ ਖੁੱਲ ਗਈਆਂ ਉੱਥੇ ਕੋਈ 12-15 ਹਜ਼ਾਰ ਸਿੱਖ ਦੋਸਤ ਸਾਰੇ ਉੱਥੇ ਇਕੱਠੇ ਹੋਏ ਮਦਰਸੇ ਦੇ ਵਿੱਚ ਸਿੱਖ ਦੋਸਤ ਉਹ ਮੈਂ ਹੈਰਾਨ ਹੋ ਗਿਆ ਮੈਨੂੰ ਕਾਹਦੇ ਲਈ ਇੱਥੇ ਆਉਂਦਾ ਉੱਥੇ ਉਹਨਾਂ ਨੇ ਨਾ ਮੇਰਾ ਇੰਤਜ਼ਾਮ ਕੀਤਾ ਤੇ ਮੇਰਾ ਵੈਲਕਮ ਕੀਤਾ ਬਹੁਤ ਕੀਤਾ ਫਿਰ ਮੈਂ ਉੱਥੇ ਮੈਨੂੰ ਜਿਸ ਵੇਲੇ ਉਹਨਾਂ ਨੇ ਆਖਿਆ ਇਹ ਤਲਵਾਰ ਹੀ ਮੈਨੂੰ ਉਹਨਾਂ ਨੇ ਦਿੱਤੀ ਹੋਰ ਬੜਾ ਕੁਝ ਦਿੱਤਾ ਹਾਂਜੀ ਅਤੇ ਉਹਦੇ ਬਾਅਦ ਉਹ ਗੁਰਦੁਆਰਾ ਜਿਹੜਾ ਸੀ ਨਾ ਉਹ ਆ ਕੇ ਚਲੀ ਗੁਰਦੁਆਰੇ ਦੀ ਬੁਨਿਆਦ ਮੇਰੇ ਕੋਲ ਰਖਾਈ ਵਾਹ ਜੀ ਗੁਰਦੁਆਰੇ ਦੀ ਬੁਨਿਆਦ ਮੇਰੇ ਕੋਲ ਰਖਵਾਈ ਫਿਰ ਇੰਨਾ ਹੀ ਨਹੀਂ ਕੀਤਾ ਮੈਂ ਆ ਗਿਆ ਅਤੇ ਉੱਥੇ ਮੇਰੇ ਨਾਂ ਦਾ ਪੱਥਰ ਲਾ ਦਿੱਤਾ ਕਿਹੜੀ ਜਗ੍ਹਾ ਉੱਥੇ ਇਹ ਉਹਦਾ ਨਾਂ ਹੈ ਮੈਂ ਤੁਹਾਨੂੰ ਦੱਸਣਾ ਉਹ ਅੱਜ ਵੀ ਮੈਨੂੰ ਉੱਥੋਂ ਜਿਹੜੇ ਟੈਲੀਫੋਨ ਉਹ ਜਿਹੜੀ ਹੈ ਨਾ ਇਹ ਪੁੱਛਦਾ ਨਹੀਂ ਉੱਥੋਂ ਦੀ ਉਹ ਕਰਦੀ ਰਹਿੰਦੀ ਹੈ ਬਲਕਿ ਮੇਰੇ ਬੱਚਿਆਂ ਨੂੰ ਵੀ ਉਹਦਾ ਤਾਰੀਫ ਹੋ ਗਿਆ ਉਹਨੂੰ ਯਾਦ ਕਰਦੀ ਹੈ ਭਈ ਇਹ ਤੁਸੀਂ ਚਿਹਰਾ ਦੁਆਰੇ ਦੇ ਉਹ ਹੈਰਾਨ ਨੇ ਕਿ ਉਹਦੇ ਨਾਂ ਦੀ ਇੱਥੋਂ ਇੱਕ ਬੰਦਾ ਗਿਆ ਉਹਨੂੰ ਉੱਥੇ ਵੇਖਿਆ ਉੱਥੇ ਆਪਣੇ ਸਰਕਾਰੀ ਕੰਮ 'ਤੇ ਉਹ ਸਰਕਾਰੀ ਦੇ ਉੱਥੇ ਮੇਰਾ ਨਾਂ ਵੇਖ ਕੇ ਉਹਨੇ ਆਖਿਆ ਅਸੀਂ ਤੇ ਹੈਰਾਨ ਹੋ ਗਏ ਹਾਂ ਬਈ ਉਹਦਾ ਨਾਂ ਇੱਥੇ ਗੁਰਦੁਆਰੇ ਦੇ ਬਾਹਰ ਪਲੇਟ ਜਿਹੜੀ ਪੂਰਾ ਪੱਥਰ ਲੱਗਾ ਪੱਥਰ ਲਾਇਆ ਕਿ ਇਸकी ਇਹਦੀ ਬੁਨਿਆਦ ਜਿਹੜੀ ਸੀ ਇਹ ਡਾਕਟਰ ਹਾਫਿਜ਼ ਅਬਦੁਲ ਕਯੂਮ ਨੇ ਰੱਖੀ ਸੀ ਇਹ ਜਿਹੜੀ ਤੁਸੀਂ ਇੱਥੋਂ ਸਮਝ ਲਓ ਕਿੰਨੀ ਉਦੋਂ ਕਰ ਕਿਆ ਬਾਤ ਮੈਂ ਇਹਨੂੰ ਕਦੇ ਸੋਚ ਵੀ ਨਹੀਂ ਸਕਦਾ ਕਿ ਮੇਰੇ ਨਾਂ ਦਾ ਗੁਰਦੁਆਰੇ ਦੇ ਬੁਨਿਆਦ ਦੇ ਉੱਤੇ ਪੱਥਰ ਲੱਗਾ ਔਰ ਉਹ ਇਹ ਲਿਖਿਆ ਹੋਇਆ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੁਨਿਆਦ ਮੀਆਂ ਮੀਰ ਸਾਹਿਬ ਨੇ ਰੱਖੀ ਸੀ ਇਹ ਲਿਖ ਕੇ ਜੀ ਅੱਗੇ ਲਿਖਿਆ ਅਸੀਂ ਇਸ ਗੁਰਦੁਆਰੇ ਦੀ ਬੁਨਿਆਦ ਇਸ ਬੰਦੇ ਕੋਲ ਰਖਾ ਰਹੇ ਹਾਂ ਕਿ ਇਹਦੀ ਬੜੀ ਕਦਰ ਹੈ ਸਾਡੇ ਦਿਲਾਂ ਦੇ ਵਿੱਚ ਕਿਆ ਬਾਤ ਸਾਡੇ ਦਿਲਾਂ ਦੇ ਵਿੱਚ ਇਹਦੀ ਕਦਰ ਹੈ ਇਸ ਵਾਸਤੇ ਵੀ ਇਹਦੀ ਬੁਨਿਆਦ ਰੱਖਣਾ ਕਿਆ ਬਾਤ ਤੇ ਜਨਾਬ ਉਹ ਵੇਲਾ ਹੀ ਹੋਰ ਸੀ ਉਹਦੀਆਂ ਗੱਲਾਂ ਕੀ ਕਰਨ ਕਿਆ ਬਾਤ ਤੇ ਮੈਂ ਤੁਹਾਨੂੰ ਦੱਸਣਾ ਕਿ ਜਿਹੜਾ ਪਿਆਰ ਸਾਡਾ ਸੀ ਮੁਹੱਬਤਾਂ ਸਨ ਉਹ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਅਸੀਂ ਕਿੱਥੇ ਸਾਂ ਅਸੀਂ ਕਿੱਥੇ ਉਹ ਸਾਡੀਆਂ ਮੁਹੱਬਤਾਂ ਸਨ ਉਹ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਨਾ ਆ ਬਦਾ ਇੱਧਰੋਂ ਇਹ ਪੁਰਾਣੀਆਂ ਨੇ ਅੱਛਾ ਇੱਥੇ ਤੁਸੀਂ ਮੈਂ ਤੇ ਆ ਜਿਹੜੀ ਨਾ ਮੇਰੇ ਐਲਬਮ ਇਹ ਤੁਸੀਂ ਹੈਰਾਨ ਹੋ ਜਾਓਗੇ ਯਾਰ ਉਹ ਕਹਿੰਦੇ ਨੇ ਬਾਹਰ ਕੇ ਮੇਰੇ ਕਈ ਵਾਰੀ ਮੇਰੇ ਦੋਸਤ ਆਉਂਦੇ ਹੁੰਦੇ ਨੇ ਉਹ ਕਹਿੰਦੇ ਯਾਰ ਤੂੰ ਤੇ ਸਾਰੇ ਖਾਲਸਿਆਂ ਦੀਆਂ ਭਰੀਆਂ ਪਈਆਂ ਨੇ ਇੱਥੇ ਫੋਟੋ ਸਾਰੇ ਹਿੰਦੁਸਤਾਨ ਦੀਆਂ ਇਹ ਤੂੰ ਇਹ ਤੇਰੇ ਇੰਨੇ ਯਾਰ ਨੇ ਉੱਥੇ ਇੱਥੋਂ ਇੱਕ ਬੰਦਾ ਕਹਿਣ ਲੱਗਾ ਇਹ ਵਾਕਿਆ ਕਈ ਵਾਰੀ ਕਹਿ ਮੇਰੀਆਂ ਅੱਖਾਂ 'ਚ ਆਂਸੂ ਆ ਜਾਂਦੇ ਉਹ ਕਹਿਣ ਲੱਗਾ ਜੀ ਮੈਂ ਜਾਣਾ ਅਤੇ ਤੁਸੀਂ ਉਹ ਮੈਨੂੰ ਕੋਈ ਖੱਤ ਲਿਖ ਦਿਓ ਉੱਥੇ ਮੈਂ ਹਿੰਦੁਸਤਾਨ ਜਾਣਾ ਅਤੇ ਆਪਣੇ ਪਿੰਡ ਵੀ ਜਾਣਾ ਉਹ ਇੱਥੇ ਉਹਦੀ ਕਚਹਿਰੀ ਬਾਜ਼ਾਰ ਕੋਈ ਦੁਕਾਨ ਸੀ ਸਾਈਕਲਾਂ ਦੀ ਮੈਨੂੰ ਜਾਣਦਾ ਨਹੀਂ ਸੀ ਉਹਨੇ ਨਾਂ ਸੁਣ ਕੇ ਜਿਵੇਂ ਤੁਸੀਂ ਆ ਉਹ ਆ ਗਿਆ ਮੇਰੇ ਮੈਂ ਉੱਥੇ ਲਿਖ ਤੱਕ ਕਹਿ ਦੇਣਾ
ਉਹ ਵਾਪਸ ਆਇਆ ਤੇ ਮੈਨੂੰ ਕਹਿਣ ਲੱਗਾ ਜੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਜੋ ਪੀਰ ਮੰਨਦੇ ਨੇ, ਪੀਰਾਂ ਨੂੰ ਵੀ ਇੰਨਾ ਨਹੀਂ ਮੰਨਦੀ ਦੁਨੀਆ ਜੀ, ਪੀਰਾਂ ਨੂੰ ਵੀ ਇੰਨਾ ਨਹੀਂ ਮੰਨਦੇ ਜਿੰਨਾ ਤੁਹਾਡੀ ਅਸੀਂ ਕਦਰ ਵੇਖੀ। ਕਹਿੰਦਾ ਧੇਲਾ ਨਹੀਂ ਖਰਚ ਕਰਨ ਦਿੱਤਾ ਮੈਨੂੰ ਉਹਨਾਂ ਨੇ, ਧੇਲਾ। ਮੈਂ ਜਿੱਥੇ ਗਿਆ ਪਿੰਡ 'ਚ ਇੱਧਰ ਉੱਧਰ ਲੈ ਕੇ ਗਏ, ਕਹਿਣ ਲੱਗੇ ਤੂੰ ਸਾਡਾ ਮਹਿਮਾਨ, ਉਹ ਤੂੰ ਉਹਦੇ ਨਾਂ 'ਤੇ ਆਇਆ, ਤੈਨੂੰ ਇੱਕ ਆਨਾ ਨਹੀਂ ਖਰਚ ਕਰ। ਉਹ ਮੈਂ ਤੁਹਾਨੂੰ ਦੱਸਣਾ ਕਿ ਆਹ ਵੇਖੋ ਨਾ, ਆਹ ਸਭ ਤੋਂ ਵੱਡੀ ਆਹ ਦਿਲਬਾਗ ਸਿੰਘ ਹੈ, ਆਹ ਦਿਲਬਾਗ ਸਿੰਘ, ਇਹ ਪਿਛਲੇ ਸਾਲ ਦੀ ਫੋਟੋ। ਇਹ ਦਿਲਬਾਗ ਸਿੰਘ ਇੱਥੇ ਆਇਆ, ਅੱਛਾ, ਇਹ ਰਹਿੰਦਾ ਅਮਰੀਕਾ 'ਚ, ਅੱਛਾ, ਰਹਿਣ ਵਾਲਾ ਇਹ ਇੱਥੋਂ ਦਾ, ਇਹ ਆਪਣੇ ਦਾ ਆਪਣੇ ਹੁਸ਼ਿਆਰਪੁਰ ਦਾ, ਅੱਛਾ। ਇਹ ਉੱਥੇ ਚਲਾ ਗਿਆ, ਉੱਥੇ ਸੈਟਲ ਹੋ ਗਿਆ, ਤੇ ਬੱਚੇ ਵੀ ਉੱਥੇ ਚਲੇ ਗਏ। ਇਹਨੇ ਇੱਕ ਵਾਰੀ ਫੇਸਬੁੱਕ 'ਤੇ ਆਉਂਦਾ ਸੀ, ਅੱਛਾ, ਫੇਸਬੁੱਕ 'ਤੇ ਆਇਆ, ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ, ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ, ਸ਼ਹਿਰ ਲਾਹੌਰ 'ਚ ਆ ਕੇ ਜੇ ਪੁਰਾਣੀਆਂ ਗੱਲਾਂ ਜੀ, ਮੈਂ ਤੁਹਾਨੂੰ ਵੀ ਖਾਣਾ ਜਮਾ ਇਹਨਾਂ ਦੇ ਦੋਸਤ ਨੇ, ਪੁਰਾਣੀਆਂ ਗੱਲਾਂ ਜਿਹੜੇ ਤੁਹਾਨੂੰ ਦਿਖਾਵਾਂ ਨਾ, ਠੀਕ ਹੈ, ਔਰ ਅੰਦਰ ਦੀਆਂ ਫੋਟੋਆਂ ਵੀ, ਵਾਹ ਜੀ ਵਾਹ ਬਜ਼ੁਰਗੋ, ਆ ਤਾਂ ਤੁਸੀਂ ਕਮਾਲ। ਮੈਂ ਕਹਿੰਦਾ ਜੀ ਤੁਸੀਂ ਹੈਰਾਨ ਹੋ ਜਾਂਦਾ, ਮੈਂ ਆਪ ਵੀ, ਕਿ ਇਹ ਜਿਹੜਾ ਸੀ ਜ਼ਮਾਨਾ, ਉਹ ਸਾਡਾ ਜ਼ਮਾਨਾ ਪਿਛਲਾ ਲੱਗ ਗਿਆ। ਤੁਹਾਡੇ ਕੋਲ ਤੇ ਮੈਂ ਕਹਿੰਦਾ ਖਜ਼ਾਨਾ ਪਿਆ ਪੂਰਾ। ਉਹ ਤੇ ਜੀ ਹੁਣ ਵੇੜਾ ਹੀ ਨਹੀਂ, ਉਹ ਜਿਹੜਾ ਹੈ ਨਾ ਸਾਡਾ ਵੇੜਾ। ਆ ਜੀ ਆ ਵੇਖੋ ਜੀ, ਆ ਤਾਜ ਮਹਿਲ ਦੀਆਂ ਫੋਟੋਆਂ, ਤਾਜ ਮਹਿਲ ਦੀ ਫੋਟੋ ਹੈ। ਹਾਂਜੀ, ਇਹ ਤਾਜ ਮਹਿਲ ਦੀ ਫੋਟੋ, ਕੀ ਯਾਦਾਂ, ਔਰ ਕਿੰਨੀ ਖੂਬਸੂਰਤ ਤਰੀਕੇ ਨਾਲ ਮੈਂ ਸ਼ੁਰੂ ਤੋਂ ਦੇਖਿਆ। ਮੈਂ ਤੁਹਾਨੂੰ ਦੱਸਣਾ, ਅੱਛਾ, ਆ ਮੇਰੀ ਅਮਰੀਕਾ, ਇੱਥੋਂ ਅਮਰੀਕਨ ਯੂਨੀਵਰਸਿਟੀ ਦੀ ਫੋਟੋ ਹੈ। ਮੈਂ ਡਿਗਰੀ ਲੈ ਰਿਹਾ ਅਮਰੀਕਨ ਯੂਨੀਵਰਸਿਟੀ ਬਰੇ ਤੋਂ, 96 ਦੀ ਹੈ। ਵੀ ਮੈਂ ਜਾ ਨਹੀਂ ਸਕਦਾ, ਧਾਗਲ ਵਕੜੀ ਪਾ ਕੇ ਮਿਲਦਾ, ਲਓ ਜੀ, ਬੜਾ ਖਜ਼ਾਨਾ ਸਾਨੂੰ ਮਿਲ ਗਿਆ। ਨਾਲ ਵਿਆਸ ਕਿਉਂ, ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ, ਦਿੱਲੀ ਵਰਗੇ ਚੌਂਕ ਚੁਰਸਤੇ। ਆ ਜਿਹੜਾ ਨਾ ਲਬਨਾਨ ਦਾ ਵਜ਼ੀਰ ਆਜ਼ਮ ਸੀ, ਰਸ਼ੀਦ ਕਰਾਮੀ, ਆ ਮੈਂ ਤਕਰੀਰ ਕਰੇ, ਮੈਂ ਪ੍ਰੈਜ਼ੀਡੈਂਟ ਸਾਂ। ਅੱਛਾ, ਆ ਇਹ ਖਾਸ ਕਿਉਂ ਹੈ, ਬੁੱਲੇ ਸ਼ਾਹ, ਸੁਰਿੰਦਰ ਕੌਰ ਡੰਸਾ, ਇਹ ਇੱਥੇ ਇਹਨਾਂ ਨੂੰ ਮੈਂ ਸੱਦਿਆ ਸੀ, ਅੱਛਾ, ਇੱਥੇ ਸੱਦਿਆ ਸੀ ਇਹਨਾਂ ਨੂੰ। ਇਹ ਜਿਹੜਾ ਨਾ ਇਹ ਕਰਪਾਲ ਸਿੰਘ ਔੜੇ ਕੇ, ਇਹ ਉੱਥੋਂ ਮੈਨੂੰ ਇਹ ਪੇਸ਼ ਕਰ ਰਹੇ। ਇਹ ਜਿਹੜਾ ਉੱਥੋਂ ਵਾਈਸ ਚਾਂਸਲਰ ਹੈ ਸਾਡਾ, ਉੱਥੇ ਮੈਂ ਉੱਥੇ ਗਿਆ। ਆਹ ਢਿੱਲੋਂ ਜਿਹੜਾ ਵਾਈਸ ਚਾਂਸਲਰ ਹੈ ਉੱਥੇ ਲੁਧਿਆਣਾ ਯੂਨੀਵਰਸਿਟੀ ਦਾ, ਹੁਣੇ ਚਲੇ। ਆਹ ਡਾਕਟਰ ਜੋਲ ਹੈ, ਇਹ ਵੀ ਵਾਈਸ ਚਾਂਸਲਰ ਹੈ। ਹੀਰ ਸੁਣਾਉਂਦੇ ਰਾਂਝਣ ਯਾਰ ਫਕੀਰਾਂ ਨੂੰ, ਇਹ ਪਿਰ ਮਿਲਣੇ ਦੀ ਆਸ ਕਿਉਂ ਹੈ, ਸਾਡੇ ਪਿੰਡ ਦੀ ਸੰਤੀ ਵਰਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ, ਉਹਨਾਂ ਨੇ ਤੰਗੀਆਂ ਫੋਟੋ, ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ, ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਇਹ ਕਿਹਨਾਂ ਨਾਲ ਹੈ ਤੁਹਾਡੀ ਫੋਟੋ? ਹਾਂ, ਇਹ ਵਾਈਸ ਚਾਂਸਲਰ ਦੇ ਰਿਹਾ ਮੈਨੂੰ ਤੋਂ ਦਾ। ਅੱਛਾ, ਵਾਈਸ ਚਾਂਸਲਰ ਦੇ ਰਿਹਾ। ਔਰ ਅਗਰ ਅਸੀਂ ਇਹਨਾਂ ਫੋਟੋਆਂ ਪੜਿਆ ਪਿਆ ਹੈ, ਮੈਂ ਫੋਟੋਆਂ ਤੇ ਅਗਰ ਅਸੀਂ ਇੱਕ PhD ਕਰ ਸਕਦੇ ਹਾਂ। ਮੈਂ ਸਾਰੀਆਂ ਫੋਟੋਜ਼ ਨੇ, ਮੈਂ ਤੇ ਹੈਰਾਨ ਹੋ ਜਾਣਾ ਕਿ ਅੱਲਾ ਨੇ ਇਹਨਾਂ ਜੀ ਥੋੜੀ ਜਿਹੀ ਹੈਲਪ ਕਰੋ ਤੇ ਇਹਨੂੰ ਆਪਾਂ। ਕਮਾਲ। ਅੱਛਾ ਬਜ਼ੁਰਗੋ, ਮੈਨੂੰ ਇੱਕ ਗੱਲ ਦੱਸੋ, ਲਾਇਲਪੁਰ ਫੈਸਲਾਬਾਦ, ਚੂँकि ਲਾਇਲਪੁਰ ਦੀ ਅਗਰ ਆਪਾਂ ਹਿਸਟਰੀ ਪੜ੍ਹਦੇ ਹਾਂ, ਕੋਈ 100 ਸਾਲ ਪੁਰਾਣੀ ਹੈ। ਜਦੋਂ ਤੁਸੀਂ ਲਾਇਲਪੁਰ 'ਚ ਰਹਿੰਦੇ ਸੀ, ਸ਼ਹਿਰ ਕਿੱਡਾ ਕੁ ਸੀਗਾ? 60,000 ਆਬਾਦੀ ਸੀ। 60,000 ਆਬਾਦੀ? 60,000। 31 ਲੱਖ ਤੋਂ ਉੱਪਰ ਦੀ ਆਬਾਦੀ ਹੈ। ਪਾਕਿਸਤਾਨ ਦਾ ਤੀਸਰਾ ਵੱਡਾ ਸ਼ਹਿਰ, 3 ਲੱਖ ਦੇ ਕਰੀਬ, 25 ਲੱਖ ਦੇ ਕਰੀਬ ਸ਼ਹਿਰ ਦੀ ਆਬਾਦੀ। ਹਾਂਜੀ, ਉਸ ਵੇਲੇ ਸਿਰਫ 60,000 ਸੀ। ਪਾਕਿਸਤਾਨ ਦਾ ਤੀਸਰਾ ਵੱਡਾ ਸ਼ਹਿਰ ਹੈ ਔਰ 60,000 ਦੀ ਆਬਾਦੀ। ਅੱਛਾ, ਜਦੋਂ
ਵੰਡ ਹੋ ਗਈ, ਵੰਡ ਪਾਰਟੀਸ਼ਨ ਹੋ ਹੋ ਗਈ, ਗਈ, ਹਾਂਜੀ। ਉਜਾੜਾ ਹੋ ਗਿਆ ਹੋ ਗਿਆ ਜੀ। ਕੀ ਹਾਲਾਤ ਸਨ ਲੋਕਾਂ ਦੇ? ਹਾਲਾਤ ਇਹ ਸਨ ਕਿ ਇੱਥੇ ਅਜੇ ਕੋਈ ਅਮਨ ਰਿਹਾ। ਮੈਂ ਤੁਹਾਨੂੰ ਦੱਸਣਾ ਲੈਲਪੁਰ 'ਚ ਅਮਨ ਰਿਹਾ। ਅੱਛਾ। ਜ਼ਿਆਦਾ ਜਿਹੜੀ ਗੜਬੜ ਹੋਈ ਹੈ ਨਾ ਜ਼ਿਆਦਾ ਉਧਰ ਵੀ ਤੇ ਇੱਧਰ ਵੀ। ਸਾਡੇ ਇੱਥੇ ਜਿਹੜੀ ਇੱਧਰ ਹੋਈ ਹੈ ਨਾ ਗੜਬੜ ਉਹ ਰਾਵਲਪਿੰਡੀ ਹੋਈ ਹੈ। ਬਿਲਕੁਲ। ਉਹ ਰਾਵਲਪਿੰਡੀ ਜ਼ਿਆਦਾ ਗੜਬੜ ਹੋਈ ਉੱਥੋਂ ਸ਼ੁਰੂ ਹੋਈ। ਉਹਨਾਂ ਨੇ ਜਿਹੜੀਆਂ ਕੋਠੀਆਂ ਨਾਲ ਗੈਰ ਮੁਸਲਮਾਨ ਦੀਆਂ ਉਹਨਾਂ ਨੇ ਅੱਗਾਂ ਵੀ ਲਾਈਆਂ ਰਾਵਲਪਿੰਡੀ। ਜਦੋਂ ਪਾਕਿਸਤਾਨ ਬਣ ਗਿਆ ਇਹ ਤਕਸੀਮ ਹੋ ਗਈ ਤੇ ਇਹ ਖਾਲਸਾ ਕਾਲਜ ਕੈਂਪ ਬਣ ਗਿਆ। ਖਾਲਸਾ ਕਾਲਜ ਕੈਂਪ ਬਣਿਆ ਬਿਲਕੁਲ। ਇਹ ਜਿਹੜੇ ਬੰਦੇ ਸਨ ਇੱਥੇ ਕਾਲਜ ਬਣ ਗਿਆ। ਇੱਥੇ ਕਤਲੋ ਗਾਰਡ ਨਹੀਂ ਹੋਇਆ, ਬਹੁਤ ਹੀ ਨਾਮੀ ਨਾਲ ਹੋਇਆ। ਕੋਈ ਐਵੇਂ ਕੋ ਪੁੱਛਦਾ ਬਹੁਤ ਹੀ ਬਰਾਬਰ ਇੱਥੇ ਠੀਕ ਰਿਹਾ ਕੰਮ। ਲਾਲਪੁਰ ਦੇ ਵਿੱਚ ਠੀਕ ਰਿਹਾ, ਕੋਈ ਗੜਬੜ ਜ਼ਿਆਦਾ ਨਹੀਂ ਹੋਈ। ਇਸ ਤਰ੍ਹਾਂ ਜਿਹੜੇ ਉਧਰੋਂ ਹੀ ਆਏ ਸਨ ਨਾ ਉਹਨਾਂ ਨੂੰ ਚਲੇ ਗਏ ਤੇ ਉਹਨਾਂ ਇੱਥੇ ਆਰਾਮ ਨਾਲ ਉਹਨਾਂ ਨੂੰ ਸੈਟ ਕਰ ਦਿਆ ਗਿਆ ਜਿਹੜੇ ਵੱਡੇ ਉਹਨਾਂ ਸਨ। ਜਾਂ ਇਹ ਜਿਹੜਾ ਸੀ ਨਾ ਲਾਲਪੁਰ ਸ਼ਹਿਰ ਇਹਦੇ 4 ਦੁਕਾਨਾਂ ਮੁਸਲਮਾਨਾਂ ਦੀਆਂ ਹਨ, ਬਾਕੀ ਸਾਰੇ ਹਿੰਦੂ ਸਿੱਖ ਉਹਨਾਂ ਦੀਆਂ ਬਣ। ਅੱਛਾ। ਉਹਨਾਂ ਨੂੰ ਮੌਜ ਲੱਗ ਗਈ ਜਿਹੜੇ ਉਧਰੋਂ ਆਏ। ਆਹ ਸਾਰਾ ਸ਼ਹਿਰ ਉਹਨਾਂ ਨੂੰ ਮਿਲ ਗਿਆ ਜਿਹੜੇ ਉਧਰੋਂ ਆਏ। ਸਾਡੇ ਇੱਥੇ ਪਹਿਲਾਂ ਪਾਕਿਸਤਾਨ ਬਣ ਕੇ ਜਦੋਂ ਕਾਇਦੇ ਆਜ਼ਮ ਨੇ ਦੱਸਿਆ ਜੀ ਅਸੀਂ ਜਲੂਸ ਕੱਢਿਆ ਇਹਦੇ 4 ਦੁਕਾਨਾਂ ਹਨ ਮੁਸਲਮਾਨਾਂ ਦੀਆਂ। ਜਲੂਸ ਕੱਢਿਆ ਸੀ ਜਦੋਂ ਕਾਇਦੇ ਆਜ਼ਮ ਫੈਸਲਾਬਾਦ ਆਏ ਸੀ 1942 ਚ। 1942 ਸਤੰਬਰ 1942 ਚ ਆਏ ਕਾਇਦੇ ਆਜ਼ਮ। ਅਸੀਂ ਉਹਨਾਂ ਨੂੰ ਕਾਇਦੇ ਆਜ਼ਮ ਨੂੰ ਕਿ ਉਹਦੇ ਨਾਲ ਫਾਤਮਾ ਜਨਾਹ ਸੀ ਤੇ ਖਾਜਾ ਨਾਸਰੁੱਦੀਨ ਅਸੀਂ ਸਟੇਸ਼ਨ ਤੇ ਉਹਨਾਂ ਨੂੰ ਰਿਸੀਵ ਕੀਤਾ ਸਟੇਸ਼ਨ ਤੋਂ। ਅੱਛਾ। ਇਹ ਇੱਥੋਂ ਸਟੇਸ਼ਨ ਤੋਂ ਇੱਥੋਂ ਉਹਨਾਂ ਨੂੰ ਜਲੂਸ ਕੱਢ ਕੇ ਤੇ ਅਸੀਂ ਰੇਲ ਦੇ ਰੋਡ ਤੋਂ ਹੁੰਦੇ ਰੇਲ ਬਾਜ਼ਾਰ ਦੇ ਵਿੱਚੋਂ ਦੀ ਲੈ ਗਏ। ਫਿਰ ਉਹਨਾਂ ਨੂੰ ਅਸੀਂ ਜਾ ਕੇ ਧੋਬੀ ਘਾਟ ਗਰਾਊਂਡ ਜਿਹੜੀ ਜੇ ਡੂੰਘੀ ਉੱਥੇ ਲੈ ਗਏ। ਉੱਥੇ ਉਹਨਾਂ ਕੋਲ ਝੰਡਾ ਲੜਾਇਆ। ਫਿਰ ਉਹ ਆ ਕੇ ਤੇ ਜਿੱਥੇ ਮਕਡੋਨਲਡ ਬਣਿਆ ਚਨੋੜ ਬਾਜ਼ਾਰ ਦੇ ਬਾਹਰ ਜਿਹੜਾ ਸੀ ਬਣਿਆ ਮਕਡੋਨਲਡ ਉੱਥੇ ਕੋਠੀ ਹੁੰਦੀ ਸੀ ਉਹ ਕਮਾਲੀਏ ਵਾਲਿਆਂ ਦੀ ਨਵਾਬ ਦੀ। ਉਹ ਕੋਠੀ 'ਚ ਉਹਨਾਂ ਨੂੰ ਉੱਥੇ ਠਹਿਰਾਇਆ ਗਿਆ ਸੀ ਰਾਤੀ। ਉੱਥੇ ਕਾਇਦੇ ਆਜ਼ਮ ਨੂੰ ਉੱਥੇ ਠਹਿਰਾਇਆ ਗਿਆ ਸੀ। ਅਸੀਂ ਮੁੰਡੇ ਸਾਂ ਜਿਹੜੇ ਨਾ ਅਸੀਂ 2 ਦਿਨ ਉਹਨਾਂ ਦੇ ਨਾਲ ਗੁਜ਼ਾਰੇ। ਇੱਕ ਹੋਰ ਅੱਛੀ ਗੱਲ ਜਿਹੜੀ ਹੋਈ ਨਾ ਲਾਲਪੁਰ ਦੀ ਮਿਊਨਿਸਪਲ ਕਮੇਟੀ ਜਿਹੜੀ ਸੀ ਨਾ ਉਹਦਾ ਚੇਅਰਮੈਨ ਉਸ ਵੇਲੇ ਇੱਕ ਸਰਦਾਰ ਸੀ। ਉਹਨਾਂ ਨੇ ਪਾੜੇ ਕਾਇਦੇ ਆਜ਼ਮ ਨੇ ਪਾਕਿਸਤਾਨ ਨਹੀਂ ਬਣਿਆ ਉਹਨਾਂ ਨੇ ਜਿਨਾ ਕਾਰੋਨੀ ਜਿਹਨੂੰ ਆਪ ਕੰਪਨੀ ਬਾਗ ਕਹਿੰਦੇ ਕੰਪਨੀ ਬਾਗ 'ਚ ਇੱਕ ਪਾਰਟੀ ਕੀਤੀ ਕਾਇਦੇ ਆਜ਼ਮ ਦੀ ਸਾਰੇ ਸ਼ਹਿਰ ਦੀ ਮਿਊਨਿਸਪਲ ਕਮੇਟੀ। ਉੱਥੇ ਪਾਰਟੀ ਦੇ ਕਾਇਦੇ ਉੱਥੇ ਹਿੰਦੂ ਵੀ ਸਨ ਸਿੱਖ ਵੀ ਸਨ ਸਾਰੇ ਸ਼ਹਿਰਾਂ ਨੂੰ ਪਾਰਟੀ ਸੀ ਕਾਇਦੇ ਆਜ਼ਮ ਦੀ। ਉਹ ਵੀ ਉਹਨਾਂ ਨੂੰ ਦਿੱਤੀ ਪਾਰਟੀ 1942 ਦੀ ਇਹ ਗੱਲ। ਤੇ ਇਹ ਜਿਹੜੀ ਮੈਂ ਤੈਨੂੰ ਹੁਣ ਵੱਡੀ ਗੱਲ ਦੱਸਣ 1942 1940 41 42 43 44 45 ਤੱਕ ਕੋਈ ਗੜਬੜ ਨਹੀਂ। ਅੱਛਾ। ਹੁਣ ਮੇਰੀ ਗੱਲ ਸੁਣੀ 45 ਤੱਕ ਵੀ ਕੋਈ ਗੜਬੜ ਨਹੀਂ। ਜਿਸ ਵੇਲੇ ਅਸੀਂ ਪੜ੍ਹਦੇ ਸੀ ਨਾ ਅਸੀਂ ਉਹ ਮੈਂ ਤੈਨੂੰ ਕਿਤਾਬ ਦੱਸ ਉਹ ਕਿਤਾਬ ਦੱਸੀ ਵੱਡੀ ਮੋਟੀ ਜਿਹੜੀ। ਅੱਛਾ। ਮੋਟੀ ਕਿਤਾਬ ਕੋਈ ਵੀ ਲਾਇਆ। ਮੈਂ ਤੈਨੂੰ ਦੱਸਣਾ ਕਿ ਸਾਡਾ ਇਸ਼ਕ ਸੀ ਇੱਕ ਦੂਜੇ ਨੂੰ। ਕਿਆ ਬਾਤ ਹੈ। ਅਸੀਂ ਸਕੇ ਭਰਾਵਾਂ ਨਹੀਂ ਬਹੁਤੇ ਚੰਗੇ ਸੀ। ਕਿਆ ਬਾਤ। ਔਰ ਉਹ ਮੈਂ ਤੈਨੂੰ ਦੱਸਣਾ ਕੋਈ ਕਿਤਾਬ ਕੋਈ ਇੱਕ ਕਿਤਾਬ ਮੋਟੀ ਉੱਤੇ ਜਿਹੜੀ ਪਈ ਹੋਈ ਲੈ। ਮੈਂ ਤੈਨੂੰ ਦੱਸਣਾ ਕਿ ਮੈਂ ਇੱਕ ਨਜ਼ਮ ਲਿਖੀ ਮੈਂ ਜ਼ਰਿਆਤੀ ਕਾਲਜ ਲਾਲਪੁਰ ਕੀ। ਅੱਛਾ। ਜ਼ਰਿਆਤੀ ਕਾਲਜ ਜਿਹਨੂੰ ਵੇਖ ਕੇ ਲੁਧਿਆਣੇ ਪੜ੍ਹੀ ਮੈਂ ਲੁਧਿਆਣੇ ਪੜ੍ਹੀ ਕਿ ਉਹ ਰੋਪੇ ਉੱਥੇ ਦੇ ਬੰਦੇ ਰੋਪੇ ਬੁੜੀਆਂ ਰੋ ਗਈਆਂ। ਅੱਛਾ। ਜਿਹੜੀਆਂ ਇੱਜ਼ਤਾਂ ਉਹ ਨਜ਼ਮ ਆ ਸੀ ਮੈਂ ਤੈਨੂੰ ਸੁਣਾਉਣਾ ਤੁਸੀਂ ਆਖੋਗੇ ਆ ਗਿਆ ਆਹ ਗੱਲਬਾਤ ਇਹ ਮੈਂ ਉੱਥੇ ਪੜ੍ਹੀ ਨਜ਼ਮ। ਇੱਥੋਂ ਤੁਸੀਂ ਸਮਝਿਓ ਸਾਡਾ ਪਿਆਰ ਕਿੰਨਾ। ਇਹ ਨਜ਼ਮ ਜ਼ਰਿਆਤੀ ਕਾਲਜ ਲਾਲਪੁਰ ਜ਼ਰਿਆਤੀ ਕਾਲਜ ਲਾਲਪੁਰ ਦੀ ਇਮਾਰਤ ਦੀਆਂ ਬੁਨਿਆਦਾਂ 1906 ਵਿੱਚ ਖੋਦੀਆਂ ਗਈਆਂ ਸ਼ੁਰੂ ਹੋਈਆਂ। 1909 ਵਿੱਚ ਪੂਰੀ ਇਮਾਰਤ ਬਣ ਕੇ ਤਿਆਰ ਹੋ ਗਈ। ਅਗਲੇ ਸਾਲ ਮੁੰਡਿਆਂ ਦਾ ਦਾਖਲਾ ਕਰਦਾ ਗਿਆ। ਉਹਨਾਂ ਜ਼ਮਾਨਿਆਂ ਵਿੱਚ ਪ੍ਰਿੰਸੀਪਲ ਅੰਗਰੇਜ਼ ਹੁੰਦੇ ਸਨ। 1909 ਤੋਂ 1917 ਤੱਕ ਲਾਇਸੈਂਸ਼ੀਏਟ ਇਨ ਐਗਰੀਕਲਚਰ ਸਰਟੀਫਿਕੇਟ ਕੋਰਸ ਚਲਾਏ ਗਏ। ਬਾਅਦ ਵਿੱਚ ਇੱਥੇ ਡਿਗਰੀ ਕੋਰਸ ਸ਼ੁਰੂ ਹੋ ਗਿਆ। 1947 ਤੱਕ ਇਹ ਹੁਣ 47 ਤੱਕ ਜ਼ਰਿਆਤੀ ਕਾਲਜ ਵਿੱਚ ਮੁਸਲਮਾਨ ਹਿੰਦੂ ਸਿੱਖ ਈਸਾਈ ਮੁੰਡੇ ਇਕੱਠੇ ਪੜ੍ਹਦੇ ਸਨ। ਔਰ ਉਸ ਵੇਲੇ ਇੱਥੇ ਉਸਤਾਦ ਦੀਆਂ ਸਾਰੀਆਂ ਜਿਹੜੀਆਂ ਸਨ ਆਪਣੀਆਂ ਮਜ਼ਹਬਾਂ ਦੇ ਸਾਰੇ ਮਜ਼ਹਬਾਂ ਦੇ ਹੁੰਦੇ ਸਨ ਉਸਤਾਦ ਵੀ। ਜ਼ਰਿਆਤੀ ਕਾਲਜ ਵਿੱਚ ਪੜ੍ਹਾਈ ਦਾ ਮਿਆਰ ਬੜਾ ਉੱਚਾ ਸੀ ਅਤੇ ਇੱਥੋਂ ਦੇ ਉਸਤਾਦ ਵੀ ਵੱਧ ਤੋਂ ਵੱਧ ਸਨ। ਮੇਰੀ ਇਸ ਨਜ਼ਰ ਵਿੱਚ ਉਸ ਵੇਲੇ ਦੇ ਹਾਲਾਤ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ। ਅੱਛਾ ਅਗਲੀਆਂ ਕੋਈ ਅਫਸਾਨੇ ਜਾਂ ਖਾਬ ਨਹੀਂ। ਉਸ ਵੇਲੇ ਇੱਕ ਨਕਸ਼ਾ ਹੈ ਜਿਹੜਾ ਉਸਤਾਦਾਂ ਦਾ
ਇਹ ਨਜ਼ਮ 1983 ਵਿੱਚ ਪੰਜਾਬ ਜ਼ਰੀ ਯੂਨੀਵਰਸਿਟੀ ਲੁਧਿਆਣਾ ਦੇ ਭਾਰਤ ਦੇ ਵਿੱਚ ਬੁੱਢੇ ਮੁੰਡਿਆਂ ਦੀ ਅੰਜਮਨ ਦੇ ਸਲਾਨਾ ਜਲਸੇ ਵਿੱਚ ਪੜ੍ਹੀ ਗਈ ਸੀ। ਅੱਛਾ ਬਾਅਦ ਦਾ ਨਜ਼ਮ ਨੂੰ ਮੈਂ ਛਾਪ ਦਿੱਤਾ ਗਿਆ ਤਾਂ ਉਸ ਵੇਲੇ ਜਿਹੜੇ ਲੋਕ 47 ਤੋਂ ਬਾਅਦ ਜ਼ਰਾਇਤੀ ਕਾਲਜ ਜਾਂ ਇਹ ਕੱਢ ਦੇਣ 47 ਤੋਂ ਬਾਅਦ ਜ਼ਰਾਇਤੀ ਕਾਲਜ ਜਾਂ ਜ਼ਰੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਏ ਉਹਨਾਂ ਨੂੰ ਵੀ ਕੁਝ ਪਤਾ ਲੱਗ ਜਾਵੇ। ਇਹ ਹੁਣ ਗੱਲ ਸੁਣਨ ਵਾਲੀ, ਉਹਨਾਂ ਨੂੰ ਵੀ ਕੁਝ ਪਤਾ ਲੱਗ ਜਾਵੇ ਆ ਗਿਆ ਉਹਨਾਂ ਨੂੰ ਕੁਝ ਪਤਾ ਲੱਗ ਜਾਵੇ ਕਿ ਉਸ ਵੇਲੇ ਜ਼ਰਾਇਤੀ ਕਾਲਜ ਦੇ ਉਸਤਾਦਾਂ ਦੀ ਕਿੰਨੀ ਇੱਜ਼ਤ ਸੀ, ਮੁੰਡਿਆਂ ਦਾ ਆਪੇ ਵਿੱਚ ਕਿੰਨਾ ਪਿਆਰ ਸੀ ਅਤੇ ਉਸਤਾਦ ਦੇ ਸ਼ਾਗਿਰਦ ਦਾ ਰਿਸ਼ਤਾ ਕਿੰਨਾ ਉੱਚਾ ਸੁੱਚਾ ਸੀ। ਉਹਨਾਂ ਸਾਰੀਆਂ ਗੱਲਾਂ ਦੇ ਮਿਲ ਕੇ ਜ਼ਰਾਇਤੀ ਕਾਲਜ ਜਿਹਨੂੰ ਜੰਨਤ ਬਣਾ ਦਿੱਤਾ ਸੀ, ਉਹ ਜ਼ਰਾਇਤੀ ਕਾਲਜ ਜਿਹਨੂੰ ਅੱਜ ਲੋਕ ਲੱਭਦੇ ਨੇ ਅਤੇ ਲੱਭਦਾ ਨਹੀਂ, ਭੁਲਾਇਆ ਭੁੱਲਦਾ ਵੀ ਨਹੀਂ। ਕਿਆ ਬਾਤ ਹਾਂਜੀ ਸਦੀ 6ਵੀਂ ਅਤੇ 6ਵਾਂ ਸਾਲ ਸੀ। ਜ਼ਿਮੀਂਦਾਰਾਂ ਦਾ ਭੈੜਾ ਹੀ ਹਾਲ ਸੀ। ਇੱਥੇ ਪੈਂਦਾ ਰਹਿੰਦਾ ਕਾਲ ਸੀ, ਕੋਈ ਕਰਮਾਂ ਵਾਲਾ ਖੁਸ਼ਹਾਲ ਸੀ। ਉਸ ਵੇਲੇ ਦੀ ਸਰਕਾਰ ਨੇ ਅਤੇ ਹਾਕਮ ਸਾਂਦਲਵਾਰ ਨੇ ਲੋਕਾਂ ਦੀ ਗੱਲ ਨੂੰ ਸੁਣ ਲਿਆ, ਸ਼ਾਇਦ ਲਹਿਲਪੁਰ ਦਾ ਚੁਣ ਲਿਆ। ਹਾਂਜੀ ਉਹ ਵਾਹੀ ਬੀਜੀ ਵਾਸਤੇ ਲੋਕਾਂ ਨਾਲ ਨੇਕੀ ਵਾਸਤੇ ਕੁਝ ਇਲਮ ਦੇ ਸਿਖਲਾਉਣ ਲਈ ਮੁੰਡਿਆਂ ਦੇ ਪੜ੍ਹਨ ਪੜ੍ਹਾਉਣ ਲਈ ਕਾਲਜ ਵੱਡਾ ਬਣਵਾਇਆ, ਅਮਲੇ ਨੂੰ ਵੀ ਰਖਵਾਇਆ। ਉਹ ਪ੍ਰਿੰਸੀਪਲ ਅੰਗਰੇਜ਼ ਸਨ, ਆਪਣੇ ਕੰਮਾਂ ਵਿੱਚ ਤੇਜ਼ ਸਨ। ਉਹਨਾਂ ਅਮਲਾ ਭਰਤੀ ਕਰ ਲਿਆ, ਕਾਲਜ ਦਾ ਦਾਮਨ ਭਰ ਲਿਆ, ਮੁੰਡਿਆਂ ਨੂੰ ਦਾਖਲ ਕਰ ਲਿਆ ਅਤੇ ਕਮਰਿਆਂ ਨੂੰ ਭਰ ਲਿਆ। ਪਹਿਲਾਂ ਮੁੰਡੇ ਜਿਹੜੇ ਪੜ੍ਹ ਗਏ ਸਭ LAG ਉਹ ਕਰ ਗਏ, ਕਾਲਜ ਤਰੱਕੀ ਕਰ ਗਿਆ, ਰਤਬਾ ਵੀ ਉਸਦਾ ਪੜ੍ਹ ਗਿਆ, ਫਿਰ ਡਿਗਰੀ ਕੋਰਸ ਆ ਗਿਆ, ਉਹਦੀ ਕਦਰ ਹਰ ਕੋਈ ਪਾ ਗਿਆ, ਮੁੰਡਿਆਂ ਦਾ ਸ਼ੌਕ ਵੱਧ ਗਿਆ, ਭਾਅ ਦਾਖਲੇ ਦਾ ਚੜ੍ਹ ਗਿਆ। ਉਸ ਵੇਲੇ ਦੇ ਉਸਤਾਦ ਵੀ ਖੁਸ਼ਬਖਤ ਵੀ ਅਤੇ ਸ਼ਾਦ ਵੀ, ਦਿਲ ਮੇਰਾ ਹੈ ਆਬਾਦ ਵੀ, ਅੱਜ ਤੱਕ ਉਹਨਾਂ ਦੀ ਯਾਦ ਵੀ ਸਭ ਦੇ ਦਿਲਾਂ ਵਿੱਚ ਵੱਸਦੀ। ਉਹ ਖੇਡਦੀ ਉਹ ਹੱਸਦੀ, ਕੁਝ ਗੱਲਾਂ ਉਹਨਾਂ ਦੀਆਂ ਕਰਾਂ, ਫੁੱਲਾਂ ਨਾਲ ਝੋਲੀ ਮੈਂ ਭਰਾਂ, ਕੁਝ ਯਾਦਾਂ ਮੈਂ ਤਾਜ਼ਾ ਕਰਾਂ, ਕੁਝ ਭੁੱਲੀਆਂ ਗੱਲਾਂ ਕਰਾਂ। ਖੋਲ੍ਹੋ ਦਿਲਾਂ ਦੀਆਂ ਬਾਰੀਆਂ, ਅੱਜ ਤਾਜ਼ਾ ਕਰ ਲਓ ਯਾਰੀਆਂ। ਕਿਆ ਬਾਤ। ਅੱਛਾ ਅੱਗੇ ਲੋਕਾਂ ਦੇ ਨਾਂ ਨੇ। ਅਫਜ਼ਲ ਹੁਸੈਨ ਦਾ ਕਹਿਣਾ ਇਹ ਪ੍ਰਿੰਸੀਪਲ ਸੀ, ਫਿਰ ਲੈਂਡਰ ਅੰਗਰੇਜ਼ ਸੀ। ਇਹ ਮੈਂ ਜਿਹੜੇ ਮੇਰੇ ਵੇਲੇ ਸੀ ਉਹਦੇ ਵੇਲੇ ਆਖਿਆ ਫਤਿਹਦੀਨ ਮੌਲਵੀ ਮੇਰਾ ਪ੍ਰਿੰਸੀਪਲ ਜਦੋਂ ਮੈਨੂੰ ਦਾਖਲ ਹੋਇਆ ਉਹਦੇ ਵੇਲੇ ਅੱਛਾ ਰਾਏ ਬਹਾਦਰ, ਉਹ ਰਾਏ ਬਹਾਦਰ ਲੂਥਰਾ, ਮੈਂ ਤੈਨੂੰ ਹਿੰਦੂਆਂ ਜਾਂ ਸਿੱਖਾਂ ਦੀ ਗੱਲ ਸੁਣਾਂਗਾ ਥੋੜ੍ਹੀ। ਉਹ ਰਾਏ ਬਹਾਦਰ ਲੂਥਰਾ, ਉਹਦਾ ਸਾਣੀ ਨਾ ਕੋਈ ਦੂਸਰਾ, ਟੀਚਰ ਤੇ ਉਹ ਵੀ ਸੀ ਬੜਾ, ਅੱਜ ਬਾਗਬਾਨੀ ਦਾ ਬੜਾ, ਅੱਜ ਯਾਦ ਉਸਦੀ ਆਮਦੀ ਅਤੇ ਦਿਲ ਨੂੰ ਹੈ ਗੁਰੂ ਆਮਦੀ। ਉਹ ਰਾਓ ਬਹਾਦਰ ਰਾਮ ਧਨ, ਉਹ ਕੰਮ ਸੁਗਨ ਵਿੱਚ ਕੰਮ ਦੇ ਰਹਿੰਦਾ ਸੀ ਮਗਨ, ਉਹਦੀ ਜਾਨ ਅਤੇ ਉਹਦਾ ਤਨ ਮਨ, ਉਹ ਕੰਮ ਸੁੱਚਾ ਕਰ ਗਿਆ, ਕਾਲਜ ਨੂੰ ਉੱਚਾ ਕਰ ਗਿਆ। ਅੱਛਾ ਇਹ ਛੱਡੋ, ਜਿਹੜਾ ਲਾਭ ਸਿੰਘ ਸਰਦਾਰ ਸੀ, ਇਹ ਮੇਰੇ ਵੇਲੇ ਦੀ ਗੱਲ, ਜਿਹੜਾ ਲਾਭ ਸਿੰਘ ਸਰਦਾਰ ਸੀ ਇਸ ਬਾਗ ਦੀ ਉਹ ਬਹਾਰ ਸੀ, ਇਹ LS ਦਾ ਕੱਢਣ ਹਾਰ ਸੀ। ਉਹਨਾਂ ਖੇਤਾਂ ਦੇ ਨਾਲ ਪਿਆਰ ਸੀ, ਕੰਮ ਜਿਹਾ ਕਪਾਹ ਕੇ ਕਰ ਗਿਆ, ਉਹ ਜੱਟਾਂ ਦੇ ਕੋਠੇ ਭਰ ਗਿਆ। ਅੱਗੇ ਸੀ ਕੋਈ ਲਾਲ ਸਿੰਘ ਦਾ, ਇਹ ਫਰੂਟ ਜਿਹੜਾ ਕੁਝ ਲਾਲ ਸਿੰਘ ਦਾ ਜ਼ਿਕਰ ਵੀ, ਕੁਝ ਬਾਲ ਸਿੰਘ ਦੀ ਫਿਕਰ ਵੀ, ਕੁਝ ਸ਼ਾਮ ਸਿੰਘ ਦਾ ਕੰਮ ਵੀ, ਕੁਝ ਦੂਜਿਆਂ ਦਾ ਦਮ ਵੀ। ਇਹ ਬਾਗ ਦੇ ਗੁਲਜ਼ਾਰ ਨੇ, ਅੱਜ ਕਿੰਨੋਂ ਦੇ ਬਾਜ਼ਾਰ ਨੇ। ਸਰਦਾਰ ਬਹਾਦਰ ਜਗਤ ਸਿੰਘ ਜੀ, ਸਰਦਾਰ ਬਹਾਦਰ ਜਗਤ ਵੀ, ਉਹ ਗੁਰੂ ਤੇ ਨਾਲੇ ਭਗਤ ਵੀ, ਉਹਦਾ ਤਾਜ ਵੀ ਸੀ ਅਤੇ ਤਖਤ ਵੀ, ਉਹਦੇ ਕਿੱਡੇ ਸੋਹਣੇ ਬਖਤ ਵੀ। ਉਹ ਹੋਸਟਲ ਦਾ ਵਾਰਡਨ, ਉਹਦੇ ਉੱਤੋਂ 12 ਤਨ ਮਨ। ਅੱਗੇ ਆ ਗਿਆ ਉਹ ਭਾਈ ਬਾਲਮ ਕੰਦ ਜੀ ਆ ਤਸਵੀਰ ਹੈ, ਉਹ ਭਾਈ ਬਾਲਮ ਕੰਦ ਸੀ, ਦਿਲ ਦਾ ਦੌਲਤਮੰਦ ਸੀ, ਉਹ ਤਾਰਿਆਂ ਵਿੱਚ ਚੰਦ ਸੀ, ਸਾਡੇ ਨਾਲ ਘਿਓ ਦੇ ਖੰਡ ਸੀ। ਜਦੋਂ ਮੁੰਡਿਆਂ ਨੂੰ ਸੀ ਬਣਾਉਂਦਾ, ਕੁਝ ਗੁੱਥੇ ਵੱਜੇ ਆਮਦਾ ਅਤੇ ਥੋੜ੍ਹਾ ਥੋੜ੍ਹਾ ਤਲਾਮਦਾ, ਫਿਰ ਘੰਟਾ ਕੱਢ ਦੇ ਖਿਲਾਮਦਾ। ਜਿਹੜਾ ਲਾਲਾ ਚੂਨੀ ਲਾਲ ਸੀ, ਉਹਦੀ ਮਸਤਾਨਾ ਦੀ ਚਾਲ ਸੀ, ਹਰ ਹਾਲ ਵਿੱਚ ਖੁਸ਼ਹਾਲ ਸੀ, ਮੁੰਡਿਆਂ ਦਾ ਉਹ ਰਖਵਾਲ ਸੀ। ਇਹ ਮੈਂ ਤੁਹਾਨੂੰ ਦੱਸਣਾ ਗੁਪਤਾ ਸਾਹਿਬ, ਕੁਝ ਗੁਪਤਾ ਸਾਹਿਬ ਦੀ ਗੱਲ ਵੀ, ਇਹ ਬੰਗਾਲੀ ਸੀ, ਉਹ ਫੁੱਲ ਵੀ ਸੀ ਅਤੇ ਫਲ ਵੀ, ਸਾਡੇ ਦਿਲਾਂ ਦਾ ਤਾਜ ਮਹੱਲ ਵੀ, ਉਹਦੇ ਬਾਝ ਨਾਲ ਲੰਘਦਾ ਪਲ ਵੀ। ਉਹ ਜਾਇਆ ਸੀ ਕਿਹੜੀ ਮਾਂ ਦਾ, ਉਹ ਬੰਦਾ ਸੀ ਕਿਹੜੇ ਥਾਂ ਦਾ। ਅੱਗੇ ਆ ਗਿਆ ਪੰਡਿਤ ਗੁਲੈਰੀ ਹੱਥ ਦਾ। ਮੈਂ ਪੰਡਿਤ ਗੁਲੈਰੀ, ਇਹ ਜੋਗਿੰਦਰ ਨਾਥ ਗੁਲੈਰੀ ਹਿੰਦੂ ਸੀ, ਮਧਰਾ ਸੀ ਉਹ ਅਤੇ ਕੱਦ ਦਾ, ਅੱਖਾਂ 'ਚ ਸੀ ਉਹ ਜੱਚਦਾ, ਅੱਜ ਦਿਲ ਦੇ ਵਿੱਚ ਉਹ ਵੱਸਦਾ। ਡੂੰਘਾ ਬੜਾ ਦਰਿਆ ਸੀ ਉਹ, ਨਾਲ ਇਲਮ 'ਤੇ ਭਰਿਆ ਸੀ। ਹਾਂਜੀ ਸੋਹਣਾ ਮੁੱਖ ਅਤੇ ਸ਼ਕਲ ਪਿਆਰੀ, ਸਦਕੇ ਉਸ ਤੋਂ ਜਾਵਾਂ ਬਾਰੀ, ਕਰੇ ਲੈਕਚਰ ਦੀ ਖੂਬ ਤਿਆਰੀ। ਉਹਨੂੰ ਕਹਿੰਦੇ ਸਨ ਲੋਕ ਭੰਡਾਰੀ, ਕ੍ਰਿਸ਼ਨ ਲਾਲ ਭੰਡਾਰੀ ਹਿੰਦੂ ਸੀ। ਜਦੋਂ ਵਿੱਚ ਕਲਾਸ ਦੇ ਆਮਦਾ ਗੱਭਰੂ ਮੁੰਡੇ, ਖੂਬਸੂਰਤ ਆਦਮੀ ਸੀ। ਅੱਗੇ ਆ ਗਿਆ ਤੁਹਾਨੂੰ ਦੱਸਣਾ, ਉਹ ਗੁਰਦਿਆਲ ਪੋਸਟ ਸੀ, ਸਿੱਖ ਹੀ ਮੁੰਡਾ ਸਾਡੇ ਨਾਲ। ਇਹ ਨੌਕਰ ਵਾਈ ਸਾਨੂੰ ਸੀਨੀਅਰ ਸੀ।
ਜਿਹਦੀ ਮੇਰੇ ਨਾਲ ਸੀ ਦੋਸਤ ਸੀ ਉਹ ਗੁੜਗਾਉਂ ਤੋਂ ਆਉਣਾ ਪਿੰਡ ਮਾਲੀ ਅਸੀਂ ਹੁਣ ਉਹ ਹਾਰੇ ਜਿਹੜਾ ਉਸ ਵੇਲੇ ਮੇਰੇ ਵੇਲੇ ਸੀ ਅੱਛਾ ਅਸੀਂ ਵਿੱਚ ਗਰਾਊਂਡਾਂ ਜਾਂਦੇ ਅਸੀਂ ਰਲ ਮਿਲ ਜੱਫੀਆਂ ਪਾਉਂਦੇ ਕੁਝ ਹੀਰ ਤੇ ਮਾਝਾ ਗਾਉਂਦੇ ਕੁਝ ਭੰਗੜਾ ਵੀ ਉੱਥੇ ਪਾਉਂਦੇ ਕੁਝ ਖੇਡਦੇ ਕੁਝ ਖਿਡਾਉਂਦੇ ਕੁਝ ਸੀਟੀਆਂ ਬਾਹਰ ਵਜਾਉਂਦੇ ਕੁਝ ਟੈਂਕ ਦੇ ਵਿੱਚ ਵੀ ਨਹਾਉਂਦੇ ਕੁਝ ਅੰਦਰ ਗੋਤੇ ਖਾਂਦੇ ਕੁਝ ਬਾਹਰ ਹੀ ਰੌਲਾ ਪਾਉਂਦੇ ਅਤੇ ਕੂੰਜਾਂ ਵਾਂਗ ਕਰ ਲਾਉਂਦੇ ਥੱਕ ਟੁੱਟ ਕੇ ਵਾਪਸ ਆਉਂਦੇ ਕੁਝ ਪੜ੍ਹਦੇ ਕੁਝ ਸੌਂ ਜਾਂਦੇ ਵਿੱਚ ਸ਼ਹਿਰ ਲਾਹੌਰ ਦੇ ਜਾ ਕੇ ਉੱਥੇ ਫੌਜੀ ਕੈਂਪ ਲਗਾ ਕੇ UTC ਦੀ ਵਰਦੀ ਪਾ ਕੇ ਅਤੇ ਦਰਵੈਲੀ ਬਿਗਲ ਵਜਾ ਕੇ ਮੂੰਹ ਧੋ ਕੇ ਜਾਂ ਫਿਰ ਨਹਾ ਕੇ ਚਾਹ ਪੀ ਕੇ ਬਿਸਕੁਟ ਖਾ ਕੇ PT ਦਾ ਚੱਕਰ ਲਾ ਕੇ ਹਾਂਜੀ ਕੁਝ ਗੋਡੇ ਬਾਹਾਂ ਰਗੜਾ ਕੇ ਹਾਂਜੀ ਕੁਝ ਗੋਲੀ ਬੰਬ ਚਲਾ ਕੇ ਗੋਰਿਆਂ ਦੀਆਂ ਝਿੜਕਾਂ ਖਾ ਕੇ ਕੁਝ ਰੌਲਾ ਰੱਪਾ ਪਾ ਕੇ 2 ਹਫ਼ਤੇ ਉੱਤੇ ਲਾ ਕੇ ਹੁੰਦੀ ਸੀ ਸਾਡੀ ਵਾਪਸੀ ਕੋਈ ਸਖਤੀ ਦੇ ਕੋਈ ਦਿਲ ਲੱਗੀ ਉਹ ਫਸਟ ਈਅਰ ਦਾ ਆਉਣਾ ਸਾਡਾ ਮੜੀ ਡੇ ਮਨਾਉਣਾ ਅਤੇ ਗਵਾਰਾ ਵੀ ਕਟਵਾਉਣਾ ਫਿਰ ਹਲਦੇ ਪਿੱਛੇ ਡਾਉਣਾ ਉਹ ਧੁੱਪੇ ਗੋਡੀ ਕਰਨਾ ਕਈ ਲੈ ਕੇ ਖੇਤੇ ਵੜਨਾ ਆ ਹੁਣ ਆਖਰੀ ਬੰਦ ਇਸੇ ਸੁਣਿਆ ਇਹ ਮੈਂ ਲਿਖਿਆ ਕਿ ਉਹਨਾਂ ਰੋਪੇ ਉਹ ਵੇਲਾ ਹੀ ਕੁਝ ਹੋਰ ਸੀ ਉਹ ਵੇਲਾ ਹੀ ਕੁਝ ਹੋਰ ਸੀ ਨਾ ਰੌਲਾ ਸੀ ਨਾ ਸ਼ੋਰ ਸੀ ਨਾ ਕੋਈ ਦਿਲ ਵਿੱਚ ਚੋਰ ਸੀ ਉਹ ਕਿੱਡਾ ਸੋਹਣਾ ਦੌਰ ਸੀ ਉਹ ਸੱਚੀਆਂ ਸਨ ਯਾਰੀਆਂ ਉਹ ਸੁੱਚੀਆਂ ਦਿਲਦਾਰੀਆਂ ਜਦੋਂ ਯਾਰ ਉਹ ਦਿਨ ਨਹੀਂ ਆਉਂਦੇ ਵਿੱਚ ਅੱਖੀਆਂ ਹੰਝੂ ਪਾਉਂਦੇ ਕਿਆ ਬਾਤ ਕਿਆ ਬਾਤ ਇਹ ਉੱਥੇ ਪੜ੍ਹੀ ਮੈਂ ਲੁਧਿਆਣੇ ਉਹ ਰੋਬੇ ਵਾਕੇ ਕਿਆ ਬਾਤ ਹੈ ਬਜ਼ੁਰਗੋ ਇਹ ਤੁਸੀਂ ਇਸ ਕਿਤਾਬ ਦੇ ਮੁਸੰਨਫ ਹੋ ਤੁਸੀਂ ਲਿਖੀ ਹੋਈ ਹੈ ਅੱਛਾ ਬਜ਼ੁਰਗੋ ਤੁਸੀਂ ਇਹ ਤੁਹਾਨੂੰ ਦੱਸਣੇ ਇਹ ਤਾਂ ਤੁਸੀਂ ਕਮਾਲ ਕੀਤਾ ਲੇਕਿਨ ਮੇਰਾ ਦਿਮਾਗ ਕਿਧਰੇ ਹੋਰ ਚਲਾ ਗਿਆ ਕੁਝ ਲਾਲ ਸਿੰਘ ਦਾ ਜ਼ਿਕਰ ਵੀ ਫਰੂਟ ਸਪੈਸ਼ਲ ਸੀ ਇਹ ਲਾਲ ਸਿੰਘ ਬਾਰੇ ਜ਼ਰਾ ਮੈਨੂੰ ਦੱਸੋ ਇਹਨਾਂ ਬਾਰੇ ਮੈਨੂੰ ਕੁਝ ਹੋਰ ਗੱਲਾਂ ਵੀ ਪਤਾ ਲੱਗੀਆਂ ਸਨ ਲਾਲ ਸਿੰਘ ਸਰਦਾਰ ਜਿਹੜਾ ਸੀ ਨਾ ਤੁਸੀਂ ਹੁਣ ਗੱਲਾਂ ਬੜੀ ਪਿਆਰੀਆਂ ਕਰ ਲਾਲ ਸਿੰਘ ਸਰਦਾਰ ਇਹ ਫਰੂਟ ਸਪੈਸ਼ਲਿਸਟ ਸੀ ਅੱਛਾ ਇਹ ਜਿਹੜਾ ਫਲਦਾ ਹੈ ਨਾ ਸਾਰਾ ਇਹ ਜਿਹੜਾ ਸਾਡਾ ਇੱਕ ਹਾਰਟੀਕਲਚਰ ਸੈਕਸ਼ਨ ਹੁੰਦਾ ਸੀ ਜਿਹਨੂੰ ਫਰੂਟ ਸੈਕਸ਼ਨ ਕਹਿੰਦੇ ਸਾਂ ਸੀ ਉਹਦੇ ਵਿੱਚ ਵੇਖੋ ਕੁਦਰਤ ਖੁਦਾ ਦੀ ਮੈਂ ਹੈਰਾਨ ਹੁੰਦਾ ਕਿ ਉਸ ਵੇਲੇ ਕੀ ਵੰਡਾਂ ਪਈਆਂ ਜਿੰਨਾ ਸੀ ਨਾ ਇਹ ਫਰੂਟ ਦਾ ਕੰਮ ਇਹ ਸਰਦਾਰਾਂ ਸਿੱਖਾਂ ਦੇ ਹਵਾਲੇ ਹੋਇਆ ਸੀ ਜੀ ਗੁਰਦਿਆਲ ਇਹ ਲਾਲ ਸਿੰਘ ਫਿਰ ਇਹਦੇ ਨਾਲ ਸ਼ਾਮ ਸਿੰਘ ਫਿਰ ਇਹਦੇ ਨਾਲ ਬਾਲ ਸਿੰਘ ਫਿਰ ਜਿੰਨੇ ਵੀ ਸਨ ਉੱਥੇ 90% ਬੰਦੇ ਜਿਹੜੇ ਸਨ ਇਸ ਹਾਰਟੀਕਲਚਰ ਉਹ ਸਿੱਖ ਸਰਦਾਰ ਸਨ ਇੱਕ ਮੁਸਲਮਾਨ ਸੀ ਮੁਸਾਬਦੀਨ ਖਾਂ ਜਾਂ ਮੇਰਾ ਇੱਕ ਜਮਾਤੀ ਹਦਾਇਤ ਹੈ 2 ਮੁਸਲਮਾਨ ਉੱਥੇ ਬੜੇ ਨੇ ਬਾਕੀ ਸਾਰਾ ਜਿਹੜਾ ਸੀ ਨਾ ਮੈਂ ਇਹ ਦਾਤ ਦੇਣਾ ਕਿ ਇਹਨਾਂ ਸਿੱਖਾਂ ਸਰਦਾਰਾਂ ਨੇ ਇਸ ਹਾਰਟੀਕਲਚਰ ਨੂੰ ਬੜਾ ਚੁੱਕਿਆ ਔਰ ਇਹ ਬੜੀ ਰਿਸਰਚ ਕੀਤੀ ਇਹ ਕਿੰਨੋ ਜਿਹੜਾ ਇਹਨਾਂ ਇਹ ਲਾਲ ਸਿੰਘ ਦਾ ਮੈਂ ਦਾਤ ਦੇਣਾ ਇਸ ਵਾਸਤੇ ਕਿੰਨੋ ਦੇ ਬਾਗਾਤ ਨੇ ਇਹ ਕਿੰਨੋ ਜਿਹੜਾ ਕੱਢਿਆ ਨਾ ਉਸ ਵੇਲੇ ਇਹ ਲਾਲ ਸਿੰਘ ਇਹ ਬੜਾ ਅੱਛਾ ਆਦਮੀ ਸੀ ਬੜਾ ਬਹਾਦਰ ਆਦਮੀ ਸੀ ਇਹਦਾ ਮੁੰਡਾ ਸੀ ਸੁਰਿੰਦਰ ਸਿੰਘ ਇੱਕ ਉਹ ਮੇਰਾ ਜਮਾਤੀ ਸੀ ਅੱਛਾ ਲਾਲ ਸਿੰਘ ਦਾ ਇੱਕ ਮੁੰਡਾ ਸੁਰਿੰਦਰ ਸਿੰਘ ਜੀ ਇੱਕ ਇਹਦਾ ਭਤੀਜਾ ਸੀ ਭੁਪਿੰਦਰ ਸਿੰਘ ਅੱਛਾ ਇਹ ਦੋਵੇਂ ਮੇਰੇ ਜਮਾਤੀ ਸਨ 1941 'ਚ ਮੇਰੇ ਨਾਲ ਪੜ੍ਹਦੇ ਇੱਕ ਸੱਕਾ ਇਹਦਾ ਪੁੱਤਰ ਆਪਣਾ ਇੱਕ ਇਹਦਾ ਛੱਕਾ ਭਤੀਜਾ ਸੁਰਿੰਦਰ ਸਿੰਘ ਦਾ ਪੁੱਤਰ ਸੀ ਤੇ ਭੁਪਿੰਦਰ ਸਿੰਘ ਦਾ ਭਤੀਜਾ ਸੀ ਇਹ ਮੇਰੇ ਜਮਾਤੀ ਸੀ ਸਹੀ ਇਹ ਲਾਲ ਸਿੰਘ ਕਿੱਥੋਂ ਦਾ ਸੀ ਕੋਈ ਪਤਾ ਹੈ ਇਹ ਲਾਲ ਸਿੰਘ ਜਿਹੜਾ ਸੀ ਨਾ ਇਹ ਮੈਂ ਕਹਿੰਦਾ ਇਹ ਲਾਲ ਸਿੰਘ ਦੀ ਰਹਿਣ ਵਾਲਾ ਉਧਰ ਦਾ ਹੀ ਕਿਤੇ ਮੇਰਾ ਖਿਆਲ ਹੈ ਇਹ ਹੁਸ਼ਿਆਰਪੁਰ ਦਾ ਸੀ ਜਾਂ ਕਿੱਥੋਂ ਇੱਥੇ ਜਦੋਂ ਲਾਇਲਪੁਰ ਆਇਆ ਤਾਂ ਕਿੱਥੇ ਇਹ ਜੇ ਲਾਇਲਪੁਰ ਆਇਆ ਤੇ ਅਫਸਰ ਬਣ ਕੇ ਆਇਆ ਨਾ ਇੱਥੇ ਅੱਛਾ ਇੱਥੇ ਅਫਸਰ ਬਣ ਗਿਆ ਕਲਾਸ 1 ਅਫਸਰ ਇਹਨੂੰ ਗੌਰਮੈਂਟ ਨੇ ਕਲਾਸ 1 ਇੱਕ ਦੇ ਕੁਆਲੀਫਿਕੇਸ਼ਨ ਇਹਨੇ ਲੈ ਲਈ ਆਪਣੀ ਪੜ੍ਹਿਆ ਫਿਰ ਇਹਨੇ ਇੱਥੇ ਹੀ ਪੜ੍ਹਿਆ ਅਤੇ ਇੱਥੇ ਹੀ ਬਾਹਰ ਚਲਾ ਗਿਆ ਬਲੈਸ ਉੱਥੋਂ ਕੋਈ ਡਿਗਰੀ ਲਾਇਆ ਸੀ ਇਸ ਵਾਸਤੇ ਆਉਂਦਿਆਂ ਇਹਨੂੰ ਫਰੂਟ ਸਪੈਸ਼ਲ ਲਾ ਦਿੱਤਾ ਔਰ ਇਹਨੇ ਬੜਾ ਕੰਮ ਕੀਤਾ ਇਹ 1929 'ਚ ਲੱਗ ਗਿਆ ਸੀ ਫਰੂਟ ਸਪੈਸ਼ਲ ਇਹ ਫਿਰ ਸ਼ਾਮ ਸਿੰਘ ਜਿਹੜਾ ਸੀ ਨਾ ਸ਼ਾਮ ਸਿੰਘ ਵੀ ਇੱਥੇ ਆ ਗਿਆ ਬਾਲ ਸਿੰਘ ਜਿਹੜਾ ਸੀ ਜਿਹੜੇ ਤਕਸੀਮ ਹੋਈ ਹੈ ਨਾ ਬਾਲ ਸਿੰਘ ਬਾਜਵਾ ਉਹ ਇੱਥੇ ਰਹਿਣਾ ਚਾਹੁੰਦਾ ਸੀ ਜਾਣਾ ਨਹੀਂ ਚਾਹੁੰਦਾ ਉਹ ਆਂਦਾ ਸੀ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਉਹ ਗਾਰਮਨ ਸਿਆਰਕੋਟ ਦਾ ਸੀ ਕਿੱਧਰ ਦਾ ਉਹ ਲੇਕਿਨ ਇੱਥੇ ਦੇ ਹਾਲਾਤ ਜਦੋਂ ਵਿਗੜੇ ਤੇ ਉਹ ਵੀ ਚਲਾ ਗਿਆ ਅੱਛਾ ਬਜ਼ੁਰਗੋ ਇਹ ਦੱਸੋ ਤੁਸੀਂ ਮੈਟ੍ਰਿਕ ਖਾਲਸਾ ਕਾਲਜ ਤੋਂ ਕੀਤੀ ਸੀ ਨਹੀਂ ਮੈਟ੍ਰਿਕ ਮੈਂ ਪੱਕੀ ਮਾੜੀ ਮੁਸਲਿਮ ਤਾਰਕਾਬਾਦ ਸਕੂਲ ਤੋਂ ਕੀਤੀ ਅੱਛਾ ਵੈਸੇ ਲੈਲਪੁਰ ਦਾ ਪੁਰਾਣਾ ਨਾਮ ਵੀ ਪੱਕੀ ਮੜੀ ਲੈਲਪੁਰ ਦਾ ਪੁਰਾਣਾ ਨਾਮ ਜਿਹੜਾ ਸੀ ਨਾ ਲੈਲਪੁਰ ਹੀ ਸੀ ਉਹ ਸਕੂਲ ਦਾ ਨਾ ਪੱਕੀ ਮਾੜੀ ਸਕੂਲ ਸੀ ਤਾਰਕਾਬਾਦ ਵਿੱਚ ਬਣਿਆ ਵੀ ਨਹੀਂ ਸੀ ਅੱਛਾ ਤਾਰਕਾਬਾਦ 'ਚ ਮੈਂ ਉੱਥੇ ਪੜ੍ਹਦਾ ਹੁੰਦਾ ਹਾਂ ਅਤੇ ਫਿਰ ਬੜੀਆਂ ਮਿਲ ਹੁੰਦੀ ਸੀ ਸ਼ੂਗਰ ਮਿਲ ਉੱਥੋਂ ਸਾਡੇ ਸਕੂਲੋਂ ਮਿਲ ਵੇਚਦੀ ਸੀ ਇਹ 1930 31 32 'ਚ ਮੈਂ ਉੱਥੇ ਚਲਾ ਗਿਆ ਨਾ
ਤੇ ਪਹਿਲੀ ਦੂਜੇ ਦੇ ਲਾ ਕੇ 10ਵੀਂ ਉੱਥੇ ਹੀ ਕੀਤੀ ਤੇ ਤਾਰਕਾਬਾਦ ਬਾਅਦ ਚ ਬਣਿਆ। ਇਹ ਜਿੰਨੇ ਮਹੱਲੇ ਨੇ ਨਾ ਤੁਸੀਂ ਵੇਖਦੇ ਹੋ ਗੁਰੂ ਨਾਨਕਪੁਰਾ, ਹਰਚੰਦਪੁਰਾ, ਪ੍ਰਤਾਪ ਨਗਰ, ਇਹ ਪਾਕਿਸਤਾਨ ਬਣ ਤੋਂ ਪਹਿਲਾਂ ਬਣਨੇ ਸ਼ੁਰੂ ਹੋ ਗਏ ਸਨ। ਅੱਛਾ, ਇਹ ਗੋਬਿੰਦਪੁਰਾ ਬਣ ਗਿਆ ਸੀ ਪ੍ਰਤਾਪ ਨਗਰੀ ਬਣ ਗਿਆ ਸੀ। ਮੇਰੇ ਕੋਈ ਜਮਾਤੀ ਪ੍ਰਤਾਪ ਨਗਰ ਹੀ ਰਹਿੰਦੇ ਸਨ, ਉੱਥੇ ਕਿਰਾਇਆ 5 ਰੁਪਏ ਮਕਾਨ ਹੁੰਦਾ, ਕਿਰਾਇਆ ਹੁੰਦਾ ਸੀ ਉਹਦਾ। ਗੋਬਿੰਦਪੁਰਾ ਬਣ ਗਿਆ ਸੀ, ਇਹ ਗੁਰੂ ਨਾਨਕਪੁਰਾ ਹੀ ਬਣ ਗਿਆ ਸੀ। ਗੁਰੂ ਨਾਨਕਪੁਰਾ ਵੀ ਆਬਾਦ ਹੋ ਗਿਆ ਬਣ ਗਿਆ ਸੀ, ਪਾਕਿਸਤਾਨ ਬਣ ਤੋਂ ਪਹਿਲਾਂ ਬਣ ਗਿਆ। ਅੱਛਾ, ਜੀਵਨ ਸਿੰਘ ਦੇ ਲਾਗੇ ਕਿਹੜੇ ਵੈਸੇ ਥਾਵਾਂ ਨੇ, ਕਿਹੜੇ ਚੱਕ ਵੱਜਦੇ ਨੇ ਜੀਵਨ ਸਿੰਘ ਦੇ ਲਾਗੇ? ਇਹ 213 ਹੈ ਨਾ ਜੀਵਨ ਸਿੰਘ? 213 ਦੇ ਚੱਕ ਸਨ। ਇਹ ਸਾਰੇ ਲਾਗੇ ਚਾਗੇ 4-5 ਚੱਕ ਸਨ। ਇਹ ਸਿੱਖਾਂ ਨੂੰ ਅਲਾਟ ਹੋਈ ਸੀ ਜ਼ਮੀਨ। ਅੱਛਾ, ਉਹ ਪਰਲੇ ਪਾਸੇ ਨਹਿਰ ਦੇ ਜਿਹੜੀ ਸੀ ਉਹ ਮੁਸਲਮਾਨਾਂ ਨੂੰ ਸੀ। ਉਹ 24 ਚੱਕ ਮੀਆਂ ਨੂਰੁੱਲਾ, ਹਾਫਿਜ਼ ਅਬਦੁੱਲਾ, ਉਹ 24 ਚੱਕ ਦੇ ਵਿੱਚ ਫਿਰ ਉਹਨਾਂ ਨੂੰ ਮਿਲੇ ਸਨ 5 ਮਰਬੇ। ਇਹ ਤੇ ਮੁਸਲਮਾਨਾਂ ਨੂੰ ਮਿਲੇ ਸਨ। ਠੀਕ ਹੈ। ਉਧਰੋਂ ਉਹ ਜਿਹੜਾ ਸੀ ਅਤਾ ਮਹਮੂਦ, ਉਹ ਪੱਕੀ ਮਾੜੀ 'ਚ ਜਿਹੜੇ ਹੋਏ ਨੇ ਰਾਜਪੂਤਾਂ ਦਾ ਸੀ ਚੱਕ, ਉਹਨੂੰ ਉਹ ਚੱਕ ਦੇ ਵਿੱਚ ਮਰਬੇ ਮਿਲ ਗਏ ਸਨ ਪੱਕੀ ਮਾੜੀ ਦੇ ਨਾਲ। ਇਹ ਸਰਦਾਰ ਜਿਹੜੇ ਸਨ, ਇਹਨਾਂ ਨੂੰ ਆ ਸਰਦਾਰ ਸਪੂਰਨ ਸਿੰਘ ਸੀ ਜਿਹੜਾ ਬਾਅਦ 'ਚ ਹਾਈ ਕਮਿਸ਼ਨਰ ਵੀ ਸੀ, ਡਿਪਟੀ ਹਾਈ ਕਮਿਸ਼ਨਰ ਵੀ ਆ। ਉਹਦੀ ਕੋਠੀ ਜਿਹਦੇ ਰਾਣਿਆਂ ਨੂੰ ਮਿਲੀ ਹੈ, ਰਾਣਾ ਵੈਲਵਟ। ਅੱਛਾ, ਰਾਣਾ ਵੈਲਵਟ ਸਪੂਰਨ ਸਿੰਘ ਨੇ ਬਣਾਈ ਸੀ। ਸਹੀ। ਇਹ ਕੋਠੀ ਸਾਡੇ ਸਾਹਮਣੇ, ਮੇਰੇ ਸਾਹਮਣੇ ਬਣੀ। ਅੱਛਾ, ਬੜੀ ਵੱਡੀ, ਉਸ ਵੇਲੇ ਨੰਬਰ 1 ਕੋਠੀ ਸੀ। ਅੱਛਾ, ਲਾਲਪੁਰ ਦੇ ਵਿੱਚ ਜਿਸ ਵੇਲੇ ਸਪੂਰਨ ਸਿੰਘ ਨੇ ਕੋਠੀ ਬਣਾਈ ਹੈ ਨਾ, ਇਹ ਨੰਬਰ 1 ਕੋਠੀ ਸੀ। ਸਹੀ। ਫਿਰ ਸਪੂਰਨ ਸਿੰਘ ਦੀ ਲੜਕੀ ਦੀ ਸ਼ਾਦੀ ਸੀ। ਮਹਾਰਾਜਾ ਪਟਿਆਲਾ ਜਿਹੜਾ ਸੀ ਨਾ, ਉਹਦਾ ਕੋਈ ਬੇਟਾ ਇੱਥੇ ਵਿਆਹਣ ਆਇਆ ਸੀ। ਇੱਥੇ ਬੜੀ ਰੌਣਕ ਰਹੀ। ਮਹਾਰਾਜਾ ਪਟਿਆਲੇ ਨੇ ਆਪਣੇ ਕਿਸੇ ਬੇਟੇ ਦੀ ਸ਼ਾਦੀ ਸਪੂਰਨ ਸਿੰਘ ਦੀ ਲੜਕੀ ਦੀ ਨਾਲ ਇੱਥੇ ਕੀਤੀ ਸੀ। ਸਪੂਰਨ ਸਿੰਘ ਵੱਡਾ ਸਰਦਾਰ ਸੀ ਇੱਥੇ। ਇਹ ਕੋਠੀ ਵਾਲੀ ਸੀ। ਹੁਣ ਕੋਠੀ ਹੈਗੀ ਆ ਜਿਹੜੀ ਰਾਣਾ ਵੈਲਵਟ ਦੀ ਜਿਹੜੀ ਆ ਜੜ੍ਹਾਂ ਵਾਲੇ ਰੋਡ ਤੇ। ਅੱਛਾ, ਜਿੱਥੇ ਖਾਲਸਾ ਕਾਲਜ ਹੈ, ਕਾਇਦੇ ਨਾਲ ਵੱਡੀ ਕੋਠੀ ਇੱਕ ਬਣੀ, ਬੜੀ ਵੱਡੀ। ਮੈਂ ਨਹੀਂ ਵੇਖੀ ਖਾਲਸਾ ਕਾਲਜ ਵੇਖਣ ਵਾਲੀ ਹੈ, ਬੜੀ ਵੱਡੀ ਕੋਠੀ ਹੈ। ਅੱਛਾ, ਉਹ ਸਪੂਰਨ ਸਿੰਘ ਦੀ ਕੋਠੀ। ਅੱਛਾ, ਉਹ ਮੈਂ ਇਹਨਾਂ ਉਹਨੇ ਵਿਚਾਰੇ ਨੇ ਬਣਾਈ, ਸਾਡੇ ਸਾਹਮਣੇ ਬਣੀ ਮੇਰੇ ਸਾਹਮਣੇ। ਸਹੀ, ਬੜੀ ਵੱਡੀ ਕੋਠੀ, ਬੜੀ ਵੱਡੀ। ਉਹ ਇਹਨਾਂ ਰਾਣੇ ਨੂੰ ਅਲਾਟ ਹੋ ਗਈ। ਅੱਛਾ, ਇਹ ਮੈਂ ਸੁਣਿਆ ਖਾਲਸਾ ਕਾਲਜ ਦੀ ਫੁੱਟਬਾਲ ਦੀ ਟੀਮ ਬੜੀ ਤਗੜੀ ਹੁੰਦੀ ਸੀ। ਫੁੱਟਬਾਲ ਦੀ ਬੜੀ ਅੱਛੀ ਟੀਮ ਸੀ। ਫੁੱਟਬਾਲ ਦੀ ਇਹਨਾਂ ਦੀ ਅੱਛੀ ਟੀਮ ਐਸੀ ਹੁੰਦੀ ਸੀ ਕਿ ਗਵਰਨਮੈਂਟ ਕਾਲਜ ਨਾਲ ਇਹਨਾਂ ਦਾ ਮੈਚ ਹੁੰਦਾ ਸੀ। ਜੀਸੀਯੂ ਗਵਰਨਮੈਂਟ। ਅੱਛਾ, ਇਹਨਾਂ ਦੇ ਸਾਡਾ ਮੈਚ ਵੀ ਜਿਹੜਾ ਸੀ ਨਾ, ਉਹ ਹਾਕੀ ਦੀ ਟੀਮ ਦਾ ਹੁੰਦਾ ਸੀ ਤੇ ਸਾਡਾ ਹੀ ਗਰਾਊਂਡ 'ਚ ਹੁੰਦਾ ਸੀ ਜਾਂ ਉਹਨਾਂ 'ਚ। ਸਾਡੇ ਉਹਨਾਂ ਨੇ ਨਾਅਰਾ ਅਸੀਂ ਉਹਨਾਂ ਦਾ ਨਾਅਰਾ ਬਣਾਇਆ ਸੀ, ਕੰਘੀ ਪੱਟੀ ਨਾ ਮਨਜ਼ੂਰ ਕੇ ਕੋਈ ਹੋ ਜੀ, ਕੰਘੀ ਪੱਟੀ। ਤੇ ਸਾਡਾ ਉਹਨਾਂ ਨਾਅਰਾ ਲੈ ਆਉਂਦੇ, ਹੱਲ ਪੰਜਾਲੀ ਨਾ ਪੰਜਾ। ਸਾਡਾ ਉਹ ਨਾਅਰਾ ਲਾਉਂਦੇ ਸਾਡੀ ਮੁਖਾਲਫ ਜਿਹੜੇ ਸਨ ਗਵਰਨਮੈਂਟ ਕਾਲਜ ਦੇ ਮੁੰਡੇ, ਹੱਲ ਪੰਜਾਲੀ ਨਾ ਮਨਜ਼ੂਰ। ਤੇ ਅਸੀਂ ਲੈਂਦੇ ਕੰਘੀ ਪੱਟੀ, ਉਹਨਾਂ ਨੂੰ ਬਾਹੂ ਕਰਦੇ। ਅੱਛਾ, ਕੰਘੀ ਪੱਟੀ ਨਾ ਮਨਜ਼ੂਰ। ਉਹ ਗਵਰਨਮੈਂਟ ਕਾਲਜ ਦੇ ਬਾਹਰ ਸਾਰੇ ਬਾਹੂ ਪੜ੍ਹਦੇ ਸਨ। ਇਹ ਜੱਟਾਂ ਦੇ ਮੁੰਡੇ ਸਨ ਸਾਰੇ ਇੱਥੇ ਰਿਆਇਤੀ ਕਾਲਜ। ਉਹ ਸਾਨੂੰ ਕਹਿੰਦੇ ਹੱਲ ਪੰਜਾਲੀ। ਅੱਛਾ, ਪਹਿਲਾਂ ਨਾਅਰਾ ਸਾਡੇ ਖਿਲਾਫ। ਅੱਛਾ, ਅਜੀਬ ਗੱਲ। ਸਹੀ। ਅੱਛਾ, ਜਦੋਂ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਤੁਸੀਂ ਗੱਲ ਕਰ ਰਹੇ ਸੀ, 1942 ਦੇ ਵਿੱਚ ਫੈਸਲਾਬਾਦ ਆਏ, ਤੁਸੀਂ ਉਸ ਵੇਲੇ ਤਕਰੀਰ ਕੀਤੀ ਸੀ? ਮੈਂ ਉਸ ਵੇਲੇ ਨਹੀਂ ਤਕਰੀਰ ਨਹੀਂ ਕੀਤੀ। ਇੱਥੋਂ ਅਸੀਂ ਉਹਨਾਂ ਦਾ ਇਸਤਕਬਾਲ ਕੀਤਾ। ਇੱਥੋਂ ਰੇਲਵੇ ਸਟੇਸ਼ਨ ਤੋਂ 200 ਮੁੰਡਾ ਸੀ ਕੁੱਲ ਮੁਸਲਮਾਨ। ਅੱਛਾ, ਤੇ ਉਹਨਾਂ ਦੀ ਬੱਗੀ ਤੇ ਉਹਨਾਂ ਨੂੰ ਚੜਾਇਆ। ਬੱਗੀ 2 ਘੋੜੇ ਦੀ, 4 ਦੀ ਮੈਨੂੰ ਹੁਣ ਯਾਦ ਨਹੀਂ, 4 ਘੋੜੇ ਦੀ ਬੱਗੀ। ਉਹਨਾਂ ਨੂੰ ਬਿਠਾ ਕੇ ਉਹ ਬੱਗੀ ਤੇ ਬਹਿ ਗਏ ਤੇ ਅਸੀਂ ਉਹਦੇ ਨਾਲ ਪੈਦਲ ਚੱਲਦੇ ਹਾਂ। 200 ਮੁੰਡਾ ਕੀ ਹੁੰਦਾ, ਪੈਦਲ ਲੱਗੇ ਪਿੱਛੇ ਉਹਨਾਂ ਨੂੰ ਕਦੇ ਵੇਖਦਾ। ਉਹਨਾਂ ਦੇ ਨਾਲ ਉਹ ਵਿਚਕਾਰ ਬੈਠੇ ਸਨ। ਸੱਜੇ ਪਾਸੇ ਉਹਨਾਂ ਦੀ ਭੈਣ ਬੈਠੀ ਸੀ ਫਾਤਮਾ ਜਨਾਹ, ਤੇ ਖੱਬੇ ਪਾਸੇ ਖਾਜਾ ਨਾਜ਼ਮੁੱਦੀਨ ਜਿਹੜਾ ਬਾਅਦ ਵਜ਼ੀਰ ਆਜ਼ਮ ਬਣਿਆ ਪਾਕਿਸਤਾਨ ਦਾ। ਇਹ 3 ਬੰਦੇ ਬੱਗੀ 'ਚ ਬੈਠੇ ਸਨ ਕਾਇਦ ਆਜ਼ਮ ਵਿੱਚ। ਇੱਥੋਂ ਤੁਰਿਆ ਸੀ, ਰੇਲ ਬਾਜ਼ਾਰ ਦੇ ਵਿੱਚ ਦਾਖਲ ਹੋ ਗਏ। ਇਹ ਗੁਮਟੀ ਦੇ ਚੌਕ 'ਤੇ ਰੇਲ ਬਾਜ਼ਾਰ 'ਚ ਇੱਥੋਂ ਦਾਖਲ ਹੋ ਕੇ ਤੇ ਅਸੀਂ ਚਲੇ ਗਏ ਚੱਕਰ ਕੱਢ ਕੇ ਤੇ ਉੱਥੋਂ ਅਮੀਰਪੁਰ ਦਾ ਪੌਣੇ ਬਾਜ਼ਾਰ 'ਚ ਹੁੰਦੇ ਅਸੀਂ ਡੂੰਗੀ ਗਰਾਊਂਡ ਚਲੇ ਗਏ। ਉੱਥੋਂ ਫਿਰ ਉਹਨਾਂ ਨੇ ਝੰਡਾ ਲਿਆ ਤੇ ਫਿਰ ਉਹਨਾਂ ਨੂੰ ਉੱਥੇ ਲੈ ਉਹ ਮਗਦਾਨ ਤੇ ਨਵਾਬ ਦੀ ਕੋਠੀ ਉੱਥੇ ਉਲਟਾਇਆ। ਸਹੀ ਹੋ ਗਿਆ, ਸਹੀ। ਅੱਛਾ ਬਜ਼ੁਰਗੋ, 47 ਤੋਂ ਪਹਿਲੇ, ਵੰਡ ਤੋਂ ਪਹਿਲੇ, ਉਜਾੜੇ ਤੋਂ ਪਹਿਲੇ ਇਸ ਗੱਲ ਦਾ ਪਤਾ ਹੈ ਸੀ ਕਿ ਸਿੱਖਾਂ ਨੇ, ਹਿੰਦੂਆਂ ਨੇ ਲੈਲਪੁਰ ਛੱਡ ਦੇਣਾ, ਜਾਂ ਇਸ ਗੱਲ ਦੀ ਕੋਈ ਉਹ ਨਹੀਂ ਸੀਗੀ? 1945 ਤੱਕ, ਬਲਕਿ 1946 ਦੀ ਇਲੈਕਸ਼ਨ ਤੋਂ ਪਹਿਲਾਂ ਤੱਕ ਕਿਸੇ ਨੂੰ ਵਹਿਮੋ ਗਮਾਨ ਵੀ ਨਹੀਂ ਸੀ ਕਿ ਅਸੀਂ ਇੱਥੋਂ ਜਾਣਾ ਹੈ। ਇਲੈਕਸ਼ਨ ਜ਼ਰੂਰ ਹੋਣੀ ਸੀ, ਲੇਕਿਨ 1945 ਤੱਕ ਤੇ ਬਿਲਕੁਲ ਨਾਮੋ ਨਿਸ਼ਾਨ ਨਹੀਂ ਸੀ ਨਾ, ਪਿਆਰ ਹੀ ਸੀ।
ਕੋਈ ਝਗੜਾ ਨਹੀਂ ਸੀ, ਕੋਈ ਗੱਲ ਨਹੀਂ। ਫਿਰ ਐਸਾ ਕਿਉਂ ਹੋਇਆ? ਕਿਉਂਕਿ ਦੇਖੋ ਲਾਇਲਪੁਰ ਦੇ ਵਿੱਚ ਦੱਸਿਆ ਜਾਂਦਾ ਹੈ, ਮੈਂ ਤੁਹਾਨੂੰ ਇਹ ਦੱਸਣਾ, ਮੈਂ ਅਕਸਰ ਇਹ ਉਹਨਾਂ ਆਪਣੇ ਦੋਸਤਾਂ ਨਾਲ ਵੀ ਗੱਲ, ਇਹਦੇ 'ਚ ਸਾਰਾ ਜਿਹੜਾ ਸੀ ਨਾ, ਸਾਰਾ ਉਸ ਵੇਲੇ ਮਾਸਟਰ ਤਾਰਾ ਸਿੰਘ ਸੀ। ਮਾਸਟਰ ਤਾਰਾ ਸਿੰਘ ਇਹ ਸਿੱਖਾਂ ਦਾ ਲੀਡਰ ਸੀ ਜੀ। ਮਾਸਟਰ ਤਾਰਾ ਸਿੰਘ ਨੇ ਇਹ ਉਹਦੀ ਕਿਤਾਬ ਹੀ ਇੱਕ ਲਿਖਤੀ ਉੱਥੇ ਅੰਮ੍ਰਿਤਸਰ ਦੇ ਵਿੱਚ ਵਿਕਦੀ ਹੈ, ਰਿਮਾਈਨੈਂਸ ਆਫ ਮਾਸਟਰ ਤਾਰਾ ਸਿੰਘ, ਲਿਖੀ ਗਈ ਉੱਥੇ, ਰਿਮਾਈਨੈਂਸ ਆਫ ਮਾਸਟਰ, ਉੱਥੇ ਲਿਖੀ ਉਹਨਾਂ ਨੇ, ਸਿੱਖਾਂ ਨੇ ਜਾ ਕੇ ਨਾ ਉਹਨਾਂ ਨੇ ਰਿਮਾਈਨੈਂਸ ਆਫ ਮਾਸਟਰ ਤਾਰਾ ਸਿੰਘ ਦੀ ਕਿਤਾਬ ਉੱਤੇ ਦਿੱਤੀ, ਉਹਦੀ ਲਾਈਵ 'ਚ ਲਿਖੀ। ਮਾਸਟਰ ਤਾਰਾ ਸਿੰਘ ਜਿਹੜਾ ਸੀ ਨਾ, ਉਹ ਫਨੈਟਿਕ ਸੀ ਕਿ ਨਹੀਂ ਜੀ ਅਸੀਂ ਇੱਥੇ ਇਹ ਕਰਨਾ। ਇੱਕ ਕਾਇਦੇ ਆਜ਼ਮ ਨੇ ਉਹਨੂੰ ਆਖਿਆ ਕਿ ਅਸੀਂ ਤੇਰੀ ਗੱਲ ਮੰਨ ਲੈਂਦੇ ਹਾਂ, ਅਸੀਂ ਸਿੱਖਾਂ ਨੂੰ ਇੱਕ ਬਫਰ ਸਟੇਟ ਦੇ ਦਿੰਦੇ ਹਾਂ, ਬਫਰ ਸਟੇਟ, ਕਿ ਉਹਨਾਂ ਹਿੰਦੂਆਂ ਦੇ ਹਿੰਦੁਸਤਾਨ ਅਤੇ ਸਾਡੇ ਪਾਕਿਸਤਾਨ ਵਿੱਚ ਇੱਕ ਬਫਰ ਸਟੇਟ ਬਣ ਜਾਏਗੀ ਜਿਹਦੇ 'ਚ ਅਸੀਂ ਤੁਹਾਨੂੰ ਆਜ਼ਾਦੀ ਦੇ ਦਿਆਂਗੇ। ਇਹ ਕਾਇਦੇ ਆਜ਼ਮ ਨੂੰ ਆਫਰ ਕੀਤੀ ਸੀ, ਇਹਨੂੰ ਅਸੀਂ ਕਹਿੰਦੇ ਹਾਂ ਬਫਰ ਸਟੇਟ। ਸਹੀ। ਕਿ ਇਹ ਜਿਹੜਾ ਹੁਣ ਜੋ ਸਿੱਖਾਂ ਦਾ ਪੰਜਾਬ ਬਣਿਆ, ਇਸ ਪੰਜਾਬ ਦੇ ਰੌਂਡੇ ਨੇ, ਉੱਥੇ ਅਸੀਂ ਆਖਿਆ ਕਿ ਤੁਹਾਨੂੰ ਅਸੀਂ ਬਫਰ ਸਟੇਟ ਦੇ ਦਿੰਦੇ ਹਾਂ। ਉੱਥੇ ਇਹ ਬਬਰ ਸਟੇਟ ਦਰਬਾਰ ਸਾਹਿਬ ਤੋਂ ਲੱਗ ਕੇ ਤੇ ਗੁੜਗਾਉਂ ਤੱਕ ਹੋਏਗੀ ਤੁਹਾਡੀ ਬਬਰ ਸਟੇਟ। ਉਹ ਮਾਸਟਰ ਤਾਰਾ ਸਿੰਘ ਸਿੰਘ ਗੱਲ, ਉਹ ਜਿਹੜੇ ਗਿਆਨੀ ਕਰਤਾਰ ਸਿੰਘ ਹੁੰਦਾ ਜੀ, ਸਿੱਖਾਂ ਦਾ ਸੈਕੰਡ ਲੀਡਰ, ਗਿਆਨੀ ਕਰਤਾਰ ਸਿੰਘ ਚੱਬਰ, ਗਿਆਨੀ ਕਰਤਾਰ ਸਿੰਘ ਬਹੁਤ ਅੱਛਾ ਆਦਮੀ ਜੀ ਜੀ। ਇੱਕ ਹੁੰਦਾ ਸੀ ਇੱਥੋਂ ਮਈਆਂ ਚੰਨੂ ਦਾ ਉੱਜਲ ਸਿੰਘ, ਉੱਜਲ ਸਿੰਘ, ਸਰਦਾਰ ਉੱਜਲ ਸਿੰਘ, ਇਹ ਨਾਂ ਯਾਦ ਰੱਖੇ, ਸਰਦਾਰ ਉੱਜਲ ਸਿੰਘ ਬਹੁਤ ਅੱਛਾ, ਮੈਂ ਉਹਨੂੰ ਵੇਖਿਆ, ਗੋਰੇ ਚਿੱਟੇ ਰੰਗ ਦਾ ਹੀ, ਬਹੁਤ ਖੂਬਸੂਰਤ ਇਨਸਾਨ। ਅੱਛਾ। ਉੱਜਲ ਸਿੰਘ ਤੇ ਗਿਆਨੀ ਕਰਤਾਰ ਸਿੰਘ, ਇਹ ਦੋ ਬੰਦੇ ਸਨ ਜਿਹੜੇ ਕਹਿੰਦੇ ਹਨ ਵੀ ਨਹੀਂ ਸਾਨੂੰ ਆਰਾਮ ਨਾਲ ਰਹਿਣਾ ਚਾਹੀਦਾ। ਤਾਰਾ ਸਿੰਘ ਪੇਸ਼ ਨਹੀਂ ਜਾਣ ਦਿੰਦਾ, ਤਾਰਾ ਸਿੰਘ ਦੀ ਵਜ੍ਹਾ ਨਾਲ ਸਾਰੀ ਗੱਲ ਬਣੀ ਖਰਾਬ ਹੋਈ, ਆ ਸਾਰਾ ਕੰਮ ਖਰਾਬ ਹੈ। ਸਹੀ, ਠੀਕ ਹੋ ਗਿਆ। ਵਰਨਾ ਇਹ ਗੱਲ ਬੜਾ ਇਕੱਠੇ ਰਹਿੰਦੇ। ਇਹਦੇ ਬਹੁਤ ਸਾਰੇ, ਇਸ ਗੱਲ ਦੇ ਬਹੁਤ ਸਾਰੇ ਰੁਖ ਨੇ। ਮੈਂ ਤਾਰਾ ਸਿੰਘ ਦੇ ਖਿਲਾਫ ਵੀ ਨਹੀਂ ਜਾਂਦਾ, ਉਹਨਾਂ ਦੇ ਹੱਕ 'ਚ ਵੀ ਨਹੀਂ ਜਾਂਦਾ, ਲੇਕਿਨ ਜਿਸ ਇਲਾਕੇ ਮਾਸਟਰ ਤਾਰਾ ਸਿੰਘ ਰਹਿੰਦੇ ਸੀ ਉਸ ਇਲਾਕੇ ਦੇ ਕਰੀਬ ਕਰੀਬ ਦੰਗੇ ਫਸਾਦ ਸ਼ੁਰੂ ਹੋਏ ਸਨ, ਔਰ ਉਹਨਾਂ ਦਾ ਕਾਰੋਬਾਰ, ਕੁਛ ਲੋਕ ਇਹ ਵੀ ਕਹਿੰਦੇ ਆ ਕਿ ਉਹਨਾਂ ਦੀ ਘਰ ਦੇ ਵਿੱਚ ਕੋਈ ਘਰ ਦੇ ਜੀਅ ਵੀ ਸਨ ਜਿਹੜੇ ਜਦੋਂ ਉਹਦੇ ਘਰ ਨੂੰ ਅੱਗ ਲਾਈ ਗਈ ਅਤੇ ਉਹਨਾਂ ਦੀ ਕੋਈ ਉੱਥੇ ਡੈਥ ਹੋਈ, ਉਸ ਤੋਂ ਬਾਅਦ ਫਿਰ ਉਹ ਹੋਰ ਫਰੰਟ ਫੁੱਟ 'ਤੇ ਆ ਕੇ ਅਤੇ ਉਹਨਾਂ ਨੇ ਇਸ ਵੰਡ ਦੇ ਖਿਲਾਫ ਜਿਹੜੀ ਸੀ ਉਹ ਵੰਡ ਨੂੰ ਨਹੀਂ ਮੰਨਿਆ। ਖੈਰ ਬਜ਼ੁਰਗੋ, ਤੁਸੀਂ ਮੈਨੂੰ ਦੱਸੋ, ਤੁਸੀਂ ਲਾਇਲਪੁਰ 'ਚ ਰਹਿੰਦੇ ਹੋ, ਲਾਇਲਪੁਰ 'ਚ ਰਹਿੰਦੇ ਸੀ, ਔਰ ਲਾਇਲਪੁਰ ਫਰੀडम ਫਾਈਟਰਸ ਦਾ ਵੀ ਗਾਰਡ ਹੁੰਦਾ ਸੀ। ਹਾਂਜੀ, ਫਰੀडम ਫਾਈਟਰਸ ਦਾ ਗਾਰਡ ਹੁੰਦਾ ਸੀ ਲਾਇਲਪੁਰ, ਕਾਰਨ ਦਾ ਗਾਰਡ ਹੁੰਦਾ। ਤੁਹਾਡੇ ਲਾਗੇ ਹੀ ਇੱਥੇ ਭਗਤ ਸਿੰਘ ਦਾ ਵੀ ਘਰ, ਗੰਦਮ ਦਾ ਵੀ ਤੇ ਇਹਦਾ ਨਹੀਂ ਫਰੀडम ਫਾਈਟਰ ਜਿਹੜੇ ਸੀ ਨਾ, ਉਹ ਫਰੀडम ਫਾਈਟਰ, ਮਾਸ਼ਾਅੱਲਾ ਬੜਾ ਚੰਗਾ। ਵੇਖੋ ਬੜੀ ਚੰਗੀ ਗੱਲ ਕੀ, ਮੈਂ ਕੁਝ ਪਿਛਲੇ ਸਾਲ ਆ ਗਿਆ ਵਾਂ ਇੱਥੇ ਆਪਣੇ ਭਗਤ ਸਿੰਘ, ਉਹਦੇ ਵੇਖਣ, ਉਹਦਾ ਸਾਰੀ ਹਵੇਲੀ ਵੇਖੀ ਗਿਆ, ਵੇਖ ਆਇਆ। ਬਲਕਿ ਫਿਰ ਮੇਰੀ ਉਹਨਾਂ ਨਾਲ ਸਿੱਖਾਂ ਨਾਲ ਉੱਥੇ ਗੱਲ ਵੀ ਮੇਰੇ ਦੋਸਤ ਨਾਲ ਹੁੰਦੀ ਨਹੀਂ। ਮੈਂ ਕਿਹਾ ਯਾਰ ਤੁਸੀਂ ਆਪਣੀ ਗੌਰਮੈਂਟ ਨੂੰ ਲਿਖੋ ਕਿ ਇਹ ਜਿਹੜਾ ਨਾ, ਇਹਨੂੰ ਤੁਸੀਂ ਆਪਣੇ ਐਸਾ ਨਾ ਅਰੇਂਜਮੈਂਟ ਹੋਵੇ ਕਿ ਇਹਨੂੰ ਨੈਸ਼ਨਲ ਬਣਾ ਦਈਏ ਅਤੇ ਤੁਸੀਂ ਇਹਦੇ ਅਸੀਂ ਸੜਕਾਂ ਬਣਾ ਦਿੰਦੇ, ਇੱਥੇ ਇਹਨੂੰ ਬਣਾ ਦਿੰਦੇ ਇੱਕ ਰਿਜ਼ਾਰਟ। ਉਹਨਾਂ ਨੇ ਲਿਖਿਆ ਕਿ ਇਹ ਜਿਹੜਾ ਨਾ, ਹੁਣ ਮੈਂ ਭਗਤ ਸਿੰਘ ਦੇ ਗਿਆ, ਭਗਤ ਸਿੰਘ ਫਾਈਟਰ, ਮੈਂ ਤੁਹਾਨੂੰ ਦੱਸਣਾ ਕਿ ਮੈਂ ਉੱਥੇ ਇੱਕ ਦਿਨ ਲੁਧਿਆਣੇ ਗਿਆ ਕਿ ਉਹਨਾਂ ਨੇ ਆਖਿਆ ਤੁਹਾਨੂੰ ਖੜਨਾ, ਕਿੱਥੇ ਖੜਨਾ, ਭਗਤ ਸਿੰਘ ਦੀ ਤਾਰੀਖ ਦੇ ਉੱਤੇ ਤੁਹਾਡੀ ਕੋਈ ਤਕਰੀਰ ਕਰਾਉਣੀ। ਅੱਛਾ। ਉਹ ਲੁਧਿਆਣੇ ਦੀ ਗੱਲ, ਇਹ 4-5 ਸਾਲ ਹੋਏ। ਅੱਛਾ। ਭਗਤ ਸਿੰਘ ਦੇ ਉੱਤੇ ਅੱਜ ਕੱਲ੍ਹ ਜਿਵੇਂ ਉਹਦਾ ਜਨਮ ਦਿਨ ਸੀ, ਮੈਨੂੰ ਉੱਥੇ ਲੈ ਗਏ। ਹੁਣ ਮੈਂ ਉੱਥੇ ਉਹੀ ਗੱਲ ਆਖੀ ਕਿ ਭਗਤ ਸਿੰਘ ਤਾਂ ਲਾਇਲਪੁਰ ਦਾ ਰਹਿਣ ਵਾਲਾ ਸੀ, ਮੇਰੇ ਤਾਂ ਵੱਡੀ ਫਖਰ ਦੀ ਗੱਲ ਹੈ। ਜੜ੍ਹਾਂ ਵਾਲੇ ਦੀ ਤਹਿਸੀਲ 'ਚ ਰਹਿੰਦਾ ਸੀ ਕਿ ਉਹਦਾ 17-18 ਸਾਲ ਦੀ ਉਮਰ 'ਚ ਤੁਸੀਂ, ਮੈਂ ਹੈਰਾਨ ਹੋਣਾ ਉਹਦੀ ਕੁਰਬਾਨੀ ਤੋਂ, ਭਗਤ ਸਿੰਘ ਦੇ ਜੋਸ਼ ਨੂੰ। ਉਹ ਹਵੇਲੀ ਵੇਖੀ ਕਿ ਅੱਜ ਪਿੰਡੋਂ 1.5 ਮਹੀਨੇ ਬਾਹਰ ਹੈ, ਉਹਨੇ ਕਮਾਲ ਕਰ ਛੱਡੀ, ਉਹ ਜਜ਼ਬਾ ਉਹਦੇ ਖੜੇ ਕੀਤਾ। ਮੈਂ ਉਹਦੀਆਂ ਤਸਵੀਰਾਂ ਵੇਖੀਆਂ ਨੇ, ਉਹ ਜਿਹੜੀ ਹੈ ਨਾ ਹੁਣ ਉਹਦੀ ਹਵੇਲੀ, ਉਹਦੇ ਵਿੱਚ ਸਾਰੀਆਂ ਪੁਰਾਣੀਆਂ ਤਾਰੀਖਾਂ ਲਾਈਆਂ ਨੇ, ਸਾਰੀਆਂ ਤਸਵੀਰਾਂ ਲੱਗੀਆਂ, ਅਤੇ ਉਹ ਮੈਂ ਭਗਤ ਸਿੰਘ ਨੂੰ ਦੱਸ ਦੇਣਾ। ਇਹ ਫਰੀडम ਫਾਈਟਰ ਬੜੇ ਸਨ, ਇਸ ਤਰ੍ਹਾਂ ਇੱਥੇ ਵੀ ਜਿਹੜੇ ਸਨ ਨਾ, ਇਹ ਫਰੀडम ਫਾਈਟਰ ਸਾਰੇ ਦੇ ਸਾਰੇ ਬਹੁਤ ਅੱਛੇ। ਅੱਛਾ, ਇਹ ਦੱਸੋ ਕਿ ਉਸ ਵੇਲੇ ਜਦੋਂ ਤੁਸੀਂ ਜਵਾਨੀ 'ਚ ਸੀਗੇ ਅਤੇ ਫਰੀडम ਫਾਈਟਰਸ ਬਾਰੇ, ਆਜ਼ਾਦੀ ਬਾਰੇ ਲੋਕਾਂ ਦੇ ਕੀ ਅੰਦਰ ਦੇ ਵਿਚਾਰ ਕੀ ਸਨ, ਲੋਕ ਕੀ ਸੋਚਦੇ ਸਨ ਆਜ਼ਾਦੀ ਬਾਰੇ? ਜ਼ਾਹਰ ਆ ਤੁਸੀਂ ਇੱਕ ਪੜ੍ਹੇ ਲਿਖੇ ਉਹਦੇ 'ਚ ਹੋਏ ਹੋ, ਤੁਹਾਡੇ ਨਾਲ ਕਾਲਜ ਦੇ ਵਿੱਚ ਵੀ ਪੜ੍ਹਦੇ ਹੋਣੇ ਕੋਈ ਫਰੀडम ਫਾਈਟਰਸ ਦੇ ਬੱਚੇ, ਜਾਂ ਆਪਸ 'ਚ ਕੀ ਗੱਲਾਂ ਹੁੰਦੀਆਂ ਸਨ ਆਜ਼ਾਦੀ ਦੇ ਬਾਰੇ? ਜਿਸ ਵੇਲੇ ਜੰਗ ਲੱਗ ਗਈ ਹੈ ਨਾ 1940-41 ਦੀ, ਅਸੀਂ ਪੜ੍ਹਦੇ ਸਾਂ ਕਾਲਜ ਵਿੱਚ। ਅੱਛਾ। ਅਤੇ ਅਸੀਂ ਮੁੰਡੇ ਖੁੰਡੇ ਸਾਰੇ ਕਹਿੰਦੇ ਸਾਂ
ਕਿ ਇਹ ਜਰਮਨ ਦੀ ਲੜਾਈ ਹੈ ਸੀ। ਉਹ ਰੇਡੀਓ ਹੁੰਦਾ ਸੀ ਉਦੋਂ ਕਿਸੇ ਕਿਸੇ ਘਰ, ਰਾਤ ਨੂੰ ਖਬਰਾਂ ਹੁੰਦੀਆਂ ਸਨ, ਅਸੀਂ ਉਹ ਸੁਣਦੇ ਸਾਂ। ਅਤੇ ਉਸ ਵੇਲੇ ਇੱਥੇ ਸਾਰੇ ਦੀ ਸਾਰੀ ਇਹ ਜਿਹੜਾ ਪੰਜਾਬ ਹੈ ਸਾਰੇ ਦੇ ਸਾਰੇ ਕਹਿੰਦੇ ਹਨ ਵੀ ਅੱਜ ਵੀ ਅਸੀਂ ਆਜ਼ਾਦ ਹੋਏ, ਜਰਮਨ ਨੇ ਇਹਨੂੰ ਗੋਰਿਆਂ ਨੂੰ ਕੱਢ ਦੇਣਾ। ਉਸ ਵੇਲੇ ਟਾਂਗੇ ਵਾਲਾ ਜਿਹੜਾ ਸੀ ਨਾ, ਟਾਂਗੇ ਵਾਲਾ ਇੱਥੋਂ ਆ ਅਬਦੁੱਲਾਪੁਰ ਦੇ ਪੁਲ ਤੋਂ ਇੱਥੋਂ ਨੂੰ ਟਾਂਗੇ ਵਾਲੇ ਨੂੰ ਮਾਰਦਾ ਸੀ, ਚਲੋ ਜਰਮਨ ਮੰਗਰ, ਉਹਨੂੰ ਛਾਂਟਾ ਮਾਰਦਾ ਸੀ, ਚੱਲ ਜਰਮਨ ਮੰਗਰ। ਅੱਛਾ ਉਸ ਵੇਲੇ ਜਿਹੜੇ ਸਰਦਾਰ ਸਾਹਿਬਾਨ ਸਨ, ਸਰਦਾਰ ਸਾਹਿਬਾਨ, ਉਹਨਾਂ ਨੇ ਇਹੋ ਹੀ ਆਖਣਾ ਇਹ ਉਹ ਠੰਡਾ ਮੇਰਾ ਫਾਲਤਾ, ਇਹਦੇ ਰਾਜ ਕਰੇਗਾ ਖਾਲਸਾ। ਕਿਆ ਬਾਤ ਹੈ, ਸਹੀ। ਉਸ ਵੇਲੇ ਸਾਰਿਆਂ ਬੰਦਿਆਂ ਦੇ ਦਿਨਾਂ 'ਚ ਅਸੀਂ ਆਜ਼ਾਦੀ ਹੋ ਗਏ। ਉੱਥੇ ਅਸੀਂ ਮੁੰਡੇ ਤਾਂ ਅਸੀਂ ਵੀ ਕਹਿੰਦੇ ਯਾਰ ਕੀ ਪੜ੍ਹਨਾ ਹੈ, ਉਹ ਇਹਦੇ ਅੱਜ ਵੀ ਆਜ਼ਾਦ ਹੋਏ, ਕੱਲ੍ਹ ਵੀ। ਉਸ ਵੇਲੇ ਆਜ਼ਾਦੀ ਦੀ ਲਹਿਰ 1940 ਚੱਲ ਗਈ ਸੀ। ਅੱਛਾ, ਸਹੀ, ਜਿਹੜੀ ਲਹਿਰ ਸੀ 1940 ਦੇ ਵਿੱਚ ਪਹਿਲਾਂ ਜਿਹੜੀ ਸੀ ਨਾ ਲੋਕਾਂ ਨੂੰ, ਉਹ ਲੋਕ ਅੰਗਰੇਜ਼ ਦਬਾਉਂਦਾ ਬੜਾ ਸੀ, ਅੰਗਰੇਜ਼ ਮਾਰਦਾ ਸੀ, ਜੇਲ੍ਹਾਂ 'ਚ ਕੱਢਦਾ ਸੀ, ਪੈੜਾ ਹਾਲ ਬਾ ਕੇ। ਲੇਕਿਨ 1940 ਦੇ ਵਿੱਚ ਜਿਹੜੀ ਤਾਰੀਖ ਚੱਲ ਗਈ ਸੀ ਨਾ, ਉਹ ਨੌਜਵਾਨ ਤਬਕਾ ਜਿਹੜਾ ਸੀ ਨਾ, ਉਹ ਕਹਿੰਦਾ ਸੀ ਕਿ ਨਹੀਂ ਆਜ਼ਾਦੀ ਚਾਹੁੰਦੇ ਹਾਂ, ਆਜ਼ਾਦੀ ਚਾਹੁੰਦੇ, ਆਜ਼ਾਦੀ। ਫਿਰ ਉਹ ਬਣ ਗਈ ਤਾਰੀਖ, ਉਹ ਜਿਹੜੀ ਸੀ ਆਜ਼ਾਦ ਹਿੰਦ ਫੌਜ ਬਣ ਗਈ, ਫਿਰ ਉਹਦੇ ਚੱਕਰ ਚੱਲ ਗਈ। ਸਹੀ। ਫਿਰ ਉਹ ਸਾਰਿਆਂ ਦਾ ਇਹੋ ਹੀ ਤਰੀਕਾ ਸੀ ਕਿ ਯਾਰ ਆਜ਼ਾਦੀ ਹੋਣੀ ਚਾਹੀਦੀ, ਅੰਗਰੇਜ਼ ਨੂੰ ਚਲੇ ਜਾਣਾ। ਸਹੀ। ਕਦੀ ਅਜੀਤ ਸਿੰਘ ਬਾਰੇ ਤੁਸੀਂ ਸੁਣਿਆ ਹੋਵੇ? ਅਜੀਤ ਸਿੰਘ ਜਿਹੜਾ ਭਗਤ ਸਿੰਘ ਦਾ ਚਾਚਾ ਸੀਗਾ, ਅਜੀਤ ਸਿੰਘ, ਉਹਦੇ ਬਾਰੇ ਕਦੀ ਸੁਣਿਆ ਹੋਵੇ? ਨਹੀਂ, ਮੈਂ ਉਹਦੇ ਮਤਲਬ ਜ਼ਿਆਦਾ ਨਹੀਂ ਸੁਣਿਆ। ਉੱਥੇ ਉਹਦੇ ਪਿੰਡ ਦੇ ਵਿੱਚ ਤੁਸੀਂ ਜਾਓ ਨਾ, ਤੇ ਉਹ ਸਾਰੇ ਫੈਮਿਲੀ ਦੀ ਤਸਵੀਰ ਲੱਗੀ ਹੋਈ, ਤਸਵੀਰ ਲੱਗੀ ਭਗਤ ਸਿੰਘ ਦੇ ਬਾਲ ਦੀ, ਭਗਤ ਸਿੰਘ ਦੀ ਮਾਂ ਦੀ, ਭਗਤ ਸਿੰਘ ਦੇ ਸਾਰੇ ਖਾਨਦਾਨ ਦੀ। ਅੱਛਾ ਬਜ਼ੁਰਗੋ, ਇਹ ਚੁੱਗੇ ਲੈਲਪੁਰ ਦੇ 2 ਕੈਂਪ ਸੀਗੇ, ਇੱਕ ਤਾਂ ਸੀ ਖਾਲਸਾ ਕਾਲਜ, ਇੱਕ ਸੀ ਮਾਈ ਦੀ ਝੁੱਗੀ। ਜਿਹੜੇ ਸਰਗੋਦੇ ਤੋਂ ਜਿਹੜੇ ਝੰਗ ਬ੍ਰਾਂਚ ਦੇ ਲੋਕ ਸਨ, ਉਹ ਮਾਈ ਦੀ ਝੁੱਗੀ 'ਚ ਆ ਕੇ ਬੈਠੇ ਸਨ। ਜਿਹੜੇ ਬਾਕੀ ਇੱਥੇ ਸੀਗੇ ਨਨਕਾਣਾ ਸਾਹਿਬ ਤੱਕ ਪਿੰਡ, ਉਹ ਇੱਥੇ ਬੈਠੇ ਸਨ, ਸਮੁੰਦਰੀ ਤੱਕ ਦੇ ਪਿੰਡ, ਡਿਚਕੋਟ ਤੱਕ ਦੇ ਪਿੰਡ, ਇਹ ਖਾਲਸਾ ਕਾਲਜ 'ਚ ਬੈਠੇ ਸਨ। ਇਹ ਖਾਲਸਾ ਕਾਲਜ ਵਾਲੇ ਤਾਂ ਬਚ ਗਏ ਸੀ, ਲੇਕਿਨ ਜਿਹੜੇ ਮਾਈ ਦੀ ਝੁੱਗੀ 'ਚ ਬੈਠੇ ਸੀ, ਕਹਿੰਦਾ ਉੱਥੇ ਵੀ ਹਮਲਾ ਹੋਇਆ ਸੀਗਾ। ਮਾਈ ਦੀ ਝੁੱਗੀ ਜਿਹੜਾ ਕੈਂਪ ਸੀ ਨਾ ਲੱਗਾ ਆ, ਉਹਦੇ ਜਿਹੜੇ ਸਰਗੋਦੇ ਵਾਲੇ ਤੋਂ ਹੀ ਗੱਲ ਕੀਤੀ, ਇਹ ਖਾਲਸਾ ਕਾਲਜ ਬਣੇ ਤੇ ਮਾਈ ਝੁੱਗੀ ਬਣੀ। ਮੈਂ ਤੁਹਾਨੂੰ ਦੱਸਿਆ ਵੀ ਥੋੜ੍ਹੀ ਬਹੁਤੀ ਗੜਬੜ ਤਾਂ ਜ਼ਰੂਰ ਹੋਈ ਹੋਣੀ ਹੈ, ਲੇਕਿਨ ਉਹ ਜਿਹੜਾ ਸੀ ਨਾ ਹੰਗਾਮਾ ਜਿਹੜਾ ਉੱਧਰ ਹੋਇਆ, ਉਧਰ ਦੇ ਸ਼ੇਖ ਉਹ ਜਿਹੜਾ ਰਾਵਲਪਿੰਡੀ ਵਾਲੇ ਪਾਸੇ ਤੇ ਬਿਲਕੁਲ, ਰਾਵਲਪਿੰਡੀ ਉੱਥੋਂ ਚਲਾ ਗਿਆ, ਫਿਰ ਉਹ ਚਲੇ ਆਏ ਜਾ ਕੇ ਰਾਵਲਪਿੰਡੀ ਸ਼ੁਰੂ ਹੋਈ, ਅੱਗਾਂ ਲੱਗੀਆਂ, ਮਰੀ ਲੱਗੀਆਂ ਜਾਂ ਇੱਥੇ ਗੱਲ ਲੈਲਪੁਰ 'ਚ ਕੋਈ ਫਸਾਦ ਜ਼ਿਆਦਾ ਨਹੀਂ ਹੋਇਆ, ਕੋਈ ਐਵੇਂ 2-4 ਜੇ ਕੋਈ ਮਾਰ ਕਟਾਈ ਹੋਈ ਹੈ। ਉਧਰੋਂ ਜਿਹੜੇ ਬੰਦੇ ਆ ਗਏ ਸਨ ਨਾ, ਉਹਨਾਂ ਦੀ ਚੁੱਕ ਦੇ ਉੱਤੇ ਵੀ ਸਾਨੂੰ ਬੜੀ ਮਾਰ ਪਈ ਹੈ। ਉਹਦੀ ਵਜ੍ਹਾ ਤੋਂ ਫਿਰ ਉਧਰੋਂ ਆ ਗਏ ਸਨ ਨਾ ਪਹਿਲਾਂ, ਤੇ ਇਹ ਇੱਥੋਂ ਅਜੇ ਮਹਾਜਰ ਜਿਹੜੇ ਸਨ ਨਾ ਸਾਡੇ ਜਾਣ ਵਾਸਤੇ ਤਿਆਰ, ਇਹ ਬਾਅਦ 'ਚ ਗਏ, ਇਹ ਬਾਅਦ 'ਚ। ਇਹ ਤਾਂ ਹਕੀਕਤ ਹੈ। ਇਹਨਾਂ ਦਾ ਇਹ ਖਿਆਲ ਸੀ ਕਿ ਇੱਥੇ ਅਸੀਂ ਆਪਣੇ ਘਰਾਂ 'ਚ ਹੀ ਰਹਿਣਾ। ਜਦੋਂ ਆ ਗਏ ਤੇ ਫਿਰ ਇਹ ਫਸਾਦ ਫਿਰ ਲੱਗ ਜੀ ਇਹਨਾਂ ਨੂੰ ਕੱਢੋ ਜੀ ਜਾਵੇ। ਅੱਛਾ ਬਜ਼ੁਰਗੋ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਮੈਂ ਆਪਣੀ ਖੁਸ਼ਨਸੀਬੀ ਸਮਝਦਾ ਵਾਂ ਤੁਹਾਡੇ ਲਾਗੇ ਬੈਠਣ 'ਤੇ। ਬਜ਼ੁਰਗੋ, ਮੈਨੂੰ ਤੁਸੀਂ ਚੂँਕਿ ਤੁਸੀਂ ਇੰਡੀਆ ਆਉਂਦੇ ਜਾਂਦੇ ਰਹਿੰਦੇ ਹੋ, ਲੇਕਿਨ ਆਮ ਬਜ਼ੁਰਗਾਂ ਨੂੰ ਤਕਰੀਬਨ ਕੋਈ 1500 ਦੇ ਕਰੀਬ ਬਜ਼ੁਰਗਾਂ ਨੂੰ ਮੈਂ ਮਿਲ ਚੁੱਕਿਆ, ਤਾਂ ਉਹ ਬਜ਼ੁਰਗਾਂ ਨੂੰ ਬੜੀ ਪ੍ਰੋਬਲਮ ਹੁੰਦੀ ਹੈ। ਜਿਹੜੇ ਉੱਥੋਂ ਆਉਂਦੇ ਆ ਉਹਨਾਂ ਨੂੰ ਵੀ, ਜਿਹੜੇ ਇੱਥੋਂ ਜਾਂਦੇ ਆ ਉਹਨਾਂ ਨੂੰ ਵੀ। ਤੁਹਾਡੇ ਖਿਆਲ 'ਚ ਤੁਸੀਂ ਕੀ ਮਸ਼ਵਰਾ ਦਿੰਦੇ ਹੋ? ਜ਼ਾਹਰਾ ਜਨਮ ਪੋ ਥਾਂ ਹੁੰਦੀ ਹੈ, ਬੰਦੇ ਨੂੰ ਖਿੱਚ ਤਾਂ ਪੈਂਦੀ ਹੈ। ਤੁਸੀਂ ਕੀ ਦੋਵਾਂ ਪਾਸੇ ਰੈਲੀਵੈਂਟ ਅਥਾਰਟੀਜ਼ ਨੂੰ ਕੀ ਮਸ਼ਵਰਾ ਦਿੰਦੇ ਹੋ, ਜਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਮਸ਼ਵਰਾ ਦਿੰਦੇ ਹੋ ਕਿ ਇਹ ਅੱਗਾਂ ਇਸ ਤਰ੍ਹਾਂ ਚੱਲਦੀਆਂ ਰਹਿਣ ਜਾਂ ਪਿਆਰ ਮੁਹੱਬਤ ਨਾਲ ਰਹੀਏ? ਇੱਥੇ ਉਹ ਭਈਆ ਉਹ ਇੱਥੇ ਉਹ ਮੇਰੀ ਉਹ ਜਿਹੜੀ ਪੰਫਲੇਟ ਛਪਿਆ, ਮੈਂ ਤੁਹਾਨੂੰ ਮਸ਼ਵਰੇ ਦੀ ਗੱਲ ਦੱਸ, ਇਹ ਨਹੀਂ, ਉੱਥੇ ਉਹ ਨਜ਼ਮ ਹੈ ਮੇਰੀ, ਉੱਥੇ ਇੱਕ ਨਜ਼ਮ ਸੀ, ਆਹ ਜੋ ਸੀ ਮੇਰਾ ਸੁਣਿਆ ਮੈਂ ਕੰਮ ਕੀ ਕਰਨਾ, ਜਿਹੜਾ ਤੁਸੀਂ ਕਹਿੰਦੇ ਆਹ ਲੋ ਤੇ ਸੁਣਿਆ ਮੈਂ ਕੀ ਕੁਝ ਕਰਦਾ ਜੀ। ਆਹ ਵੇਖੋ, ਆਹ ਇੱਕ ਨਜ਼ਮ ਗੁਰਮੁਖੀ ਲਿਖੀ। ਤੁਸੀਂ ਹਿੰਦੀ ਵੀ ਜਾਣਦੇ ਹੋ? ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚੱਲਣਾ। ਅੱਛਾ, ਆਹ ਵੇਖੋ ਜੀ, ਆਹ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕਿ ਮੈਂ ਉੱਥੇ ਕੰਮ ਕੀ ਕਰਨਾ। 2 ਦਸੰਬਰ 2011 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਪੜ੍ਹੀ ਗਈ, ਯਾਰੀ ਦੋਸਤੀ। ਹੁਣ ਸੁਣਨ ਵਾਲੀ ਗੱਲ, ਇੱਥੋਂ ਤੁਸੀਂ ਦੱਸਿਆ ਕਿ ਮੈਂ ਕੰਮ ਉੱਥੇ ਕੀ ਕਰਨਾ। ਆਓ
ਰੱਬ ਦੀ ਹਮਦ ਤਾਰੀਫ ਕਰੀਏ, ਆਓ ਰੱਬ ਦੀ ਹਮਦ ਤਾਰੀਫ ਕਰੀਏ, ਸੀਸ ਉਸ ਦੇ ਅੱਗੇ ਨਵਾਲ ਲਈਏ, ਮੱਥਾ ਟੇਕੀਏ ਉਸ ਭਗਵਾਨ ਅੱਥੇ, ਪਾਪ ਆਪਣੇ ਸਾਰੇ ਬਖਸ਼ਾ ਲਈਏ, ਕਰੀਏ ਸ਼ੁਕਰ ਅੱਜ ਉਸ ਪਰਮਾਤਮਾ ਦਾ, ਘੁੱਟ ਘੁੱਟ ਕੇ ਜੱਫੀਆਂ ਪਾ ਲਈਏ, ਕਰੀਏ ਯਾਦਾਂ ਪੁਰਾਣੀਆਂ ਅੱਜ ਤਾਜ਼ਾ, ਕੁਝ ਸੁਣੀਏ ਤੇ ਕੁਝ ਸੁਣਾ ਲਈਏ, ਬੱਤੀ ਪਿਆਰ ਮੁਹੱਬਤ ਦੀ ਬਾਲ ਕੇ ਤੇ ਚਾਨਣ ਚਾਰ ਚਫੇਰੇ ਫੈਲਾ ਦਈਏ, ਪੀਂਘ ਝੂਟੀਏ ਰਲ ਕੇ ਇਸ਼ਕ ਦੀ ਵੀ ਗੁੱਡੀ ਯਾਰੀ ਦੀ ਉੱਚੀ ਚੜਾ ਦਈਏ, ਭਾਂਬੜ ਇਸ਼ਕ ਦੇ ਭਾਂਬੜ ਪਿਆਰ ਦੇ ਇਸ਼ਕ ਦਾ ਬਾਲ ਕੇ ਤੇ ਅੱਗ ਨਫ਼ਰਤ ਦੀ ਸਾਰੀ ਬੁਝਾ ਦਈਏ, ਕੋੜ ਦਿਲਾਂ ਦੇ ਵਿੱਚੋਂ ਸਾਰਾ ਕੱਢ ਦਈਏ, ਝੁੱਗਾ ਪਿਆਰ ਦਾ ਅਸੀਂ ਵਸਾ ਦਈਏ, ਅਸੀਂ ਰੱਬ ਦੇ ਕੋਲੋਂ ਸਭ ਖੈਰ ਮੰਗੀਏ, ਨਾਰਾ ਪ੍ਰੇਮ ਪ੍ਰੀਤ ਦਾ ਲਾ ਦਈਏ, ਸੰਗੇ ਸੰਗਲ ਨਫ਼ਰਾਂ ਦੇ ਸਾਰੇ ਤੋੜ ਦਈਏ, ਵਿੱਚ ਦਿਲਾਂ ਦੇ ਇਸ਼ਕ ਰੁਚਾ ਦਈਏ, ਫਰਕ ਉੱਚੇ ਤੇ ਨੀਵੇਂ ਦਾ ਘੱਟ ਕਰੀਏ, ਚੱਕਰ ਐਸਾ ਕੋਈ ਇੱਥੇ ਚਲਾ ਦਈਏ, ਕਿਸੇ ਪਾਸੇ ਗਰੀਬੀ ਨਾ ਨਜ਼ਰ ਆਵੇ, ਭੁੱਖ ਨੰਗ ਨੂੰ ਅਸੀਂ ਮਟਾ ਦਈਏ। ਅੱਗੇ ਸੁਣੋ, ਅਤੇ ਦੋਵਾਂ ਮੁਲਕਾਂ ਦੀ ਹਾਲਤ ਨੂੰ ਬਦਲ ਕੇ ਤੇ ਨਵੀਂ ਨਸਲ ਦੇ ਹੱਥ ਫੜਾ ਦਈਏ, ਰਹਿਣ ਸਹਿਣ ਨੂੰ ਹੋਰ ਸੰਵਾਰ ਲਈਏ, ਬਾਹਰ ਜਾਣ ਦੀ ਤਾਂਘ ਮੁਕਾ ਦਈਏ, ਸਾਇੰਸਦਾਨ ਜ਼ਰਾਇਤ ਦੇ ਅਸੀਂ ਸਾਰੇ ਪੈਦਾਵਾਰ ਨੂੰ ਇੰਨਾ ਵਧਾ ਦਈਏ, ਢੇਰ ਕਣਕ ਦੇ ਚੌਲਾਂ ਦੇ ਲਾ ਦਈਏ, ਦਰਿਆ ਦੁੱਧ ਦੇ ਇੱਥੇ ਵਗਾ ਦਈਏ, ਤਰ੍ਹਾਂ ਤਰ੍ਹਾਂ ਦੀ ਜੂਸ ਦੇ ਮੱਟ ਭਰ ਕੇ ਉਹ ਦੋਵਾਂ ਮੁਲਕਾਂ ਨੂੰ ਅਸੀਂ ਰਜਾ ਦਈਏ, ਸੇਬ ਅੰਬ ਅੰਗੂਰ ਵੀ ਵਿਕਣ ਸਸਤੇ, ਛੋਟੇ ਵੱਡੇ ਨੂੰ ਅਸੀਂ ਖਿਲਾ ਦਈਏ, ਝੂਠ ਦਗਾ ਫਰੇਬ ਤੇ ਬੇਈਮਾਨੀ ਦੋਵਾਂ ਮੁਲਕਾਂ ਦੇ ਵਿੱਚੋਂ ਮੁਕਾ ਦਈਏ, ਗੱਲ ਹੱਕ ਦੀ ਕਰ ਤੋਂ ਨਾ ਡਰੀਏ, ਸੱਚ ਬੋਲਣਾ ਅਸੀਂ ਸਿਖਾ ਦਈਏ, ਸਾਇੰਸਦਾਨਾਂ ਜ਼ਰਾਇਤ ਦੇ ਸਾਰਿਆਂ ਨੂੰ ਆਉਣਾ ਜਾਣਾ ਆਸਾਨ ਬਣਵਾ ਲਈਏ, ਗੱਲ ਮਲਟੀਪਲ ਵੀਜ਼ੇ ਦੀ ਅਸੀਂ ਕਰੀਏ, ਦੋਵਾਂ ਕੌਮਾਂ ਕੋਲੋਂ ਮਨਵਾ ਲਈਏ, ਪਾਕ ਭਾਰਤ ਸਰਕਾਰਾਂ ਨੂੰ ਰਾਜ਼ੀ ਕਰਕੇ ਅਸੀਂ ਗੱਲ ਨੂੰ ਵੀ ਮਨਵਾ ਲਈਏ, ਮੌਜੂਦ ਹੈ ਦੋਵਾਂ ਯੂਨੀਵਰਸਿਟੀਆਂ 'ਤੇ ਦਸਤਖਤ ਹਾਕਮਾਂ ਕੋਲੋਂ ਕਰਾ ਲਈਏ, ਅਸੀਂ ਇਹ ਕਰੀਏ ਤਬਾਦਲਾ ਟੀਚਰਾਂ ਦਾ, ਖੇਤੀਬਾੜੀ ਦਾ ਇਲਮ ਵਧਾ ਲਈਏ, ਕਾਸ਼ਤਕਾਰਾਂ ਕਿਸਾਨਾਂ ਦਾ ਭਲਾ ਕਰੀਏ, ਮਸਲੇ ਇਹਨਾਂ ਦੇ ਸਾਰੇ ਮੁਕਾ ਦਈਏ। ਅੱਗੇ ਸੁਣੇ, ਇਹ ਮੈਂ ਉੱਥੇ ਉਹਨਾਂ ਨੂੰ ਅੱਗੇ ਸੁਣੇ, ਦਿਲ ਚਾਹੁੰਦਾ ਹੈ ਬਾਰ ਬਾਰ ਮਿਲੀਏ, ਅਸੀਂ ਦੋਸਤੀ ਬਸ ਚਲਾ ਦਈਏ, ਤੁਸੀਂ ਉੱਧਰ ਆਓ ਅਸੀਂ ਇੱਧਰ ਆਈਏ, ਕੁਝ ਸਿੱਖੀਏ ਕੁਝ ਸਿਖਾ ਦਈਏ, ਕੰਡੇ ਬੀਜੀਏ ਨਾ ਨਵੀਂ ਨਸਲ ਅੱਗੇ, ਆ ਪਿਆਰ ਉਹਨਾਂ ਦੇ ਦਿਲਾਂ ਵਿੱਚ ਪਾ ਦਈਏ, ਭਾਈਚਾਰੇ ਦੀ ਰਸਮ ਨੂੰ ਆਮ ਕਰੀਏ, ਅਸੀਂ ਦਿਲਾਂ ਨਾਲ ਦਿਲ ਮਿਲਾ ਦਈਏ। ਅੱਗੇ ਆ ਸ਼ੇਰ ਆਖਰੀ, ਇਹ ਗੱਲ ਮੈਂ ਇੱਥੇ ਕਈ ਵਾਰ ਕੀਤੀ, ਆਓ ਮਿਲ ਕੇ ਇਹਨੂੰ ਦੁਹਰਾ ਦਈਏ, ਅਸੀਂ ਚੰਗੇ ਗਵਾਂਢੀਆਂ ਵਾਂਗ ਰਹੀਏ, ਝਗੜੇ ਅਗਲੇ ਦੇ ਪਿਛਲੇ ਮੁਕਾ ਦਈਏ। ਕਿਆ ਬਾਤ, ਇਹ ਉੱਥੇ ਬੜੀ ਲੁਧਿਆਣੇ। ਬਾਬਾ ਜੀ ਬਜ਼ੁਰਗੋ ਤੁਸੀਂ ਕਮਾਲ ਕਰ ਦਿੱਤਾ, ਲੇਕਿਨ ਤੁਹਾਡੀ ਹਰ ਇੱਕ ਗੱਲ ਦੇ ਵਿੱਚ ਇੱਕ ਹੋਰ ਸਵਾਲ ਨਵਾਂ ਖੁੱਲ੍ਹ ਜਾਂਦਾ ਹੈ। ਇਹ ਹਿੰਦੀ ਲਿਖੀ ਹੋਈ ਹੈ, 1947 ਤੋਂ ਪਹਿਲੇ ਜਿਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਪੜ੍ਹਦੇ ਸੀਗੇ, ਐਗਰੀਕਲਚਰ ਯੂਨੀਵਰਸਿਟੀ, ਉਹਦਾ ਨਸਾਬ ਕੀ ਸੀ? ਨਸਾਬ ਉਹਦਾ ਕੀ ਸੀ? ਨਸਾਬ ਸਾਰਾ ਅੰਗਰੇਜ਼ੀ ਵਿੱਚ ਸੀ। ਅੱਛਾ, ਅੰਗਰੇਜ਼ੀ ਵਿੱਚ ਸੀ ਸਾਰਾ, ਜ਼ਰਾਇਤ ਦੇ ਉੱਤੇ ਜ਼ੋਰ ਸੀ, ਜ਼ਰਾਇਤ ਦੇ ਉੱਤੇ। ਅੱਛਾ, ਔਰ ਸਾਰੇ ਇਲਮਾਂ ਦਾ ਜ਼ਰਾਇਤ, ਹਾਰਟੀਕਲਚਰ, ਪੈਥੋਲੋਜੀ, ਬਿਮਾਰੀਆਂ, ਕੀੜੇ ਮਕੌੜੇ, ਸਾਇਲ ਵਿੱਚ ਇਹ ਜਿਹੜੇ ਨੇ ਸਾਇਲ ਦੇ ਫਰਟੀਲਾਈਜ਼ਰ, ਇਹ ਬਰੂੜੀ, ਇਹਨਾਂ ਦਾ ਇਹ ਸਾਰਾ ਇਲਮ ਹੁੰਦਾ ਸੀ ਸਾਡਾ। ਜਦੋਂ ਤੁਸੀਂ ਬਚਪਨ 'ਚ ਤਾਲੀਮ ਸ਼ੁਰੂ ਕੀਤੀ, ਕਿਉਂਕਿ ਤੁਸੀਂ ਦੱਸਿਆ ਕਿ ਜ਼ਿਆਦਾ ਲਾਇਲਪੁਰ ਦੇ ਵਿੱਚ ਸਿੱਖ ਹਜ਼ਰਾਤ ਸਨ, ਕਿਆ ਗੁਰਮੁਖੀ ਸੀ, ਉਰਦੂ ਚੱਲਦੀ ਸੀ ਜਾਂ ਫਿਰ ਹਿੰਦੀ ਸੀਗੀ? ਨਹੀਂ, ਮੈਂ ਤੁਹਾਨੂੰ ਬੜੀ ਅੱਛੀ ਗੱਲ ਹੈ, ਸਾਡੇ ਕੋਲ ਯਾਨੀ ਸਾਰੇ ਇਹ ਗੁਰਮੁਖੀ ਜਿਹੜੀ ਸੀ ਮੁਸਲਮਾਨ ਨਹੀਂ ਸਨ ਪੜ੍ਹਦੇ, ਮੰਨਣੀ ਪੈਂਦੀ ਗੱਲ। ਅੱਛਾ, ਲੇਕਿਨ ਸਾਰੇ ਸਿੱਖ ਹਿੰਦੂ ਵੀ ਤੇ ਸਿੱਖ ਵੀ ਸਾਰੇ ਉਰਦੂ ਪੜ੍ਹਦੇ ਸੀ, ਸਾਰੇ ਸਭ ਦੇ ਸਭ, ਚਾਹੇ ਉਹ ਖਾਲਸਾ ਕਾਲਜ ਸੀ, ਚਾਹੇ ਇੱਥੇ ਵੀ ਉਰਦੂ ਪੜ੍ਹਾਈ, ਉਰਦੂ ਦੀ ਮਾਣਨਾ ਇੱਥੇ ਖਾਲਸਾ ਕਾਲਜ ਸੀ ਨਾ। ਮੈਂ ਹੈਰਾਨ ਹਾਂ, ਸਿੱਖਾਂ ਦੀ ਆਬਾਦੀ ਹੈ ਜਿਹੜੀ 10% ਸੀ ਉਸ ਵੇਲੇ, ਲੇਕਿਨ ਜਾਇਦਾਦ ਬੜੀ ਸੀ, ਜਾਇਦਾਦ ਜ਼ਿਆਦਾ ਸੀ। ਅੱਛਾ, ਅੱਗੋਂ ਜਿਹੜੀ ਗੱਲ ਸੁਣ,
ਸਿੱਖਾਂ ਦਾ ਇੱਥੇ ਇੱਕ ਜਿਹਾ ਕਾਲਜ ਸੀ। ਸਿੱਖਾਂ ਦਾ ਉਹ ਜਿਹੜਾ ਕਟਵਾਲੀ ਦੇ ਪਿੱਛੇ ਕਾਲਜ ਹੈ ਇਸ ਵੇਲੇ ਇਸਲਾਮੀਆ ਕਾਲਜ ਵਾਰ ਗੱਲ ਬਣਿਆ, ਇਹ ਸਿੱਖਾਂ ਦਾ ਖਾਲਸਾ ਕਾਲਜ ਸੀ। ਇਹ ਵੀ ਖਾਲਸਾ ਕਾਲਜ? ਹਾਂ, ਖਾਲਸਾ ਹਾਈ ਸਕੂਲ ਸੀ। ਖਾਲਸਾ ਹਾਈ ਸਕੂਲ ਉਹ ਸੀ ਜਿੱਥੇ ਇਸਲਾਮੀਆ ਕਾਲਜ ਕਟਵਾਲੀ ਦੇ ਪਿੱਛੇ ਇਸਲਾਮੀਆ ਕਾਲਜ ਵਾਰ ਗੱਲ ਬਣ ਗਿਆ। ਅੱਛਾ, ਕੋਤਵਾਲੀ ਦੇ ਪਿੱਛੇ? ਅੱਛਾ, ਕੋਤਵਾਲੀ ਦੇ ਪਿਛਲੇ ਪਾਸੇ, ਉਹਦੇ ਪਿਛਲੇ ਪਾਸੇ ਈਦਗਾਹ ਨੂੰ ਜੋ ਜਾਂਦੇ, ਉਹਦੇ ਪਿੱਛੇ ਇੱਕ ਸਨਾਤਨ ਧਰਮ ਹਾਈ ਸਕੂਲ ਸੀ। ਅੱਛਾ, ਉਹ ਸਨਾਤਨ ਧਰਮ ਹਿੰਦੂਆਂ ਨੇ ਬਣਾਇਆ ਸੀ। ਬਿਲਕੁਲ। ਉਹ ਕਈ ਹਿੰਦੂਆਂ ਨੇ ਹੋਰ ਕੀ ਕੀਤਾ ਨੇ, ਦੋ ਤਬਕੇ ਸਨ, ਇੱਕ ਸਨਾਤਨ ਧਰਮੀਏ ਸਨ, ਇਹਨਾਂ ਨੇ ਇੱਕ ਉਹ ਆਰੀਆ ਹਾਈ ਸਕੂਲ ਜਿਹੜਾ ਉਹ ਬਣਾ ਲਿਆ ਜਾ, ਇਹ ਦੋ ਇਹਨਾਂ ਨੇ ਬਣਾ ਲਏ। ਇੱਕ ਖਾਲਸਾ ਕਾਲਜ ਬਣਾ ਲਿਆ ਇਹਨਾਂ ਨੇ ਸਰਦਾਰਾਂ ਨੇ, ਤੇ ਇੱਕ ਖਾਲਸਾ ਹਾਈ ਸਕੂਲ ਬਣਾ ਲਿਆ। ਮੁਸਲਮਾਨ ਵਿਚਾਰੇ ਮਾਲੀ ਲਿਹਾਜ਼ ਨਾਲ ਕਮਜ਼ੋਰ ਸਨ, ਇਹਨਾਂ ਕੋਲ ਤਾਰਕਾਬਾਦ ਦਾ ਸਕੂਲ ਸੀ, ਤੇ ਜਾਂ ਫਿਰ ਇਹਨਾਂ ਦਸਵੇਂ ਜਾ ਕੇ ਇੱਕ ਸਕੂਲ ਬਣਾ ਸੀ ਮਹਿਰ ਸਾਦੇ ਗੁਰਾਂ ਨੇ। ਇੱਕ ਕਟਾਲੀ ਚੱਕ ਸੀ, ਕਟਾਲੀ ਚੱਕ ਉਹ ਸਿੱਖਾਂ ਦਾ ਸੀ, ਉਹਨਾਂ ਉੱਥੇ ਹਾਈ ਸਕੂਲ ਬਣਾ ਲਿਆ ਸਮੁੰਦਰੀ ਰੋਡ ਤੇ। ਸਹੀ, ਸਮੁੰਦਰੀ ਰੋਡ ਦੇ ਉੱਤੇ ਕਟਾਲੀ ਚੱਕ ਯਾਦ ਰੱਖੋ ਜੀ, ਤੇ ਕਟਾਲੀ ਚੱਕ ਤੇ ਸਿੱਖਾਂ ਦਾ ਸਕੂਲ ਸੀ। ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ। ਠੀਕ ਠੀਕ, ਇਹ ਹਾਲ ਸੀ, ਇਹ ਹਾਲ। ਵੈਸੇ ਤੁਸੀਂ ਗੁਰਮੁਖੀ ਉਸ ਵੇਲੇ ਆਮ ਪੜ੍ਹਾਉਂਦੇ ਸੀ ਜਾਂ ਨਹੀਂ? ਗੁਰਮੁਖੀ ਸਾਡੇ ਨਹੀਂ ਸੀ ਪੜ੍ਹੀ ਨਾ, ਉੱਥੇ ਤਾਰਕਾਬਾਦ ਸਕੂਲ ਕੋਈ ਗੁਰਮੁਖੀ ਨਹੀਂ ਪੜ੍ਹੀ ਤੁਸੀਂ? ਉੱਥੇ ਮੁਸਲਮਾਨ ਹੀ ਮੁੰਡੇ ਹਨ 99%, ਉੱਥੇ ਗੁਰਮੁਖੀ ਨਹੀਂ ਸੀ ਪੜ੍ਹਾਈ। ਫੈਸਲਾਬਾਦ ਮੁਸਲਮਾਨ ਮੁੰਡੇ ਪੜ੍ਹਦੇ ਵੀ ਨਹੀਂ ਸਨ ਗੁਰਮੁਖੀ। ਗੁਰਮੁਖੀ ਪੜ੍ਹ ਕੇ ਕਰਨਾ ਕੀ ਜੇ ਉਰਦੂ ਜੀ ਸੀ ਸਾਰਾ, ਅਖਬਾਰਾਂ ਵੀ ਉਰਦੂ ਸਨ ਸਾਰੇ। ਇੱਥੇ ਇੱਕ ਅਖਬਾਰ ਨਿਕਲੀ ਸੀ ਬਾਅਦ ਵਿੱਚ, ਜਿਸ ਵੇਲੇ ਕੋਈ 1946-47 ਜਿਹੜੀ ਕੋ ਗੁਰਮੁਖੀ ਨਿਕਲੀ ਸੀ, ਵਰਨਾ ਸਭ ਉਰਦੂ। ਹਿੰਦੂ ਸਿੱਖ ਜਿਹੜੀਆਂ ਅਖਬਾਰਾਂ ਘੱਟ ਪੜ੍ਹਦੇ ਸਨ ਨਾ, ਉਹ ਵੀ ਉਰਦੂ 'ਚ ਹੀ ਸਨ। ਅੱਛਾ ਬਜ਼ੁਰਗੋ, ਮੈਨੂੰ ਲੈਲਪੁਰ ਦੇ ਵਸਿੰਦੇ ਲੋਕ ਜਿਹੜੇ ਨੇ ਨਾ, ਵਸਿੰਦੇ ਲੋਕਾਂ ਦੇ ਵਿੱਚ ਇੱਥੇ ਬਹੁਤ ਘੱਟ ਲੋਕ ਮਿਲੇ ਆ। ਤੁਸੀਂ ਮੈਨੂੰ ਇਹ ਦੱਸੋ ਕਿ ਫੈਸਲਾਬਾਦ ਦੇ ਵਿੱਚ ਉਸ ਵੇਲੇ ਨਾਮੀ ਗ੍ਰਾਮੀ ਲੋਕ ਕੌਣ ਕੌਣ ਸਨ? ਨਾਮੀ ਗ੍ਰਾਮੀ 4 ਫੈਮਲੀਆਂ। ਬੜਾ ਸੋਹਣਾ ਸਵਾਲ। ਹਾਂ, ਇਹ ਜਿਹੜੇ ਹੁਣ ਆ ਵੱਡੇ ਵੱਡੇ ਬਣੇ ਫਿਰਦੇ ਨੇ ਨਾ, ਇਹਨਾਂ ਨੂੰ ਕੋਈ ਜਾਣਦਾ ਨਹੀਂ ਸੀ। ਨਾਮੀ ਗ੍ਰਾਮੀ 4-5 ਫੈਮਲੀਆਂ। ਅੱਛਾ, ਇੱਕ ਤੇ ਅਬਦੁੱਲਾਪੁਰ ਦੀ ਮੀਆਂ ਨੂਰੁੱਲਾ ਹਾਫਿਜ਼ ਅਬਦੁੱਲਾ, ਇਹ ਮੀਆਂ ਨੂਰੁੱਲਾ ਹਾਫਿਜ਼ ਅਬਦੁੱਲਾ ਤੇ ਹਾਫਿਜ਼ ਅੱਗੇ ਜਿਹੜਾ ਸੀ ਮੀਆਂ ਫਤਿਹੁੱਲਾ, ਇਹ 4 ਭਰਾ ਸਨ ਮੀਆਂ ਬਰਕਤੁੱਲਾ। ਅੱਛਾ, ਇੱਕ ਤੇ ਫੈਮਲੀ ਸੀ ਅਬਦੁੱਲਾਪੁਰ ਦੀ ਮੁਸਲਮਾਨਾਂ ਦੀ। ਅੱਛਾ, ਇਹਨਾਂ ਦੀ ਜ਼ਮੀਨ ਇਹ ਵੀ ਸੀ ਤੇ ਨਾਲ 24 ਚੱਕ ਵੀ ਸੀ। ਅੱਛਾ, ਸਹੀ। ਇਹ ਇੱਕ ਫੈਮਿਲੀ। ਨੰਬਰ 2, ਦੂਜੀ ਜਿਹੜੀ ਫੈਮਿਲੀ ਨੋਨ ਸੀ ਮੁਸਲਮਾਨਾਂ ਦੀ, ਜਿਹੜੀ ਮੁਹੰਮਦ, ਉਹ ਇਹ ਪੱਕੀ ਮਾੜੀ ਦੀ ਸੀ, ਅਤਾ ਮਹਿਮੂਦ ਹੋਰੀ। ਅਤਾ ਮਹਿਮੂਦ, ਇਹਦਾ ਪਿਓ ਦਾ ਅਤਾ ਮਹਿਮੂਦ ਸੀ। ਉਹ ਜਿਹੜਾ ਸੀ ਅਤਾ ਮਹਿਮੂਦ, ਉਹਦਾ ਬਾਪ ਕਿਤੇ ਦਾਦਾ ਆਇਆ ਸੀ ਇੱਥੇ ਪਹਿਲਾਂ, ਉਦੋਂ ਖੂਹ ਇਹਨੇ ਲਿਆ ਤੇ ਫਿਰ ਇਹ ਜ਼ਮੀਨ ਇਹਨਾਂ ਨੂੰ ਅਲਾਟ ਹੋ ਗਈ ਪੱਕੀ ਮਾੜੀ ਦੇ ਲਾਗੇ 4-5 ਮਰਬੇ। ਇਹ ਅਤਾ ਮਹਿਮੂਦ ਦਾ ਪੁੱਤਰ ਸੀ। ਮੈਂ ਜਦੋਂ ਮੈਟ੍ਰਿਕ ਪੜ੍ਹਦਾ ਹਾਂ ਨਾ, ਉਦੋਂ ਉਹ ਅਤਾ ਮਹਿਮੂਦ ਸੀ, ਉੱਥੇ ਜਿਉਂਦਾ ਸੀ। ਲੇਕਿਨ ਅਸੀਂ ਉਹਦਾ ਮਜ਼ਾਜ ਕੁਝ ਅਜੀਬ ਦਾ ਸੀ। ਉਹ ਜਵਾਨੀ 'ਚ ਮਰ ਗਿਆ ਸੀ, 1946-47 'ਚ ਮਰ ਗਿਆ, ਜਵਾਨੀ 'ਚ ਮਰ ਗਿਆ ਸੀ। ਅੱਛਾ, ਇਹ ਬਾਬਾ ਨੂਰ ਸ਼ਾਹ ਜਿਹੜਾ ਉਹ ਮਜ਼ਾਰ ਬਣਿਆ ਹੈ ਨਾ, ਇਹਦਾ ਮੁੰਤਜ਼ਮ ਹੀ ਉਹ ਸੀ। ਅੱਛਾ, ਇਹ 2 ਫੈਮਲੀਆਂ ਹੋ ਗਈਆਂ। ਤੀਜੀ ਫੈਮਿਲੀ ਜਿਹੜੀ ਸੀ ਨਾ, ਜਿਹੜੀ ਤੁਹਾਨੂੰ ਦੱਸਣ ਲੱਗਾ ਮੈਂ ਪਹਿਲਾਂ, ਉਹ ਸੀ ਇੱਥੇ ਚੌਧਰੀ ਸਰਫਰਾਜ਼ ਦੀ। ਇਹ ਸਮੁੰਦਰੀ ਰੋਡ 'ਤੇ ਉਹਨਾਂ ਦੀ ਕੋਈ ਜ਼ਮੀਨ ਸੀ, ਇਹ ਉਹਨਾਂ ਵਿੱਚ ਇਹ ਸਨ ਮੁਸਲਮਾਨਾਂ ਦੀ ਟੱਬਰ। ਅੱਛਾ, ਸ਼ਹਿਰ ਦੇ ਵਿੱਚ ਸ਼ੇਖਾਂ ਦੀ ਜਿਹੜੇ ਝਨੋਟੀਏ ਸਨ ਨਾ, ਉਹ ਮਸ਼ਹੂਰ ਸਨ। ਉਹ ਸ਼ੇਖਾਂ ਦੀ ਮਿੱਲ ਸੀ, ਆ ਜਿਹੜੀ ਫਲੋਰ ਮਿੱਲ, ਇਹ ਇੱਥੇ ਸੀ ਜਿੱਥੇ ਪੁਤਲੀ ਘਰ ਬਣਿਆ। ਆ ਜਿਹੜਾ ਹੁਣ ਆ ਜਿੱਥੇ ਕੀ ਹੈ ਇੱਥੇ ਜਿੱਥੇ ਆ ਜਿਹੜਾ ਹੈ ਟਾਟਾ ਮਿਲ, ਕੀ ਨਾਂ ਇਹਦਾ? ਟਾਟਾ ਮਿਲ। ਮਿਲ ਜਿਹੜੀ ਹੈ ਟਾਟਾ ਮਿਲ, ਇੱਥੇ ਇਹ ਮਿਲ ਸੀ। ਅੱਛਾ, ਇਹ ਸ਼ੇਖਾਂ ਦੀ ਮਿਲ ਸੀ। ਉਸ ਵੇਲੇ ਸ਼ੇਖਾਂ ਦੀ ਮਿਲ ਸ਼ੇਖ ਅਮੀਰ ਖਾਂਦੇ ਪੀਂਦੇ ਸਨ। ਇਹ 3-4 ਭਰਾ ਸਨ। ਆ ਜਿਹੜਾ ਹਸਪਤਾਲ ਬਣਿਆ ਨੈਸ਼ਨਲ, ਇਹ ਮੀਆਂ ਮੁਹੰਮਦ ਨੇ ਬਣਾਇਆ ਸੀ, ਸ਼ੇਖਾਂ ਦੇ ਚਨੋਟੀਏ ਸਨ। ਇਹ 4 ਭਰਾ ਸਨ। ਸਹੀ, ਇਹ 3-4 ਭਰਾ ਸਨ, ਖਾਂਦੇ ਪੀਂਦੇ ਸਨ। ਇਹ ਸਨ ਉਹਦਾ ਅੱਗੇ ਸਰਦਾਰਾਂ ਦੀ ਗੱਲ ਜਿਹੜੀ ਹੈ, ਇਹ ਫੈਮਿਲੀ ਜਿਹੜੀ ਜਿਉਣ ਸਿੰਘ ਦੀ ਸੀ, ਇਹ ਨੋਨ ਸੀ, ਪੜ੍ਹੇ ਲਿਖੇ ਸਨ। ਅੱਛਾ, ਉਹਦੇ ਨਾਲ ਇਹ ਸਪੂਰਨ ਸਿੰਘ ਦੀ, ਜਿਉਣ ਸਿੰਘ ਸਪੂਰਨ ਸਿੰਘ ਦੀ, ਇਹ ਮਸ਼ਹੂਰ ਸਨ। ਇਹਨਾਂ ਦੇ ਇੱਕ ਅੱਗੋਂ ਫਿਰ ਹਿੰਦੂਆਂ ਦੇ ਵਿੱਚੋਂ ਜਿਹੜੇ ਸਨ, ਉਹ ਧਨਪਤੀਏ ਸਨ। ਧਨਪਤੀਏ ਉਹ ਜਿਹੜਾ ਨੈਸ਼ਨਲ ਬੈਂਕ ਪਾਕਿਸਤਾਨ ਦਾ ਬਣ ਗਿਆ ਨਾ, ਉਹ ਕੋਠੀ ਉਹਨਾਂ ਦੀ ਸੀ।
ਅੱਛਾ ਉਹ ਕੋਠੀ ਧਨਪਤੀਆਂ ਦੀ ਸੀ ਹਿੰਦੂਆਂ ਦੀ। ਸਹੀ ਸਹੀ। ਉਹ ਬੜੇ ਅਮੀਰ ਸਨ ਉਸ ਜ਼ਮਾਨੇ 'ਚ, ਵਾਕਈ ਅਮੀਰ ਸਨ। ਇੱਥੇ ਲੈਲਪੁਰ ਸ਼ਹਿਰ ਦੇ ਵਿੱਚ 4 ਕਾਰਾਂ ਹੁੰਦੀਆਂ ਹਨ, ਕੋਲ 4 ਕਾਰਾਂ। ਮੇਰਾ ਅਗਲਾ ਸਵਾਲ ਇਹੀ ਸੀ, ਤੁਸੀਂ ਦੱਸ 4 ਕਾਰਾਂ ਕਿਹਦੇ ਕੋਲ? ਇੱਕ ਧਨਪਤੀਆਂ ਕੋਲ ਹੁੰਦੀ ਸੀ, ਇੱਕ ਡਾਕਟਰ ਫੌਜਾ ਸਿੰਘ ਹੁੰਦਾ ਸੀ, ਮੈਡੀਕਲ ਦਾ ਡਾਕਟਰ ਸੀ। ਡਾਕਟਰ ਉਹ ਕਚਹਿਰੀ ਬਾਜ਼ਾਰ ਹੁੰਦਾ ਸੀ। ਅੱਛਾ। ਇੱਕ ਡਾਕਟਰ ਫੌਜਾ ਸਿੰਘ ਕੋਲ ਹੁੰਦੀ ਸੀ, ਇੱਕ ਧਨਪਤੀਆਂ ਦੇ ਕੋਲ ਹੁੰਦੀ ਸੀ, ਇੱਕ ਹੁੰਦੀ ਸੀ ਉਹਦੇ ਕੋਲ, ਮੈਨੂੰ ਯਾਦ ਆਉਂਦਾ ਹੈ, ਉਹ ਹੁੰਦਾ ਸੀ, ਉਹਦਾ ਨਾਂ ਸ੍ਰੀ ਰਾਮ ਸੀ। ਸ੍ਰੀ ਰਾਮ ਸੀ ਇੱਕ ਉਹਦੇ ਕੋਲ ਹੁੰਦੀ ਸੀ, ਉਹ ਹਿੰਦੂ ਸੀ। ਇਹ 4 ਕਾਰਾਂ ਸਨ ਤੇ ਬਾਕੀ ਸਿੱਖ ਸਰਦਾਰਾਂ ਕੋਲ ਵੀ ਕਾਰ ਨਹੀਂ ਸੀ ਕੋਈ। ਮੈਂ ਜਿਹੜੀ ਹੁਣ ਅੱਗੇ ਗੱਲ, ਇਹਨਾਂ ਨੇ ਘੋੜਾ ਟਾਂਗਾ ਰੱਖਿਆ ਹੁੰਦਾ। ਅੱਛਾ ਘੋੜਾ ਟਾਂਗਾ, ਉਦੋਂ ਸਵਾਰੀ ਜੰਗਲ ਸਿੰਘ ਵਾਲੀ ਘੋੜਾ ਟਾਂਗਾ, ਜੰਗਲ ਸਿੰਘ ਕੋ ਵੀ ਢੋਕਾ, ਜੰਗਲ ਸਿੰਘ ਆ ਕੀਮੇ ਦਾ, ਇਹ ਦਾਦਾ ਇਹਦਾ। ਇਹਨਾਂ ਕੋਲ ਜੰਗਲ ਸਿੰਘ ਰਹਿ ਗਿਆ ਸੀ। ਜੰਗਲ ਸਿੰਘ ਕੋਲ ਵੀ ਟਾਂਗਾ, ਜੰਗਲ ਸਿੰਘ ਨੂੰ ਮੈਂ ਆਪਣੀ ਅੱਖੀਂ ਵੇਖਿਆ। ਅੱਛਾ। ਮੇਰੇ ਵਾਲਿਦ ਸਾਹਿਬ ਦਾ ਬੜਾ ਦੋਸਤ ਸੀ। ਅੱਛਾ। ਜੰਗਲ ਸਿੰਘ ਟਾਂਗੇ ਦੇ ਬਣਾਉਂਦੇ, ਆਪ ਟਾਂਗੇ ਦੀ ਫੜਦਾ ਸੀ। ਅੱਛਾ। ਆਪ ਟਾਂਗਾ ਪਾਉਂਦਾ ਸੀ, ਫੜ ਕੇ ਘੋੜੇ ਨਹੀਂ ਚੜਾਉਂਦਾ ਸੀ। ਅੱਛਾ। ਉਹ ਜ਼ਮਾਨੇ ਇਹਨਾਂ ਕੋਲ ਸਿੱਖਾਂ ਸਰਦਾਰਾਂ ਕੋਲ ਉਹ ਰਸਮ ਹੀ ਹੋਈ ਸੀ, ਜਿਹਦੇ ਕੋਲ ਘੋੜਾ ਟਾਂਗਾ ਹੁੰਦਾ ਸੀ, ਬੜਾ ਅਮੀਰ ਆਦਮੀ ਸੀ। ਅਮੀਰ ਆਦਮੀ ਹੁੰਦਾ, ਬੜਾ ਅਮੀਰ। ਹੁਣ ਕੋਈ ਘੋੜਾ ਟਾਂਗਾ ਰੱਖ ਉਸ ਵੇਲੇ ਘੋੜਾ ਟਾਂਗਾ ਸ਼ਾਨ ਹੁੰਦੀ ਸੀ, ਮੈਂ ਘੋੜਾ ਟਾਂਗਾ ਰੱਖਿਆ। ਹਾਂ, ਘੋੜਾ ਟਾਂਗਾ ਉਸ ਵੇਲੇ ਜ਼ਮਾਨਾ ਹੀ ਹੋਇਆ। ਬਸ ਜੀ ਜ਼ਮਾਨੇ ਵੇਖੋ, ਜ਼ਮਾਨਿਆਂ ਦੇ ਜ਼ਮਾਨਾ ਬਦਲ ਕਿਸੇ ਦੌਰ ਹੁਣ ਇੱਕ ਘਰ ਦੇ ਵਿੱਚ 4 ਕਾਰਾਂ ਖੜੋਤੀਆਂ ਨੇ। ਹਾਂ ਹਾਂਜੀ, ਮੈਂ ਚਲੋ ਇਹ ਵੇਲਾ ਉਹ ਜਿਹੜਾ ਸੀ ਨਾ, ਉਹ ਉਦੋਂ ਅਮੀਰ ਤੇ ਕੋਈ ਕਿਸਮਤ ਵਾਲਾ ਸਾਰੇ ਲੋਕ ਵਿਚਾਰਿਆ ਦੁਕਾਨਦਾਰ ਇੱਥੇ ਸਾਵੇਂ ਲੱਗਦੇ ਹੁੰਦੇ ਸਨ। ਸਾਵੇਂ ਸਾਉਣ ਦੇ ਵਿੱਚ ਇੱਥੇ ਕਬੱਡੀ ਦਾ ਮੈਚ ਵੀ ਹੁੰਦਾ ਸੀ, ਘੋੜ ਵੀ ਹੁੰਦੇ ਸਨ ਨਹਿਰ ਦੇ ਉੱਤੇ। ਨਹਿਰ ਦੇ ਉੱਤੇ ਅੱਛਾ, ਬਿਟਵੀਨ ਅਬਦੁੱਲਾਪੁਰ ਐਂਡ ਚਾਲ ਇੱਥੇ ਸਾਵੇਂ ਜਿਹੜੀ ਆਬਾਦੀ ਹੋ ਗਈ, ਇਹ ਖੁੱਲ੍ਹਾ ਥਾਂ ਹੁੰਦਾ ਸੀ। ਇੱਥੇ ਕਬੱਡੀ ਮੇਲਾ ਲੱਗਦਾ ਹੁੰਦਾ, ਕਬੱਡੀ ਤੇ ਘੋੜ ਬੜੇ ਹੁੰਦੇ। ਬੜਾ ਉਹ ਜ਼ਮਾਨਾ ਹੀ ਹੋਰ ਸੀ। ਜ਼ਮਾਨਾ ਜੀ, ਜ਼ਮਾਨੇ ਵਕਤ ਦੇ ਨਾਲ ਜੀ ਬਦਲਦੇ ਰਹਿੰਦੇ। ਹੁਣ ਤੇ ਜੀ ਇਹ ਜਿਹੜਾ ਬੰਦਾ ਅੱਜ ਕਬਰ ਚੋਂ ਉੱਠ ਕੇ ਆ ਜਾਵੇ ਨਾ, ਤੇ ਉਹਦੇ ਲੈਲਪੁਰ ਨੂੰ ਪਛਾਣ ਹੀ ਨਹੀਂ ਸਕਦਾ। ਤੁਸੀਂ ਇਹ ਕਹਿੰਦੇ ਹੋ ਮੈਂ ਕਦੇ ਸ਼ਹਿਰ ਜਾਣਾ ਨਾ, ਮੈਂ ਆਪ ਸ਼ਹਿਰ ਜਾਣਾ, ਇਹ ਮੇਰੀਆਂ ਅੱਖਾਂ ਖੁੱਲ੍ਹ ਯਾਰ ਕੀ ਬਣ ਗਿਆ। ਇੱਕ ਗੌਰਮੈਂਟ ਸਾਡੇ ਜ਼ਰੀ ਕਾਲਜ ਜ਼ਰਿਆਤੀ ਕਾਲਜ ਦੇ ਵਿੱਚ ਜਿਸ ਵੇਲੇ ਤਕਸੀਮ ਹੋਈ ਹੈ, ਉਸ ਵੇਲੇ ਇੱਕ ਹਿੰਦੂ, ਉਹਦਾ ਨਾਂ ਸੀ ਲਾਲਾ ਪੂਰਨੰਦ ਅਦਲੱਕਾ। ਅੱਛਾ। ਲਾਲਾ ਪੂਰਨੰਦ ਅਦਲੱਕਾ ਉਹਦਾ ਅਸਿਸਟੈਂਟ ਪ੍ਰੋਫੈਸਰ ਸੀ, ਮੇਰੇ ਨਾਲ ਸੀਨੀਅਰ ਸੀ ਉਹ। ਅੱਛਾ। ਉਹ 1934 ਦਾ ਇੱਥੇ ਗ੍ਰੈਜੂਏਟ ਸੀ ਸਾਡਾ। ਅੱਛਾ। ਤੇ 1947 ਦੇ ਵਿੱਚ ਉਹ ਆਰਜ਼ੀ ਤੌਰ 'ਤੇ ਅਜੇ ਹੋਇਆ ਸੀ, ਅਸਿਸਟੈਂਟ ਪ੍ਰੋਫੈਸਰ ਤਕਸੀਮ ਹੋ ਗਈ। ਉਹ ਚਲਾ ਗਿਆ ਉੱਧਰ, ਉੱਥੇ ਜਾ ਕੇ ਤੇ ਉਹ ਸੋਲਨ ਦੇ ਵਿੱਚ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਡਿਊਟੀ ਦਿੰਦਾ ਰਿਹਾ। ਅੱਛਾ। ਬਹੁਤ ਹੋ ਗਿਆ। 1961 ਦੇ ਵਿੱਚ ਉਹ ਆਇਆ ਇੱਥੇ, ਅਸੀਂ ਇਹ ਜੁਬਲੀ ਮਨਾਈ, ਗੋਲਡਨ ਜੁਬਲੀ 1960 ਵਿੱਚ, ਤੇ ਉਹ ਇੱਥੇ ਆਇਆ ਤੇ ਉੱਥੇ ਅਸੀਂ ਮਿਲੇ ਇੱਕ ਦੂਜੇ ਨੂੰ। 1960 ਚ ਫੌਤ ਹੋ ਗਿਆ ਉੱਥੇ। ਅੱਛਾ। ਹੁਣ ਜਿਹੜੀ ਗੱਲ ਦੱਸਣ ਵਾਲੀ ਹੈ ਕਿ ਉਹਦਾ 3-4-5 ਸਾਲ ਹੋਏ ਨੇ, 5-6 ਸਾਲ ਪਹਿਲਾਂ ਉਹਦਾ ਪੁੱਤਰ ਆਇਆ, ਉਹਦਾ ਬ੍ਰਿਗੇਡੀਅਰ ਸੀ ਉੱਥੇ ਉਹ ਫੌਜ ਦੇ ਵਿੱਚ। ਅੱਛਾ। ਇੰਡੀਆ ਦੇ ਵਿੱਚ। ਉਹਨੂੰ ਸ਼ੌਕ ਪੈਦਾ ਹੋਇਆ, ਉਹ ਤੋਂ ਰਿਟਾਇਰ ਹੋ ਗਿਆ ਤੇ ਉਹ ਚੌਲਾਂ ਦਾ ਕੁਝ ਕਾਰੋਬਾਰ ਕਰਨ ਲੱਗ ਪਿਆ। ਉਹ ਬ੍ਰਿਗੇਡੀਅਰ ਹਿੰਦੂ, ਉਹਦਾ ਪੁੱਤਰ ਉਹ ਇੱਥੇ ਆਇਆ ਕਿ ਮੈਂ ਆਪਣੇ ਪਿਓ ਦੇ, ਜਿੱਥੇ ਮੇਰਾ ਉਹ ਛੋਟਾ ਸੀ 1-2 ਸਾਲ ਦਾ, ਜਦੋਂ ਪਾਕਿਸਤਾਨ ਬਣ ਗਿਆ ਤੇ ਉਹ ਚਲਾ ਗਿਆ। 4-5 ਸਾਲ ਦਾ ਸੀ। ਉਹਨੂੰ ਇਹ ਪਤਾ ਸੀ ਕਿ ਮੇਰਾ ਬਾਪ ਗੁਰੂ ਨਾਨਕਪੁਰੇ ਰਹਿੰਦਾ ਸੀ, ਐਵੇਂ ਉਹਨੂੰ ਦੱਸਿਆ। ਉਹ ਇੱਥੇ ਆ ਗਿਆ ਤੇ ਉਹ ਕਹਿਣ ਲੱਗਾ, ਉਹਦਾ ਕੋਈ ਵਾਕ ਵੀ ਨਾ, ਮੈਨੂੰ ਉਹਨਾਂ ਨੇ ਸੱਦਿਆ ਯੂਨੀਵਰਸਿਟੀ ਵਾਲਿਆਂ ਕਿ ਤੂੰ ਇਹਨੂੰ ਕੋਈ ਦੱਸ। ਅੱਛਾ। ਉਹ ਤੇਰੇ ਪਿਓ ਦੀਆਂ ਗੱਲਾਂ, ਉਹ ਅਸੀਂ ਗੱਲਾਂ ਕਰਨ ਲੱਗ ਪਏ। ਮੈਂ ਉਹਨੂੰ ਲੈਂਦੇ ਦਿੰਦਾ ਰਿਹਾ, ਬਖਾਂਦਾ ਰਿਹਾ। ਮੈਨੂੰ ਕਹਿਣ ਲੱਗਾ, ਮੈਂ ਉਹਨੂੰ ਆਖਿਆ ਵੀ ਤੂੰ ਆਇਆ ਬ੍ਰਿਗੇਡੀਅਰ, ਇੱਕ ਕੰਮ ਕਰ, ਤੂੰ ਆਇਆ ਆਪਣੇ ਬਾਪ ਨੂੰ ਯਾਦ ਕਰਨਾ, ਤੂੰ ਇੱਕ ਕੰਮ ਕਰ। ਕੀ ਤੁਹਾਡੀ ਸਲਾਹ ਹੈ ਚਾਚਾ ਜੀ? ਮੈਂ ਕਿਹਾ ਤੂੰ ਉਹਦੇ ਨਾਂ ਦਾ ਵਜ਼ੀਫਾ ਇੱਥੇ ਕੋਈ ਸ਼ੁਰੂ ਕਰ, ਸਿਕਾਰੇ ਸ਼ਬਦ। ਮੈਨੂੰ ਕਹਿਣ ਲੱਗਾ ਠੀਕ। ਉਹ ਚਲਾ ਗਿਆ ਤੇ ਮੈਂ ਹਿਸਾਬ ਲਿਆ ਵੀ 6 ਵਜ਼ੀਫੇ ਇਹਦੇ ਕੋਲ ਲਾਂ, ਤੇ 6 ਵਜ਼ੀਫੇ 1000 ਦੇ ਲਵਾਂ, ਤੇ ਇਹ 72,000 ਰੁਪਈਆ ਬਣਦਾ ਹੈ। ਤੇ ਇਹ ਮੈਂ ਇਹਨੂੰ ਆਖਾਂ ਕਿ ਸਾਨੂੰ ਇੰਨੇ ਪੈਸੇ ਜਮ੍ਹਾਂ ਕਰਾ ਦੇ ਜਿਹਦਾ 72,000 ਰੁਪਈਆ ਸਾਨੂੰ ਇੰਟਰਸਟ ਆ ਜਾ ਕਰ। ਅੱਛਾ। ਚੁਨਾਚੇ ਉਹ ਚਲਾ ਗਿਆ ਤੇ ਮੈਂ ਉਹਨੂੰ ਆਖਿਆ ਵੀ ਤੂੰ 6 ਵਜ਼ੀਫੇ ਸਾਨੂੰ ਦੇ ਦੇ ਆਪਣੇ ਬਾਪ ਦੇ ਨਾਂ। ਉਹਦਾ ਨਾਂ ਸੀ ਰੱਖਦਾ ਪੂਰਨ ਨਾਮ ਅਦਲੱਕਾ ਸਕਾਰਸ਼ਿਪ। ਉਹ ਲਿਫਾਫਾ ਫੜਾ ਦੇ, ਉਹ ਜਿਹੜੇ ਉੱਤੇ ਪਏ ਨੇ ਪੂਰਨ ਨੰਦ ਅਦਲੱਕਾ ਸਕਾਰਸ਼ਿਪ, ਆਹ ਲਿਫਾਫੇ ਜਿਹੜੇ ਨੇ। ਅੱਛਾ।
ਉਹ ਚਲਾ ਗਿਆ ਤੇ ਫਿਰ ਮੈਂ ਉਹਨੇ ਮੈਨੂੰ ਪੈਸੇ ਘੱਲ ਦਿੱਤੇ, ਮੈਨੂੰ ਡਾਲਰ ਘੱਲ ਦਿੱਤੇ ਉੱਥੋਂ ਜਾ ਕੇ। ਉਹ ਉੱਥੋਂ ਨੇ ਡਾਲਰ ਘੱਲ ਦਿੱਤੇ ਅਦਲਕੇ ਨੇ, ਤੇ ਉਹਨੇ ਮੈਨੂੰ ਆਖਿਆ ਕਿ ਆ ਲਓ ਜਿਸ ਵੇਲੇ ਆ ਗਏ ਤੇ ਅਸਾਂ ਉਹਦਾ ਸਕਾਰਸ਼ੇ ਦਾ ਹਿਸਾਬ ਲਾਇਆ 6 ਦਾ। ਮੈਂ ਹਿਸਾਬ ਲਾਇਆ ਕਿ ਬਈ ਯਾਰ ਮੰਗਾਈ 1000 ਰੁਪਇਆ ਕੋਈ ਨਹੀਂ। ਮੈਂ ਉਹਨੂੰ ਦੁਬਾਰਾ ਟੈਲੀਫੋਨ ਕੀਤਾ, ਮੈਂ ਕਿਹਾ ਬ੍ਰਿਗੇਡੀਅਰ ਯਾਰ ਤੂੰ ਕੰਮ ਤੇ ਬੜਾ ਚੰਗਾ ਕੀਤਾ, ਪਰ ਮੈਂ ਸਮਝਣਾ ਤੂੰ 8 ਲੱਖ ਰੁਪਈਆ ਸਾਨੂੰ ਭੇਜਿਆ ਹੈ, 8 ਲੱਖ ਨੇ ਭੇਜਿਆ। ਅੱਛਾ। ਤੇ ਤੂੰ ਅਗਰ ਇਹਨੂੰ ਦੁੱਗਣਾ ਕਰ ਦੇਣਾ ਤੇ 2000 ਦੇ। ਉਹਨੇ ਆਖਿਆ ਮੈਂ ਕਰ ਦੇ। ਉਹਨੇ 8 ਲੱਖ ਹੋਰ ਭੇਜ ਦਿੱਤਾ। ਅੱਛਾ। ਉਹ 16 ਲੱਖ ਰੁਪਈਆ ਜਿਹੜਾ ਉਹਦਾ ਸੀ ਨਾ, 16-17 ਲੱਖ, ਉਹ ਮੈਂ ਯੂਨੀਵਰਸਿਟੀ ਮੇਰੇ ਨਾਲ ਆਇਆ ਸੀ, ਮੈਂ ਯੂਨੀਵਰਸਿਟੀ ਨੂੰ ਦੇ ਦਿੱਤਾ। ਅੱਛਾ। ਯੂਨੀਵਰਸਿਟੀ ਨੇ ਮੈਂ ਇਹ ਕਿਹਾ ਕਿ ਇਹ ਅਦਲਕਾ ਦੇ ਨਾਂ ਦਾ ਸਕਾਲਰਸ਼ਿਪ ਜਿਹੜਾ ਨਾ ਇਹ ਤੁਸੀਂ ਦੇ ਦਿਓ। ਅੱਛਾ। ਯੂਨੀਵਰਸਿਟੀ ਨੇ ਉਹਦੇ ਨਾਂ ਦਾ ਸਕਾਲਰਸ਼ਿਪ ਇੰਸਟੀਚਿਊਟ ਕਰ ਦਿੱਤਾ। ਉਹ ਪਿਛਲੇ 5-7 ਸਾਲ ਤੋਂ ਤੁਸੀਂ ਅੰਦਾਜ਼ਾ ਕਰੋ ਸ਼੍ਰੀ ਪੂਰਨ ਆਨੰਦ ਅਦਲਕਾ ਸਕਾਲਰਸ਼ਿਪ, ਉਹਦੇ ਨਾਂ ਦੀ ਸਕਾਲਰਸ਼ਿਪ ਅਸੀਂ ਦੇ ਰਹੇ ਹਾਂ, ਉਹਦੇ ਉਸੇ ਪੈਸੇ ਦੇ ਵਿੱਚੋਂ ਜਿੰਨਾ ਇੰਟਰਸਟ ਹੁੰਦਾ। ਤੁਸੀਂ ਇਹ ਤੋਂ ਅੰਦਾਜ਼ਾ ਕਰ ਲਓ ਇਸ ਮੁਹੱਬਤ ਦਾ, ਇਸ ਪਿਆਰ ਦਾ, ਕਿ ਪਿਓ ਤੇ ਮਰ ਗਿਆ, ਮੇਰੇ ਕਹਿਣ ਦੇ ਉੱਤੇ ਉਹਨਾਂ ਨੇ ਉਹਨੇ 16 ਲੱਖ ਰੁਪਈਆ ਉੱਥੋਂ ਭੇਜ ਦਿੱਤਾ। ਕੌਣ ਕਰਦਾ ਹੈ? ਵੇਖੋ ਜੀ, ਕੌਣ ਕਰਦਾ? ਯੂਨੀਵਰਸਿਟੀ ਆਫ ਐਗਰੀਕਲਚਰ ਫੈਸਲਾਬਾਦ ਦੇ ਵਿੱਚ ਕੌਣ ਜਨਾਬੇ ਅਲੀ ਸ਼੍ਰੀ ਪੂਰਨ ਆਨੰਦ ਅੰਦਰਖਾ ਮੈਮੋਰੀਅਲ ਸਕਾਲਰਸ਼ਿਪ ਬਕਾਇਦਾ ਮੁੰਡਿਆਂ ਨੂੰ ਮਿਲਦੀ। ਇਹ ਜੇ ਪਿਆਰ ਮੁਹੱਬਤ। ਕੀ ਬਾਤ ਹੈ। ਇਹਨਾਂ ਨੇ 72,000 ਰੁਪਏ ਮੰਗਿਆ ਸੀ, ਉਹਨਾਂ ਨੇ 16 ਲੱਖ ਰੁਪਏ। ਤੁਸੀਂ ਇਹ ਕਹਿੰਦੇ ਹੋ, ਮੈਂ ਕਹਿੰਦਾ ਆ ਇੱਕ ਸਬੂਤ ਹੈ, ਨਫ਼ਰਤਾਂ ਦੀ ਤੇ ਹੈ ਹੀ ਨਹੀਂ। ਇਹ ਜਿਹਾ ਗੌਰਮੈਂਟ ਦੇ ਕੰਮ ਨੇ ਕੋਈ ਕਸ਼ਮੀਰ ਦਾ ਮਸਲਾ ਹੱਲ ਕਰਨਾ ਤੇ ਗੱਲ ਹੀ ਕੋਈ। ਹਾਂ, ਕੀ ਬਾਤ ਹੈ। ਮੈਂ ਇਹਨਾਂ ਨੂੰ ਸਲਾਮ ਪੇਸ਼ ਕਰਦਾ ਉਹਦੇ ਨਾਂ ਦਾ ਆਨੰਦ ਅੰਦਰਖਾ। ਉਹ ਇੱਥੇ ਦੇ ਰਿਹਾ ਹੈ, ਉੱਥੇ ਵੀ ਦੇ ਸਕਦਾ ਸੀ ਆਪਣੇ ਨਾਂ ਦਾ, ਲੇਕਿਨ ਇੱਥੇ ਦੇ ਰਿਹਾ। ਕੋਈ ਸਟੂਡੈਂਟ ਉਹ ਹਿੰਦੂ ਹੋ ਕੇ ਮੁਸਲਮਾਨਾਂ ਨੂੰ ਵਜ਼ੀਫਾ ਦੇ। ਹਾਂ, ਦੇਖੋ ਹਿੰਦੂ ਹੋ ਕੇ ਪਤਾ ਨਹੀਂ ਕਿੰਨੇ ਬੱਚੇ, ਹੁਣ ਮੈਂ ਥੋੜਾ ਰੱਖ ਰੁਪਈਆ ਉਹਨੇ ਸਾਨੂੰ ਇਹਨਾਂ ਬੱਚਿਆਂ ਔਰ ਬੱਚੀਆਂ ਦਾ ਨਾਮ ਨਹੀਂ ਲਵਾਂਗਾ। ਬੱਚਿਆਂ ਨੂੰ ਸਿਖਾ ਇੱਕ ਹਿੰਦੂ ਹੋ ਕੇ ਉਹ ਹਰ ਸਾਲ ਮੁਸਲਮਾਨ ਬੱਚੇ ਔਰ ਬੱਚੀਆਂ, ਕਮਾਲ ਨਹੀਂ ਹੈ? ਕਮਾਲ ਹੈ ਜੀ। ਉਹ ਸਕਾਲਰਸ਼ਿਪ ਇੱਥੇ ਦੇ ਰਿਹਾ। ਇਸ ਤਰ੍ਹਾਂ ਹੀ ਆ ਚੱਕ ਕੇ ਆ ਖੋੜਿਆਂ ਵਾਲੇ ਦੇ ਕੋਲ ਉਹ ਹਾਈ ਸਕੂਲ ਬਣ ਗਿਆ। ਹਾਂਜੀ। ਪਾਰਲਵਾਨੀ ਸਕੂਲ। ਹਾਂ। ਉੱਥੇ ਮੇਰਾ ਇੱਕ ਦੋਸਤ ਵਾਈਸ ਚਾਂਸਲਰ ਡਾਕਟਰ ਸਰਦਾਰਾ ਸਿੰਘ ਜੋਲ, ਅੱਛਾ, ਉਹ ਇੱਥੇ ਜੋਲ ਚੱਕ ਦੇ ਵਿੱਚ ਰਹਿੰਦੇ ਸਨ। ਹਾਂ, ਜੋਲਾਂ ਹੈਗੀਆਂ 75 ਖੋੜਿਆਂ ਦੇ ਕੋਲ। ਇੱਥੋਂ ਚਲਾ ਗਿਆ ਉੱਥੇ। ਉਹ ਉਸ ਪਿੰਡ 'ਚ ਪੜ੍ਹਦਾ, ਉਹ ਸਕੂਲ 'ਚ ਪੜ੍ਹਦਾ ਸੀ, ਸਿਰਫ ਪ੍ਰਾਇਮਰੀ 'ਚ ਪੜ੍ਹਦਾ ਸੀ। ਉਹ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ, 5ਵੀਂ 6ਵੀਂ 'ਚ ਤਕਸੀਮ ਹੋ ਗਈ, ਚਲਾ ਗਿਆ ਉਧਰ ਵਾਈਸ ਚਾਂਸਲਰ ਮੇਰਾ ਬੜਾ ਗਹਿਰਾ ਦੋਸਤ ਹੈ, ਪਰਾਮਰ ਸਕਿਆ ਨੇ ਬਹੁਤ ਹੁਣ ਵੀ। ਹੁਣ ਵੀ ਉਹ ਉੱਥੇ ਚਲਾ ਗਿਆ। ਉਹ ਇੱਥੇ ਆਇਆ ਤੇ ਮੈਨੂੰ, ਮੈਂ ਕਿਹਾ ਕੋਈ ਕੰਮ, ਮੈਂ ਕਿਹਾ ਜੋਲ ਸਾਹਿਬ ਹਮ ਕੰਮ ਕਰੀਏ। ਕਹਿੰਦਾ ਕੀ ਕਰੀਏ? ਉਹ ਮੈਨੂੰ ਕਹਿਣ ਲੱਗਾ ਮੇਰੇ 'ਚ ਇੱਕ ਇੱਥੇ ਮੇਰਾ ਉਸਤਾਦ ਸੀ ਮੌਲਵੀ ਮੇਹਲੜੀ ਉਹਦਾ ਨਾਂ ਸੀ, ਉਹ ਮੇਰੇ ਨਾਲ ਬੜੀ ਮੁਹੱਬਤ ਕਰਦਾ ਸੀ ਤੇ ਮੈਂ ਜੋ ਕੁਝ ਵੀ ਹੈ ਨਾ ਉਹਦੀ ਵਜ੍ਹਾ ਨਾਲ ਉਹ ਮੈਨੂੰ ਪੜ੍ਹਾਈ ਦੇ ਵਿੱਚ ਮੈਂ ਨਹੀਂ ਸਮਝਿਆ ਨਲਾਇਕ ਤੇ ਮੇਰੀ ਉਹਨੇ ਬਦਲ, ਮੈਂ ਉਹਦੇ ਨਾਂ ਦਾ ਵਜ਼ੀਫਾ ਦੇਣਾ ਚਾਹੁੰਦਾ। ਕੀ ਬਾਤ। ਉਹਨੇ ਮੈਨੂੰ ਉਹ ਪੈਸੇ ਦੇ ਦਿੱਤੇ, ਮੈਂ ਉਹ ਸਕੂਲ ਦੇ ਵਿੱਚ ਉਹ ਜਮ੍ਹਾਂ ਕਰਾ ਦਿੱਤੇ। ਉਹਦੇ ਨਾਂ ਦੇ ਸਕਾਲਰਸ਼ਿਪ ਨਾਮੀ ਤੇ 10ਵੀਂ ਦੇ ਮੁੰਡਿਆਂ ਨੂੰ ਦੇਣੀ ਸ਼ੁਰੂ। ਉਹ ਸਕਾਲਰਸ਼ਿਪ ਜਿਹੜੇ ਪੈਸੇ ਦਿੱਤੇ ਉਹਦੇ ਉਹ ਸਕੂਲ ਦੇ ਮੁੰਡਿਆਂ ਨੂੰ ਅਸੀਂ ਉਹਦੇ ਪੈਸਿਆਂ ਦਾ ਉਹਦੇ ਉਸਤਾਦ ਦੇ ਨਾਂ ਦਾ, ਉਹਦੇ ਉਸਤਾਦ ਦੇ ਉੱਤੇ ਲਿਖਿਆ ਕੰਡੀਨੇਸ਼ਨ ਬਾਈ ਡਾਕਟਰ ਸਰਦਾਰਾ ਸਿੰਘ ਜੋਲ ਬਾਈ ਟੂ ਮੌਲਵੀ ਸਾਹਿਬ ਦੇ ਉਹ ਸਕਾਲਰਸ਼ਿਪ ਜਿਹੜਾ ਉਸਤਾਦ ਦੇ ਨਾਂ ਦਾ ਸਕਾਲਰਸ਼ਿਪ। ਦੇਖੋ ਜੀ क्या साझा ने एक सरदार एक मौलवी तो पढ़ता है और उस मौलवी को ਮੁਹੱਬਤਾਂ ਦੀ ਮੈਂ ਗੱਲ ਤੁਹਾਨੂੰ ਦੱਸਣਾ, ਇਹ ਜੇ ਤੁਸੀਂ ਜਾਣ ਨਹੀਂ ਸਕਦੇ। ਹਾਂ, ਕੀ ਬਾਤ ਹੈ ਬਜ਼ੁਰਗੋ, ਕੀ ਬਾਤ ਹੈ। ਇਹੋ ਜਿਹੀਆਂ ਕਹਾਣੀਆਂ ਸਾਨੂੰ ਬਹੁਤ। ਮੈਂ ਤੁਹਾਨੂੰ ਆਪਣੇ ਦੱਸਿਆ ਕਿ ਮੈਨੂੰ ਉਹਨੇ ਬਣ ਨਹੀਂ ਦਿੱਤਾ ਕਿ ਇੱਥੇ ਤੇਲ ਚੋ ਕੇ ਤੁਹਾਨੂੰ ਭਾਈ ਜਾਨ ਮੰਦਰ ਬਣਦੇ। ਹੁਣ ਅਗਰ ਕਿਸੇ ਆਪਣਾ ਅਗਰ ਮੀਡੀਆ ਨੂੰ ਅਗਰ ਛੱਡ ਕੇ ਅਗਰ ਨੈਸ਼ਨਲ ਮੀਡੀਆ ਦੋਵਾਂ ਪਾਸਿਆਂ ਦਾ ਖੋਲ੍ਹ ਦਿੱਤਾ ਜਾਵੇ ਤਾਂ ਪਤਾ ਨਹੀਂ ਲੱਗੇਗਾ ਕਿ ਕਿੰਨੀਆਂ ਨਫ਼ਰਤਾਂ ਨੇ। ਲੇਕਿਨ ਹਕੀਕਤ ਦੇ ਵਿੱਚ ਵੇਖੋ ਕਿ ਸਿੱਖ ਲੋਕਾਂ ਨੇ, ਸਿੱਖ ਵੀਰਾਂ ਨੇ, ਮੁਸਲਮਾਨ ਉਸਤਾਦ ਨੇ ਉਹਨੂੰ ਪੜ੍ਹਾਇਆ 5ਵੀਂ ਤੀਕਰ ਔਰ ਅੱਜ ਉਹ ਦੇ ਰਿਹਾ ਸਕਾਲਰਸ਼ਿਪ ਜਿਹੜੇ ਮੁਸਲਮਾਨ ਵੀਰ ਹੋਰ ਬੱਚੇ ਪੜ੍ਹਦੇ। ਅੱਛਾ ਬਜ਼ੁਰਗੋ, ਇਹ ਦੱਸੋ ਜਿਸ ਵੇਲੇ ਤੁਸੀਂ 1943 1944 ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ, BSc ਕੀਤੀ, ਤੁਹਾਡੇ ਉਸ ਵੇਲੇ ਜਿਹੜੇ ਚਾਂਸਲਰ ਕੌਣ ਸਨ ਇਹਦੇ?
ਉਸ ਵੇਲੇ ਹਾਂ ਚਾਂਸਲਰ ਕੌਣ ਸਨ ਯੂਨੀਵਰਸਿਟੀ ਦੇ? ਚਾਂਸਲਰ ਸਾਡਾ ਜਿਹੜਾ ਸੀ ਨਾ ਇੱਥੇ ਪ੍ਰਿੰਸੀਪਲ ਜਿਹੜਾ ਸੀ ਪ੍ਰਿੰਸੀਪਲ ਉਹ 1943 'ਚ ਮੈਂ ਦਾਖਲ ਹੋਇਆ। ਅੱਛਾ 1947 ਮੌਲੀ ਫਤਿਹਦੀਨ ਪ੍ਰਿੰਸੀਪਲ ਸੀ। ਮੌਲੀ ਫਤਿਹਦੀਨ 2 ਸਾਲ ਦੇ ਬਾਅਦ ਰਿਟਾਇਰ ਹੋ ਗਿਆ। 1943-44 ਜੈਚੰਦ ਲੂਥਰਾ ਆ ਗਿਆ। ਜੈਚੰਦ ਲੂਥਰਾ ਆ ਗਿਆ। ਜੈਚੰਦ ਲੂਥਰਾ ਜਿਹੜਾ ਸੀ ਉਹ ਰਿਟਾਇਰ ਹੋ ਗਿਆ ਉਹ ਵੀ। ਉਹਦੇ ਬਾਅਦ ਜਦੋਂ ਤਕਸੀਮ ਹੋਣੀ ਸੀ ਨਾ ਉਦੋਂ ਪਹਿਲਾਂ ਜਿਹੜਾ ਪ੍ਰਿੰਸੀਪਲ ਬਣਿਆ ਨਾ 6 ਮਹੀਨੇ ਉਹ ਰਾਓ ਬਹਾਦਰ ਰਾਮਚੰਦ ਸਿੰਘ ਸੀ। ਉਹ ਜੱਟ ਸੀ ਰੋਹਤਕ ਦਾ ਹਿਸਾਰ ਦਾ। ਉਹ ਉੱਥੋਂ ਦਾ ਜੱਟ ਸੀ ਅਤੇ ਇੱਥੇ ਉਹ ਪਹਿਲਾਂ ਕਲਾਸਮੈਨ ਅਫਸਰ ਸੀ। ਉਹ ਵਿਚਾਰਾ ਪ੍ਰਿੰਸੀਪਲ ਬਣ ਗਿਆ ਇਸ ਕਾਲਜ ਦਾ। ਜਿਸ ਵੇਲੇ ਤਕਸੀਮ ਹੋਇਆ ਨਾ ਮੁਲਕ ਤੇ ਰਾਓ ਬਹਾਦਰ ਰਾਮਚੰਦ ਸਿੰਘ ਪ੍ਰਿੰਸੀਪਲ। ਸਹੀ। ਤੁਹਾਡੇ ਟੀਚਰਾਂ ਦੇ ਵਿੱਚ ਉਸਤਾਦ ਸਾਹਿਬਾਨਾਂ ਦੇ ਵਿੱਚੋਂ ਕੌਣ ਸੀਗੇ? ਸਾਡੇ ਟੀਚਰ ਤੇ ਮਾਸ਼ਾਅੱਲਾ ਜਿਹੜੇ ਨੇ ਨਾਂ ਲਏ ਨੇ ਸਾਰੇ ਹੀ ਇਹ ਬਹੁਤੇ ਹੋਈ ਸਨ। ਚੌਧਰੀ ਕਰਮਲ ਰਸੂਲ ਸਾਰੇ ਇਹ ਸਾਰੇ ਪੜ੍ਹਾਉਂਦੇ ਇਹ ਹੈ ਸਨ। ਇਸ ਤਰ੍ਹਾਂ ਕੋਈ ਰਿਟਾਇਰ ਹੋ ਗਏ ਸਨ। ਕੋਈ ਸਿੱਖਾਂ ਵਿੱਚੋਂ ਕੋਈ ਤੁਹਾਡਾ ਉਸਤਾਦ? ਸਿੱਖਾਂ ਵਿੱਚੋਂ ਕੋਈ ਤੁਹਾਡਾ ਉਸਤਾਦ? ਸਿੱਖਾਂ ਦੇ ਵਿੱਚੋਂ ਜਿਸ ਮੇਰੇ ਦੇ ਬੜੇ ਉਸਤਾਦ ਰਹੇ ਨੇ ਜਸਵੰਤ ਸਿੰਘ ਜੀ। ਹਾਂਜੀ ਉਹ ਕਮਿਸਟਰੀ ਸਾਨੂੰ ਪੜ੍ਹਾਉਂਦਾ ਸੀ। ਇਹਦੇ ਵਿੱਚੋਂ ਜਸਵੰਤ ਸਿੰਘ ਐਗਰੀਕਲਚਰ ਪੜ੍ਹਾਉਂਦਾ ਸੀ। ਬੜਾ ਸ਼ਰੀਫ ਆਦਮੀ। ਅੱਛਾ ਉਹ ਉਹਦੇ ਦਾ ਬਿਆਸੇ ਦਾ ਰਹਿਣ ਵਾਲਾ ਸੀ। ਅੱਛਾ ਬੜਾ ਸ਼ਰੀਫ। ਇੱਕ ਸਾਨੂੰ ਕਮਿਸਟਰੀ ਪੜ੍ਹਾਉਂਦਾ ਸੀ ਬਲਵੰਤ ਸਿੰਘ ਮਾਹੂ। ਉਹ ਪੜ੍ਹਾਉਂਦਾ ਸੀ ਕਮਿਸਟਰੀ। ਅੱਛਾ ਸ਼ੇਖ ਉਸਤਾਦ ਪੜ੍ਹਾਉਂਦੇ। ਕਈ ਹੋਰ ਵੀ ਸਨ। ਕੀ ਬਾਤ। ਉਸ ਵੇਲੇ ਕੋਈ ਫਰਕ ਨਹੀਂ ਸੀ। ਹਾਂ ਬਿਲਕੁਲ। ਉਹਨਾਂ ਲਈ ਨਾ ਮੁਸਲਮਾਨ ਹਿੰਦੂ। ਤੁਸੀਂ ਅੰਦਾਜ਼ਾ ਕਰੋ ਕਿ ਮੈਂ ਇੱਕ ਪੰਡਿਤ ਗੁਲਾਰੀ ਹਿੰਦੂ ਸੀ। ਮੈਂ ਐਗਰੀਕਲਚਰ ਇਕਨਾਮਿਕਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਫਸਟ ਰਿਹਾ। ਮੈਡਲਿਸਟ ਮੈਡਲ ਲਿਆ। ਅੱਛਾ ਹਾਂ ਇਹ ਜਿਹੜਾ ਨਾ 1944 'ਚ ਮੈਂ ਮੈਡਲਿਸਟ। ਅੱਛਾ ਇਸ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ। ਅੱਛਾ ਪੰਜਾਬ ਯੂਨੀਵਰਸਿਟੀ। ਉਹ ਹਿੰਦੂ ਸਾਡਾ ਪ੍ਰੋਫੈਸਰ ਸੀ। ਉਸ ਵੇਲੇ ਕੋਈ ਫਰਕ ਨਹੀਂ। ਉਹਦੇ ਮੁੰਡਾ ਲੈਕ ਵੇਖਣਾ ਕਿਹੜਾ ਨਾ ਹਿੰਦੂ ਵੇਖਣਾ ਨਾ ਮੁਸਲਮਾਨ ਵੇਖਣਾ। ਅੱਛਾ ਬਜ਼ੁਰਗੋ ਇਹਦੇ 'ਚ ਇਹ ਕੌਣ ਨੇ ਕੋਈ ਨਾਮ ਪਤਾ? ਮੈਂ ਆ ਖਲੋਤਾ ਇਹ ਆ ਜਿਹੜੇ ਨਾ ਆ ਤੁਸੀਂ ਖਲੋਤੇ ਤੁਹਾਡੀ ਕੈਬ ਕਾਇਦੇ ਆਜ਼ਮ ਵਾਲੀ ਜਿਹੜੀ ਆ ਜੀਵਨ ਸਿੰਘ ਬਰੂਤੀ ਮੇਰਾ ਜਮਾਤੀ ਹੈ। ਇਹ ਤੁਹਾਡਾ ਜਮਾਤੀ? ਆ ਜੀਵਨ ਸਿੰਘ ਬਰੂਤੀ ਮੇਰਾ ਜਮਾਤੀ। ਇਹਨਾਂ 'ਚ ਕੋਈ ਹੋਰ? ਇਹਨਾਂ 'ਚ ਹੋਰ ਵੀ ਕਈ ਜਮਾਤੀ ਨੇ ਮੇਰੇ। ਅੱਛਾ ਆ ਮੁਸਲਮਾਨ ਦਰਵੇਸ਼ ਮੇਰਾ ਜਮਾਤੀ ਹੈ। ਅੱਛਾ ਅੱਛਾ ਇਹਨਾਂ ਸਿੱਖਾਂ ਦੇ ਵਿੱਚੋਂ ਮੈਂ ਦੱਸਣਾ ਹੋਰ ਕੋ ਮੇਰਾ ਜਮਾਤੀ ਕੋਈ ਅੱਛਾ ਹੋਏਗਾ ਇੱਥੇ ਥੱਲੇ ਆ ਜਿਹੜੇ ਸਨ ਮੈਨੂੰ। ਹਾਂ ਇਹ ਤੁਸੀਂ ਜਮਾਤੀ ਨਹੀਂ ਸੀਗੇ? ਸਾਰੇ ਜਮਾਤੀ ਨਹੀਂ ਸੀਗੇ? ਨਹੀਂ ਇਹ ਕੋਈ ਸੀ ਨੇ ਗਰੁੱਪ ਸੀ ਨਾ। ਕੋਈ 4th ਈਅਰ ਦੇ ਨੇ ਕੋਈ 3rd ਈਅਰ ਦੇ ਕੋਈ 2nd ਈਅਰ ਦੇ ਕੋਈ 1st ਈਅਰ ਦੇ। ਇਹ ਸਾਰਾ ਇੱਕ ਗਰੁੱਪ ਹੈ। ਆ ਜਿਹੜੇ ਪਿੱਛੇ ਖਲੋਤੇ ਨੇ ਬਹੁਤੇ ਮੁੰਡੇ 1st ਈਅਰ ਦੇ ਨੇ। ਆ ਜਿਹੜੇ ਨੇ ਉਹ ਨਹੀਂ ਜਿਹੜੇ 2nd ਈਅਰ ਦਾ ਇਮਤਿਹਾਨ ਦੇ ਕੇ 3rd ਈਅਰ। ਇਹ ਜਿਹੜੇ ਨੇ ਜਿਹੜੇ ਸੀਨੀਅਰ ਸਨ ਸਾਡੇ ਨਾਲ 4th ਈਅਰ ਦੇ ਇਹ ਉਹਨਾਂ ਨੂੰ ਕੁਰਸੀਆਂ 'ਤੇ ਬਿਠਾਇਆ। ਆਹ ਸਾਡਾ ਟਿਊਟਰ ਹੈ। ਹਾਂਜੀ ਇਹ ਜਿਹੜੇ ਨੇ ਮੁੰਡੇ ਇਹਨਾਂ 'ਚ ਆਹੀ ਮੇਰਾ ਜਮਾਤੀ ਸੀ। ਇਹ ਫੇਲ ਹੋ ਗਿਆ ਫਿਰ ਸਾਡੇ ਨਾਲ ਰਲ ਗਿਆ। ਅੱਛਾ ਇਹ ਜੀਵਨ ਸਿੰਘ ਬਰੂਤੀ ਹੈ। ਇਹ ਮੈਨੂੰ ਮਿਲਦਾ ਰਿਹਾ ਉੱਥੇ ਜਾ ਕੇ ਇਹ ਟੈਕਨੋਲੋਜੀ ਬਣ ਗਿਆ ਸੀ। ਇਹ ਇਸ ਤਰ੍ਹਾਂ ਸਾਰੇ ਦੌਰ ਸੀ। ਬੜਾ ਅੱਛਾ ਦੌਰ ਸੀ। ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਪਿਆਰੀਆਂ ਗੱਲਾਂ ਤੁਹਾਡੀਆਂ ਮੁਹੱਬਤ ਭਰੀਆਂ ਗੱਲਾਂ। ਚਾਹ ਯਾਰ ਠੰਡੀ ਹੋ ਗਈ ਇਹ ਗੱਲਾਂ। ਚਾਹ ਪੀ ਲੈਂਦੇ ਜੀ ਤੁਹਾਡੀਆਂ ਇਤਿਹਾਸ ਭਰੀਆਂ ਪੀ ਲੈਂਦੇ। ਉਹ ਬਾਕੀ ਕੰਮ ਚ ਹੁੰਦੇ। ਲਓ ਜੀ ਵੇਖੋ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ। ਬੜਾ ਮਜ਼ਾ ਰਿਹਾ ਗੱਲਾਂ ਮੈਨੂੰ ਪੁਰਾਣੀਆਂ ਯਾਦ ਕੇ ਯਾਰਾਂ ਦੋਸਤਾਂ ਨੂੰ ਯਾਦ ਕਰਾ ਦਿੱਤਾ ਜੀ। ਮੈਂ ਦੇਖੋ ਜੀ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਹਰਬੰਸ ਸਿੰਘ ਦਾ ਮੁੰਡਾ ਜਿਹੜਾ ਹੈ ਉਹ ਫੇਲ ਹੋ ਜਾਂਦਾ ਹੈ ਅਤੇ ਬਜ਼ੁਰਗ ਪੜ੍ਹਾਈ 'ਚ ਲਾਇਕ ਹੁੰਦੇ ਨੇ ਅਤੇ ਕੀ ਹੁੰਦਾ ਹੈ ਕਿ ਹਰਬੰਸ ਸਿੰਘ ਇਹਨਾਂ ਨੂੰ ਗਿਫਟ ਦੇ ਤੌਰ 'ਤੇ ਸਾਈਕਲ ਲੈ ਮੈਂ ਇਹਨਾਂ ਦੀ ਹੱਦ ਮੁੱਕੀ। ਸਾਈਕਲ 'ਤੇ ਬਜ਼ੁਰਗ ਜਾਂਦੇ ਆ ਅਤੇ PhD ਕਰ ਜਾਂਦੇ ਆ। ਦੁਨੀਆ ਦਾ ਕੋਈ ਮੁਲਕ ਨਹੀਂ ਛੱਡਿਆ। ਔਰ ਯਾਰ ਕਿਆ ਪਿਆਰ ਸੀ। ਇਹ ਵੇਖੋ ਸਾਰੇ ਤਮਗੇ ਇਹਨਾਂ ਦੇ ਕਿਤਾਬਾਂ ਇਹਨਾਂ ਦੀਆਂ ਯਾਦਾਂ ਇਹਨਾਂ ਦੀਆਂ ਹਰ ਚੀਜ਼ ਸਾਡੇ ਕੋਲ ਜਦੋਂ ਵੇਖੀਦਾ ਨਾ ਕਿ ਉਹ ਦੌਰ ਮੈਂ ਉੱਥੇ ਜਿਹੜਾ ਲੁਧਿਆਣੇ ਤੁਹਾਨੂੰ ਸੁਣਾਈਏ ਨਜ਼ਮ ਕਿ ਉਹ ਵੇਲਾ ਹੀ ਕੁਝ ਹੋਰ ਸੀ ਨਾ ਰੌਲਾ ਸੀ ਨਾ ਸ਼ੋਰ ਸੀ। ਉਹ ਰੋਵੇ ਉਹ ਵੀ ਮੈਂ ਵੀ ਰੋਵਿਆ। ਉਹ ਜਦੋਂ ਯਾਦ ਦਿਲ ਆਉਂਦੇ ਵਿੱਚ ਅੱਖੀਆਂ ਹੰਝੂ ਪਾਉਂਦੇ। ਕਿਆ ਬਾਤ ਕਿਆ ਬਾਤ। ਮੈਂ ਜਦੋਂ ਇਕੱਲਾ ਬੈਠਾ ਹੁੰਦਾ ਨਾ ਤੇ ਮੈਂ ਅਕਸਰ ਸੋਚਣਾ ਕਿ ਇਹ ਸੀ ਮੈਂ ਉਹ ਤਬਦੀਲੀ ਦਾ ਰੌਲਾ ਪਿਆ। ਤਬਦੀਲੀ ਤਬਦੀਲੀ ਕਾਹਦੀ ਆ? ਉਹ ਤਬਦੀਲੀ ਵੇਖੀਏ ਮੈਂ ਜਦੋਂ ਦਿਲਾਂ 'ਚ ਤਬਦੀਲੀ ਨਾ ਹੋਵੇ ਤਾਂ ਕੁਝ ਨਹੀਂ ਹੁੰਦਾ। ਉਹ ਮੈਂ ਕਹਿੰਦਾ ਨਾ ਦਿਲ ਨਾਲ ਦਿਲ ਮਿਲਿਆ ਵਿੱਚ। ਮੈਂ ਤਾਂ ਉਹਨੂੰ ਦੱਸਿਆ ਕਿ ਉਹਨਾਂ ਦੇ ਮੁੰਡੇ ਇਹ ਠੀਕ ਹੈਗਾ ਉਹਦਾ ਲੜਕਾ ਜਿਹੜਾ ਮੈਨੂੰ ਉਹ ਅੱਜ ਵੀ ਇਹਨਾਂ ਦੇ ਵਿੱਚੋਂ ਉਹ ਅੱਜ ਵੀ ਚਾਚਾ ਜੀ ਕਰਕੇ ਉਹ ਟੈਲੀਫੋਨ ਮੇਰੇ ਨੇ ਕੱਲ੍ਹ ਪਰਸੋਂ ਚਾਚਾ ਜੀ ਕੀ ਹਾਲ ਹੈ ਤੁਸੀਂ ਅੰਦਾਜ਼ਾ ਕਰੋ। ਕਿਆ ਬਾਤ ਕਿਆ ਬਾਤ। ਉਹਦਾ ਬਾਪ ਮੈਨੂੰ 1 ਸਾਲ ਪਿੱਛੇ ਸੀ। ਉਹ ਕਹਿੰਦਾ ਚਾਚਾ ਜੀ ਕੀ ਹਾਲ ਹੈ।
ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਬਹੁਤ ਘੱਟ ਬਜ਼ੁਰਗ ਸਾਡੇ ਕੋਲ ਐਸੇ ਆਏ ਜਿਨ੍ਹਾਂ ਨੇ 1947 ਦੇ ਵਿੱਚ ਜਿਹੜਾ ਹੈ ਉਸ ਵੇਲੇ BSc ਕੀਤੀ ਸੀਗੀ। ਸੋ ਇਹ ਬੜੀ ਵੱਡੀ ਗੱਲ ਸੀ। ਬਜ਼ੁਰਗਾਂ ਨੇ ਉਸ ਵੇਲੇ PhD ਕੀਤੀ, ਪੂਰੀ ਦੁਨੀਆ ਫਿਰੇ। ਔਰ ਇਹ ਵੇਖੋ ਮੇਰੇ ਲਾਗੇ ਸਾਰੇ ਇਹਨਾਂ ਦੇ ਉਸ ਵੇਲੇ ਦੀਆਂ ਫੋਟੋਜ਼, ਸਾਰਾ ਕੁਝ ਬਜ਼ੁਰਗਾਂ ਨੇ ਵਿਖਾਇਆ। ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਨਹੀਂ ਹੈ, ਬਲਕਿ ਆਪਣਾ ਪੁਰਾਣਾ ਵਸੇਬ, ਆਪਣੀ ਪੁਰਾਣੀ ਹਿਸਟਰੀ, ਆਪਣਾ ਪਿਛੋਕੜ, ਆਪਣੀ ਤਾਰੀਖ ਨੂੰ ਅਸੀਂ ਦੁਹਰਾਉਂਦੇ ਹਾਂ। ਅਸੀਂ ਵੇਖਦੇ ਹਾਂ ਕਿ 1947 ਦੇ ਵਿੱਚ ਸਾਡੀਆਂ ਕਿਹੜੀਆਂ ਕੋਤਾਹੀਆਂ ਸਨ ਜਿਹਦੇ ਕਾਰਨ ਅਸੀਂ ਆਪਸ 'ਚ ਇਹਨਾਂ ਨੁਕਸਾਨ ਕਰਾ ਬੈਠੇ, ਔਰ ਇਹਨਾਂ ਕੋਤਾਹੀਆਂ ਰਾਹੀਂ ਅਸੀਂ ਕੀ ਸਬਕ ਸਿੱਖਿਆ, ਕਿਸ ਤਰ੍ਹਾਂ ਅਸੀਂ ਅੱਗੇ ਵਧ ਰਹੇ ਹਾਂ, ਸਾਡਾ ਆਉਣ ਵਾਲਾ ਕੱਲ੍ਹ ਕੀ ਹੈ, ਔਰ ਸਾਡੇ ਆਉਣ ਵਾਲੇ ਕੱਲ੍ਹ ਦੇ ਵਿੱਚ ਸਾਡੇ ਪਿਛੋਕੜ ਦੀਆਂ ਬਾਕੀਆਤ ਕੀ ਸਾਡੇ ਕੋਲ ਹੈਗੀਆਂ ਜਿਹਦੇ ਕੋਲ ਆਪਾਂ ਕੁਝ ਸਿੱਖ ਸਕੀਏ। ਸੋ ਅਸੀਂ ਪਿਛਲੇ 75 ਸਾਲਾਂ ਤੋਂ ਦੋਵੇਂ ਮੁਲਕ ਨਫ਼ਰਤ ਲਈ ਪਤਾ ਨਹੀਂ ਕਿੰਨਾ ਕੁਝ ਜਮ੍ਹਾਂ ਕਰਕੇ ਬੈਠੇ ਹਾਂ, ਲੇਕਿਨ ਮੁਹੱਬਤ ਲਈ ਸਾਡੇ ਕੋਲ ਕੁਛ ਨਹੀਂ ਹੈ। ਹਕੀਕਤ ਦੇ ਵਿੱਚ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ 1946 ਤੋਂ ਪਹਿਲਾਂ ਐਸੀ ਕੋਈ ਗੱਲਬਾਤ ਹੀ ਨਹੀਂ ਸੀ। ਔਰ ਤਕਰੀਬਨ ਇਹ ਬਜ਼ੁਰਗ ਨਹੀਂ, 99% ਬਜ਼ੁਰਗ ਜਿਨ੍ਹਾਂ को मैं ਮਿਲਿਆ ਉਹਨਾਂ ਨੇ ਇਹੀ ਗੱਲ ਕੀਤੀ ਕਿ 1946 ਦੇ ਇਲੈਕਸ਼ਨ ਤੋਂ ਪਹਿਲੇ ਐਸੀ ਕੋਈ ਗੱਲਬਾਤ ਨਹੀਂ ਸੀ। ਇਹ ਸਾਡੇ ਤੇ ਵੰਡ ਜਿਹੜੀ ਨਾਫਜ਼ ਕੀਤੀ ਗਈ, ਇਹ ਲਕੀਰ ਜਿਹੜੀ ਸਾਡੇ ਤੇ ਨਾਫਜ਼ ਕੀਤੀ ਗਈ, ਠੀਕ ਹੈ, ਜਿਹੜਾ ਕੰਮ ਹੋ ਗਿਆ ਹੈ ਉਹ ਤਾਂ ਹੋ ਗਿਆ ਹੈ, ਜਿਹੜੀ ਲਕੀਰ ਵੱਜਣੀ ਸੀ ਉਹ ਵੱਜ ਗਈ ਹੈ। ਹੁਣ ਕੰਧਾਂ ਇੰਨੀਆਂ ਕੁ ਰਹਿਣ ਕਿ ਸਾਨੂੰ ਇੱਕ ਦੂਸਰੇ ਨੂੰ ਵੇਖ ਸਕੀਏ, ਸਾਹ ਆ ਸਕੇ ਸਾਨੂੰ, ਔਰ ਆਪਣੇ ਅਸੀਂ ਪਿਛੋਕੜ ਨੂੰ ਵੀ ਵੇਖ ਸਕੀਏ, ਆਪਣੀ ਤਾਰੀਖ ਨੂੰ ਵੀ ਵੇਖ ਸਕੀਏ। ਹੋਪਫੁਲੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਸਾਡੇ ਇਸ ਇੰਟਰਵਿਊ ਨੂੰ ਇੰਜੋਏ ਕਰੇਗੀ, ਕਿਉਂਕਿ ਮੈਂ ਕਾਫੀ ਇੰਨਾ ਲੰਬਾ ਇੰਟਰਵਿਊ ਕਦੀ ਨਹੀਂ ਕੀਤਾ, ਔਰ ਇਹਨਾਂ ਤੋਂ ਕਾਫੀ ਕੁਝ ਸਿੱਖਾਂਗੇ ਵੀ। ਇਹਨਾਂ ਨੇ ਪੂਰੀ ਦੁਨੀਆ ਨੂੰ ਸਿਖਾਇਆ। ਸਾਡੇ ਵਾਸਤੇ, ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਮੈਂ ਅੱਜ ਇਹਨਾਂ ਦੇ ਲਾਗੇ ਬੈਠਾ। ਮੈਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀ ਇਹਨਾਂ ਦੇ ਆਉਣ ਤੋਂ ਪਹਿਲੇ। ਮੈਂ ਤਾਂ ਡਾਕਟਰ ਪਰਵਿੰਦਰ ਕੌਰ ਜੀ ਜਿਹੜੀ ਸਿੱਖ ਫਿਲਾਸਫੀ ਪੜ੍ਹਾਉਂਦੀ ਹੈ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ, ਔਰ ਬਜ਼ੁਰਗਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਨੇ ਮੈਨੂੰ ਟਾਈਮ ਦਿੱਤਾ। ਸੋ ਹੋਪਫੁਲੀ ਇਸ ਤਰ੍ਹਾਂ ਦੇ ਇੰਟਰਵਿਊਜ਼ ਆਪਾਂ ਕਰਦੇ ਰਹਾਂਗੇ। ਮਿਲਦੇ ਹਾਂ ਜੀ ਇਸੇ ਤਰ੍ਹਾਂ ਦੇ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ। ਉਹ ਜਿਹੜੀ ਵੱਡੀ ਧੀ ਹੈ ਨਾ, ਮੇਰੀ ਸਭ ਤੋਂ ਵੱਡੀ ਧੀ, ਉਹ 72-73 ਸਾਲ ਦੀ ਹੋ ਗਈ। ਉਹ ਨਾਨੀ ਵੀ ਹੈ ਅਤੇ ਦਾਦੀ ਵੀ ਹੈ। ਉਹ ਬਲਕਿ ਉਹਦੇ ਪੋਤਰੇ ਨਵਾਸੇ ਜਿਹੜੇ ਨੇ ਨਾ, ਉਹਦੇ ਨਵਾਸੇ ਉਹ ਵੀ ਅੱਗੇ ਕਾਲਜਾਂ ਚਲੇ ਗਏ। ਤੁਹਾਡੀਆਂ ਬੇਟੀਆਂ ਵੀ ਨਾਨੀਆਂ ਬਣ ਗਈਆਂ ਸਾਰੇ ਜੋ ਉਹ ਮੈਂ ਕਹਿੰਦਾ ਜੀ ਨਾਨੀ ਦਾਦੀ ਦੋ ਮੇਰੀਆਂ ਜਿਹੜੇ ਨਹੀਂ ਨਾ ਪੋਤਰੀਆਂ, ਉਹ ਵੀ ਉਹਨਾਂ ਦੇ ਬੱਚੇ ਵੀ ਅੱਗੋਂ ਹੋ ਗਏ। ਆਹ ਸਾਰੀਆਂ ਖੇਡਾਂ ਉਹਨੂੰ ਯੂਨੀਵਰਸਿਟੀਆਂ ਤੋਂ ਮਿਲੀਆਂ ਨੇ, ਲੁਧਿਆਣਿਓਂ, ਪਾਲਮਪੁਰੋਂ, ਹਜ਼ਾਰੋਂ, ਉਹ ਮੁੱਕ ਇਹਨਾਂ ਵੀ ਚਾਹੀਦੇ ਤੁਸੀਂ ਅੰਦਾਜ਼ਾ ਕਰ ਦੇਖੋ ਨਾ। ਆਹ ਸਾਰੀਆਂ ਤੁਸੀਂ ਦੁਨੀਆ ਹੱਦ ਮੁੱਕੀ ਪਈ ਹੈ ਜੀ। ਮੇਰੀ ਜ਼ਿੰਦਗੀ ਤੇ ਬੜੀ ਅੱਛੀ ਪਈ।